हाँ जी, साध संगत जी सारिਆਂ ਨੂੰ बड़े प्यार नाल वाहिगुरू जी का खालसा वाहिगुरू जी की फतेह। जिवें कि आप जी ਨੂੰ पता है ਇੱਥੇ ऑनलाइन जो क्लास ਜਾਂ ਮੀਟਿੰਗ ਸਾਡੀ ਚੱਲ ਰਹੀ ਹੈ ਗੁਰਬਾਣੀ ਦੇ ਵਿਚਾਰ ਬਾਰੇ, ਤੇ ਕੱਲ ਸਾਡਾ ਟੌਪਿਕ ਸੀ ਆਨੰਦਮਈ ਜੀਵਨ, ਜਿਹਦੇ ਵਿੱਚ ਸਾਰੇ ਵੀਰਾਂ ਭੈਣਾਂ ਨੇ ਆਪਣੇ ਵਿਚਾਰ ਰੱਖੇ, ਅਸੀਂ ਇੱਕ ਦੂਜੇ ਦੇ ਵਿਚਾਰ ਸਰਵਣ ਕੀਤੇ ਔਰ ਆਨੰਦਮਈ ਜੀਵਨ ਬਾਰੇ ਵਿਚਾਰਾਂ ਕੀਤੀਆਂ, ਤੇ ਵਾਸਤਵ ਦੇ ਵਿੱਚ ਕੱਲ ਬਹੁਤ ਆਨੰਦ ਬਣਿਆ ਰਿਹਾ। ਅੱਜ ਦਾ ਜੋ ਸਾਡਾ ਟੌਪਿਕ ਹੈ ਇਹ ਹੈ ਚਿੰਤਾ ਰੋਗ, ਉਹਦੇ ਕਾਰਨ ਔਰ ਚਿੰਤਾ ਦੇ ਉਪਾਅ। ਕਿ ਚਿੰਤਾ ਰੋਗ ਕੀ ਹੈ, ਉਹਦੇ ਕਾਰਨ ਕੀ ਨੇ ਔਰ ਉਸ ਰੋਗ ਦੇ ਲੱਛਣ ਕੀ ਨੇ। ਸਭ ਤੋਂ ਪਹਿਲੀ ਗੱਲ ਸਮਝਣ ਵਾਲੀ ਹੈ ਕਿ ਇੱਕ ਚਿੰਤਾ ਹੈ ਔਰ ਇੱਕ ਚਿੰਤਾ ਰੋਗ ਹੈ। ਇਹਨਾਂ ਦੋਵਾਂ ਦੇ ਵਿੱਚ ਫਰਕ ਹੈ। ਇਹ ਫਰਕ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਸੀਂ ਗੱਲ ਚਿੰਤਾ ਦੀ ਨਹੀਂ ਕਰਨੀ, ਅਸੀਂ ਗੱਲ ਅੱਜ ਚਿੰਤਾ ਰੋਗ ਦੀ ਕਰਨੀ। ਚਿੰਤਾ ਹੋਣੀ ਬਹੁਤ ਜ਼ਰੂਰੀ ਹੈ। ਥੋੜੀ ਬਹੁਤੀ ਸਟ੍ਰੈਸ ਜਿਹੜੀ ਚਿੰਤਾ ਜਿਹੜੀ ਹੋਣੀ ਹੈ ਬਹੁਤ ਜ਼ਰੂਰੀ ਹੈ। ਜੇ ਇਹ ਚਿੰਤਾ ਮਨੁੱਖੀ ਮਨ ਵਿੱਚ ਨਹੀਂ ਹੋਏਗੀ ਤਾਂ ਕੋਈ ਵੀ ਮਨੁੱਖ ਜਿਹੜਾ ਹੈ ਉਹ ਜੀਵਨ ਦੇ ਅੰਦਰ ਕਾਮਯਾਬ ਨਹੀਂ ਹੋਏਗਾ। ਫਾਰ ਐਗਜ਼ਾਮਪਲ, ਜੇ ਸਾਨੂੰ ਸਵੇਰੇ ਉੱਠਣ ਦੀ ਚਿੰਤਾ ਨਹੀਂ ਹੈ, ਫਿਕਰ ਨਹੀਂ, ਤਾਂ ਅਸੀਂ ਉੱਠਾਂਗੇ ਨਹੀਂ। ਜੇ ਮਾਂ ਨੂੰ ਬੱਚਿਆਂ ਦੀ ਫਿਕਰ ਨਹੀਂ ਤਾਂ ਉਹ ਬੱਚਿਆਂ ਨੂੰ ਪਾਲ ਨਹੀਂ ਪਾਏਗੀ। ਜੇ ਸਾਨੂੰ ਜੌਬ ਦੀ ਚਿੰਤਾ ਨਹੀਂ ਤਾਂ ਅਸੀਂ ਜੌਬ ਨੂੰ ਠੀਕ ਢੰਗ ਦੇ ਨਾਲ ਨਹੀਂ ਕਰਾਂਗੇ। ਕਿਸਾਨ ਨੂੰ ਖੇਤੀਬਾੜੀ ਦੀ ਚਿੰਤਾ ਨਹੀਂ ਤਾਂ ਉਹ ਖੇਤੀਬਾੜੀ ਠੀਕ ਢੰਗ ਦੇ ਨਾਲ ਨਹੀਂ ਕਰ ਪਾਏਗਾ। ਇਸ ਲਈ ਇਹ ਜੋ ਜ਼ਿੰਮੇਵਾਰੀਆਂ ਨੇ ਇਹਨਾਂ ਵਾਸਤੇ ਥੋੜਾ ਜਿਹਾ ਚਿੰਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਔਰ ਇਹ ਚਿੰਤਾ ਜਿਹੜੀ ਹੈ ਸਾਨੂੰ ਜ਼ਿੰਮੇਵਾਰੀਆਂ ਵੱਲ ਪ੍ਰੇਰਦੀ ਹੈ। ਔਰ ਜੇ ਦੂਜੇ ਲਫ਼ਜ਼ਾਂ ਵਿੱਚ ਕਹੀਏ ਤਾਂ ਇਹ ਚਿੰਤਾ ਨਹੀਂ, ਇਹ ਜ਼ਿੰਮੇਵਾਰੀਆਂ ਨੇ। ਤੇ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਚਿੰਤਾ ਨਹੀਂ ਹੁੰਦੀ, ਉਹ ਸਗੋਂ ਸਾਡੀ ਜ਼ਿੰਦਗੀ ਵਾਸਤੇ ਬਹੁਤ ਜ਼ਰੂਰੀ ਹੈ। ਚਿੰਤਾ ਰੋਗ ਦੀ ਅਸੀਂ ਗੱਲ ਕਰਨੀ ਹੈ। ਤੇ ਚਿੰਤਾ ਰੋਗ ਕਿਹਨੂੰ ਕਹਿੰਦੇ ਨੇ? ਐਂਜ਼ਾਈਟੀ ਡਿਸਆਰਡਰ। ਚਿੰਤਾ ਰੋਗ ਉਸ ਚੀਜ਼ ਨੂੰ ਕਹਿੰਦੇ ਨੇ ਜਦੋਂ ਕੋਈ ਵਿਸ਼ੇਸ਼ ਕਿਸਮ ਦੀ ਇੱਕ ਹੀ ਚਿੰਤਾ ਕਿਸੇ ਮਨੁੱਖੀ ਮਨ ਦੇ ਵਿੱਚ ਬਹਿ ਜਾਏ ਤੇ ਉਹ ਬਾਰ-ਬਾਰ ਉਸੇ ਨੂੰ ਰਿਪੀਟ ਕਰੀ ਜਾਏ, ਉਸੇ ਬਾਰੇ ਹੀ ਸੋਚੀ ਜਾਏ, ਹੋਰ ਕੋਈ ਵਿਚਾਰ ਮਨ ਵਿੱਚ ਆਵੇ ਹੀ ਨਾ। ਜਦੋਂ ਕੋਈ ਇੱਕ ਹੀ ਚੀਜ਼ ਮਨ ਦੇ ਅੰਦਰ ਬਹਿ ਜਾਏ ਔਰ ਉਸੇ ਬਾਰੇ ਮਨੁੱਖ ਸੋਚੀ ਜਾਏ ਔਰ ਉਹਦੇ ਜੀਵਨ ਨੂੰ ਡਿਸਟਰਬ ਕਰ ਦੇਵੇ, ਉਹਦਾ ਧਿਆਨ ਦੂਜੇ ਪਾਸੇ ਨਾ ਜਾਣ ਦੇਵੇ, ਉਹ ਆਪਣੇ ਕੰਮਾਂ ਆਦਿਕ ਦੇ ਵਿੱਚ ਸਹੀ ਢੰਗ ਦੇ ਨਾਲ ਧਿਆਨ ਨਾ ਦੇ ਪਾਏ, ਤਾਂ ਉਹਨੂੰ ਅਸੀਂ ਚਿੰਤਾ ਰੋਗ ਕਹਾਂਗੇ। ਇਸ ਚਿੰਤਾ ਰੋਗ ਦੀਆਂ ਨਿਸ਼ਾਨੀਆਂ ਕੀ ਨੇ, ਇਹ ਮੈਂ ਆਪ ਦੇ ਨਾਲ ਥੋੜੀਆਂ ਜਿਹੀਆਂ ਸਾਂਝੀਆਂ ਕਰ ਦੇਵਾਂ। ਜੇ ਕੋਈ ਵੀਰ ਭੈਣਾ ਨੋਟ ਕਰਨਾ ਚਾਹਣ ਤਾਂ ਉਹ ਨੋਟ ਵੀ ਕਰ ਸਕਦੇ ਨੇ। ਚਿੰਤਾ ਰੋਗ ਦੀਆਂ ਨਿਸ਼ਾਨੀਆਂ ਕੀ ਨੇ? ਸਭ ਤੋਂ ਪਹਿਲਾਂ ਬੇਚੈਨੀ, ਤਣਾਅ ਮਹਿਸੂਸ ਕਰਨਾ ਔਰ ਘਬਰਾਏ ਰਹਿਣਾ। ਇਹ ਚਿੰਤਾ ਰੋਗ ਦੀ ਪਹਿਲੀ ਨਿਸ਼ਾਨੀ ਹੈ। ਬੇਚੈਨੀ ਮਹਿਸੂਸ ਕਰਨਾ, ਤਣਾਅ ਮਹਿਸੂਸ ਕਰਨਾ ਔਰ ਹਮੇਸ਼ਾ ਘਬਰਾਏ ਰਹਿਣਾ। ਦੂਜੀ ਨਿਸ਼ਾਨੀ ਹੈ ਕਿ ਜਲਦੀ ਥੱਕ ਜਾਣਾ, ਚਿੜਚਿੜਾਪਨ ਹੋਣਾ, ਸੁਭਾਅ ਦਾ ਚਿੜਚਿੜਾ ਹੋ ਜਾਣਾ, ਹੱਥ ਪੈਰ ਠੰਡੇ ਰਹਿਣੇ। ਔਰ ਤੀਜੀ ਨਿਸ਼ਾਨੀ ਹੈ ਮਾਸਪੇਸ਼ੀਆਂ ਦੇ ਵਿੱਚ ਖਿਚਾਅ, ਮਾਸਪੇਸ਼ੀਆਂ ਖਿੱਚੀਆਂ ਰਹਿਣੀਆਂ ਔਰ ਸਿਰ ਦੇ ਅੰਦਰ ਥੋੜਾ ਥੋੜਾ ਦਰਦ ਰਹਿਣਾ। ਚੌਥੀ ਨਿਸ਼ਾਨੀ ਹੈ ਮੂੰਹ ਸੁੱਕਣਾ, ਜ਼ਿਆਦਾ ਪਸੀਨਾ ਆਉਣਾ, ਸਵਾਸਾਂ ਦੀ ਚਾਲ ਦਾ ਵਧਣਾ ਯਾਨੀ ਸਾਹ ਜ਼ਿਆਦਾ ਤੇਜ਼ ਆਉਣੇ, ਬਾਰ-ਬਾਰ ਪਿਸ਼ਾਬ ਆਉਣਾ, ਤੇ ਕਈ ਵਾਰ ਚਿੰਤਾ ਰੋਗ ਦੇ ਮਨੁੱਖ ਨੂੰ ਜਿਹੜਾ ਹੈ ਡਾਇਰੀਆ ਦੀ ਸ਼ਿਕਾਇਤ ਵੀ ਹੋ ਜਾਂਦੀ ਹੈ। ਪੰਜਵੀਂ ਨਿਸ਼ਾਨੀ ਹੈ ਕਿ ਨੀਂਦ ਦੀ ਸਮੱਸਿਆ, ਡਰਾਵਣੇ ਸੁਪਨੇ ਆਉਣੇ, ਨਿੱਕੇ ਜਿਹੇ ਖੁਰਾਕ ਦੇ ਨਾਲ ਨੀਂਦ ਦਾ ਖੁੱਲ ਜਾਣਾ। ਛੇਵੀਂ ਨਿਸ਼ਾਨੀ ਹੈ ਕਿ ਇੱਕ ਜਗ੍ਹਾ ਤੇ ਆਰਾਮ ਦੇ ਨਾਲ ਟਿਕ ਕੇ ਨਾ ਬਹਿਣਾ। ਚਿੰਤਾ ਰੋਗ ਦਾ ਜਿਹੜਾ ਗ੍ਰਸਿਆ ਮਨੁੱਖ ਹੈ, ਕਦੀ ਇੱਥੇ, ਉਹਦਾ ਇੱਕ ਜਗ੍ਹਾ ਤੇ ਦਿਲ ਨਹੀਂ ਲੱਗਦਾ, ਇੱਧਰ ਚਲਾ ਜਾਵਾਂ, ਉਧਰ ਚਲਾ ਜਾਵਾਂ। ਅਗਲੀ ਵਿਚਾਰ ਹੈ ਕਿ ਗਲਤ ਵਿਚਾਰਾਂ ਦਾ ਮਨ ਵਿੱਚ ਆਉਣਾ, ਜਿਵੇਂ ਕਿ ਕੋਈ ਨੁਕਸਾਨ ਨਾ ਹੋ ਜਾਏ, ਘਰ ਦਾ ਕੋਈ ਜੀਅ ਬਿਮਾਰ ਨਾ ਹੋ ਜਾਏ, ਐਕਸੀਡੈਂਟ ਵਗੈਰਾ ਨਾ ਹੋ ਜਾਏ, ਇਹੋ ਜਿਹੀਆਂ ਸੋਚਾਂ ਆਉਣੀਆਂ। ਅੱਠਵੀਂ ਨਿਸ਼ਾਨੀ ਹੈ ਚਿੰਤਾ ਰੋਗ ਦੀ ਨਕਾਰਾਤਮਕ ਸੋਚ ਦਾ ਪੈਦਾ ਹੋਣਾ, ਨੈਗੇਟਿਵਿਟੀ। ਕਿ ਹਮੇਸ਼ਾ ਕੋਈ ਕੰਮ ਕਰਨਾ ਤੇ ਉਹਦੇ ਵਿੱਚ ਇਹੀ ਹੋਣਾ ਕਿ ਇਹ ਕੰਮ ਸਿਰੇ ਨਹੀਂ ਚੜਨਾ,
चिंता रोग का मनुख जिहड़ा शिकार होएगा, जे उन्होंने कभी ना सी काम कर ले, तो उन्हें कहना ना करो, इस काम में नुकसान नहीं होना, किहड़ा सिरे चढ़ना, इहदे विच किहड़ा लाभ, अगे किहड़ा असीं कुछ खट लिया, यानी नकारात्मक सोच। ते थोड़ी जी आवाज जां थोड़े जे खड़ाके दे नाल डर जाना, जिवें टैलीफोन की घंटी वजी ते उहदे नाल ही बंदा डर जांदा है, थोड़े जे खड़ाक दे नाल डर जाना, ये चिंता रोग दीयां निशानियां। ते नकारात्मक विचारां दे कारण मानसिक थकान महसूस करनी, जे किताब पढ़न वास्ते बैठे थोड़ा जा पढ़दे थकावट महसूस होने लग गई, मानसिक तौर पर थके थके महसूस करना, ये चिंता रोग दे कारण ये निशानियां ने। लेकिन कुछ लोगों के अंदर थोड़ा इन्हां निशानियां दे अंदर फर्क भी हो सकता है, वध घट हो सकदियां ने। ਇਹਦਾ ਜਦੋਂ ਅਸੀਂ ਅਸਲੀ ਰੂਪ ਡਾਕਟਰ ਦੇ ਕੋਲ ਜਾ ਕੇ ਦੱਸਾਂਗੇ, ਜੋ ਸਪੈਸ਼ਲਿਸਟ ਨੇ, ਉਹ ਲੋਕ ਫਿਰ ਸਾਨੂੰ ਇਹਦੇ ਬਾਰੇ ਜ਼ਿਆਦਾ ਦੱਸਦੇ ਨੇ। ਯਾਨੀ ਇਹ ਨਿਸ਼ਾਨੀਆਂ ਮੁੱਖ ਨੇ, ਜਿਨ੍ਹਾਂ ਦੇ ਅੰਦਰ ਇਹ ਨਿਸ਼ਾਨੀਆਂ ਹੋਣ, ਉਹ ਚਿੰਤਾ ਰੋਗ ਦੇ ਨਾਲ ਗ੍ਰਸਤੇ ਹੋਏ ਹੋ ਸਕਦੇ ਨੇ। ਹੁਣ ਸਵਾਲ ਪੈਦਾ ਹੁੰਦਾ ਕਿ ਚਿੰਤਾ ਰੋਗ ਦੇ ਕਾਰਨ ਕੀ ਨੇ, ਕਿਸ ਕਾਰਨ ਕਰਕੇ ਇਹ ਹੋ ਜਾਂਦਾ ਹੈ। ਪਹਿਲਾ ਹੈ ਜੈਵਿਕ ਕਾਰਨ, ਜਿਹਨੂੰ ਕਹਿੰਦੇ ਨੇ ਦਿਮਾਗ ਦੇ ਅੰਦਰ ਸੈਰੋਟੋਨਿਨ ਤੇ ਨੋਰਐਪੀਨੇਫ੍ਰਿਨ ਕੈਮੀਕਲ ਹੁੰਦੇ ਨੇ। ਇਹ ਕੈਮੀਕਲ ਇੰਬੈਲੈਂਸ ਹੋ ਜਾਣ ਤਾਂ ਮਨੁੱਖ ਚਿੰਤਾ ਰੋਗ ਦਾ ਸ਼ਿਕਾਰ ਹੋ ਜਾਂਦਾ ਹੈ। ਸਾਡੇ ਦਿਮਾਗ ਦੇ ਅੰਦਰ ਕੈਮੀਕਲਸ ਨੇ ਕੁਝ, ਜਦੋਂ ਇਹ ਇੰਬੈਲੈਂਸ ਹੋ ਜਾਣ ਤਾਂ ਉਦੋਂ ਵੀ ਮਨੁੱਖ ਡਿਪਰੈਸ਼ਨ ਦਾ, ਚਿੰਤਾ ਰੋਗ ਦਾ, ਅਵਸਾਦ ਦਾ ਸ਼ਿਕਾਰ ਹੋ ਜਾਂਦਾ ਹੈ। ਦੂਜਾ ਕਾਰਨ ਹੈ ਅਨੁਵਾਂਸ਼ਿਕ, ਜੈਨੇਟਿਕ, यानी जिस परिवार के अंदर मां बाप नूं ऐसा कोई रोग होए तो उस परिवार के जो बच्चे ने ना, उन्हां दे अंदर ये रोग पनपन के ज्यादा आसार पैदा हो जाते हैं। जरूरी नहीं कि उन्होंने हो ही जाएगा, उन्हां दे अंदर इस चीज के आसार ज्यादा पैदा हो जाते हैं दूजियां दी बजाय। ते तीजे कारण ने मनोवैज्ञानिक कारण। मनोवैज्ञानिक कारण यह है कि मनुख दियां कुछ दमित इच्छावां ने। दमित इच्छावां, दिल कुछ होर चाहता है, दिमाग कुछ होर सोचता है। मन के अंदर कुछ जज्बे ने कि मैं ये काम करा, करना चाहता है कुछ, लेकिन उहदे उत्ते दबाव है, उहदी इच्छा पूर्ण नहीं होने दित्ती जाती, जां समाजिक डर जां होर कई कारण ने। तां ओह जिहड़ियां दमित इच्छावां ने, ਉਹਨਾਂ ਦੇ ਪੂਰਨ ਨਾ ਹੋਣ ਕਰਕੇ ਵੀ ਮਨੁੱਖ ਚਿੰਤਾ ਰੋਗ ਦਾ ਸ਼ਿਕਾਰ ਹੋ ਜਾਂਦਾ ਹੈ। ਬਚਪਨ ਦੇ ਅੰਦਰ ਕੋਈ ਮਾਨਸਿਕ ਪੀੜਾ ਸਹਿਨ ਕੀਤੀ ਹੋਵੇ ਨਾ, ਤਾਂ ਵੀ ਬੰਦਾ ਚਿੰਤਾ ਰੋਗ ਦਾ ਸ਼ਿਕਾਰ ਹੋ ਜਾਂਦਾ ਹੈ। ਕਈ ਵਾਰ ਨਾਲ ਦੇ ਸਾਥੀ ਸਕੂਲ ਵਿੱਚ ਤੰਗ ਕਰਦੇ ਨੇ, ਟੀਚਰ ਨੇ ਕੁਛ ਗਲਤ ਵਿਹਾਰ ਕੀਤਾ ਹੁੰਦਾ ਹੈ, ਜਾਂ ਮਾਂ ਬਾਪ ਕੋਈ ਵਿੱਚੋਂ ਗੁਜ਼ਰ ਗਿਆ, ਜਾਂ ਉਹਦੀ ਪਾਲਣਾ ਪੋਸ਼ਣਾ ਠੀਕ ਢੰਗ ਦੇ ਨਾਲ ਨਾ ਹੋਈ, ਬੜੀ ਗਰੀਬੀ ਦੇ ਅੰਦਰ ਦਿਨ ਕੱਟੇ ਹੋਣ, ਜਾਂ ਐਸੀਆਂ ਕੁਛ ਮਾਨਸਿਕ ਪੀੜਾਵਾਂ ਸਹਿਨ ਕੀਤੀਆਂ ਹੋਣ, ਤਾਂ ਉਹ ਵੀ ਅੱਗੇ ਚੱਲ ਕੇ ਚਿੰਤਾ ਰੋਗ ਦਾ ਕਾਰਨ ਬਣ ਜਾਂਦੇ ਨੇ। ਇਸ ਤੋਂ ਇਲਾਵਾ ਹੀਨ ਭਾਵਨਾ ਦੇ ਉੱਤੇ ਕਾਬੂ ਨਾ ਪਾ ਸਕਣਾ। ਕਈ ਲੋਕਾਂ ਦੇ ਅੰਦਰ ਨਾ ਹੀਨ ਭਾਵਨਾ ਹੁੰਦੀ ਹੈ ਕਿ ਮੈਂ ਦੂਜਿਆਂ ਤੋਂ ਕਮਜ਼ੋਰ ਹਾਂ, ਦੂਜਿਆਂ ਦੇ ਕੱਪੜੇ ਚੰਗੇ ਨੇ, ਦੂਜੇ ਮੇਰੇ ਤੋਂ ਅਮੀਰ ਨੇ, ਜਾਂ ਮੇਰੇ ਕੋਲ ਪੂਰਾ ਨੌਲੇਜ ਨਹੀਂ ਹੈ। ਇਹੋ ਜਿਹੀ ਜਿਹੜੀ ਹੀਨ ਭਾਵਨਾ ਹੈ, ਕੁਛ ਲੋਕ ਤਾਂ ਉਹਨੂੰ ਕੰਟਰੋਲ ਕਰ ਲੈਂਦੇ ਨੇ ਪੋਜ਼ਿਟਿਵ ਥਿੰਕਿੰਗ ਦੇ ਨਾਲ, ਤੇ ਕੁਛ ਲੋਕ ਹੀਨ ਭਾਵਨਾ ਨੂੰ ਕੰਟਰੋਲ ਨਹੀਂ ਕਰ ਪਾਉਂਦੇ, ਉਹ ਵੀ ਇਸ ਚਿੰਤਾ ਰੋਗ ਦਾ ਸ਼ਿਕਾਰ ਹੋ ਜਾਂਦੇ। ਇਸ ਤੋਂ ਇਲਾਵਾ ਪਰਿਵਾਰ ਵਿੱਚ, ਸਮਾਜ ਅੰਦਰ, ਧਰਮ ਅੰਦਰ, ਜਾਂ ਰਾਜਨੀਤਿਕ ਦੁਨੀਆ ਦੇ ਅੰਦਰ ਪੈਦਾ ਹੋਈ ਹਲਚਲ, ਉਹ ਵੀ ਬੰਦੇ ਦੇ ਅੰਦਰ ਚਿੰਤਾ ਰੋਗ ਦਾ ਕਾਰਨ ਬਣ ਜਾਂਦੀ ਹੈ। ਪਰਿਵਾਰ ਦੇ ਵਿੱਚ ਕਈ ਵਾਰ ਹੁੰਦਾ ਹੈ ਭਰਾ ਵੱਖਰੇ ਹੋ ਜਾਣ, ਪਤੀ ਪਤਨੀ ਦਾ ਆਪਸੀ ਕਲੇਸ਼ ਹੋ ਜਾਏ, ਕੁਛ ਵਖਰੇਵੇਂ ਹੋ ਜਾਣ, ਰਾਜਨੀਤਿਕ ਦੁਨੀਆ ਵਿੱਚ ਉਥਲ ਪੁਥਲ ਹੋ ਜਾਏ, ਜਾਂ ਧਾਰਮਿਕ ਦੁਨੀਆ ਦੇ ਅੰਦਰ ਕਈ ਵਾਰ ਐਸੇ ਵਾਦ ਵਿਵਾਦ ਹੋ ਜਾਂਦੇ ਨੇ, ਤਾਂ ਇਹ ਸਾਰੇ ਮਿਲ ਕੇ ਮਨੁੱਖੀ ਮਨ ਦੇ ਅੰਦਰ ਚਿੰਤਾ ਪੈਦਾ ਕਰਦੇ ਨੇ। ਹੁਣ ਅਸੀਂ ਇਸ ਚਿੰਤਾ ਬਾਰੇ ਅੱਗੇ ਕੁਛ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਬਾਰੇ ਅਸੀਂ ਵਿਚਾਰ ਕਰਨ ਦਾ ਯਤਨ ਕਰਦੇ ਹਾਂ। ਯਾਦ ਰੱਖਣਾ ਕਿ ਆਦਤਾਂ ਮਨੁੱਖ ਆਪ ਬਣਾਉਂਦਾ ਹੈ। ਜਿਹੜੀ ਚੀਜ਼ ਨੂੰ ਅਸੀਂ ਵਿਚਾਰ, ਸਾਡੇ ਮਨ ਵਿੱਚ ਪਹਿਲਾਂ ਕਲਪਨਾ ਪੈਦਾ ਹੁੰਦੀ ਹੈ, ਬਾਰ-ਬਾਰ ਜੋ ਕਲਪਨਾ ਪੈਦਾ ਹੁੰਦੀ ਉਹ ਸਾਡੇ ਸੰਸਕਾਰ ਬਣ ਜਾਂਦੇ ਨੇ। ਜਦੋਂ ਅਸੀਂ ਇੱਕ ਚੀਜ਼ ਨੂੰ ਬਾਰ-ਬਾਰ ਦੁਹਰਾਉਂਦੇ ਹਾਂ, ਉਹ ਸੰਸਕਾਰ ਸਾਡੇ
ਆਦਤ ਬਣ ਜਾਂਦੀ ਹੈ ਤੇ ਉਹਨਾਂ ਆਦਤਾਂ ਮੁਤਾਬਕ ਇਹ ਮਨੁੱਖ ਜ਼ਿੰਦਗੀ ਜੀਂਦਾ ਹੈ। ਤੇ ਯਾਦ ਰੱਖਣਾ, ਜਿਹੜੀ ਆਦਤ ਸਿੱਖੀ ਜਾ ਸਕਦੀ ਹੈ ਉਹਨੂੰ ਭੁਲਾਇਆ ਵੀ ਜਾ ਸਕਦਾ ਹੈ। ਤਾਂ ਚਿੰਤਾ ਕਰਨਾ ਇੱਕ ਭੈੜੀ ਆਦਤ ਹੈ। ਚਿੰਤਾ ਕਰਨਾ ਇੱਕ ਭੈੜੀ ਆਦਤ ਹੈ। ਜਦੋਂ ਅਸੀਂ ਬਾਰ-ਬਾਰ ਇੱਕ ਚੀਜ਼ ਬਾਰੇ ਚਿੰਤਾ ਕਰੀ ਜਾਂਦੇ ਹਾਂ ਤਾਂ ਹੌਲੇ-ਹੌਲੇ ਸਾਡਾ ਇੱਕ ਨਿਊਰੋਪਾਥ ਹੀ ਬਣ ਜਾਂਦਾ ਹੈ, ਸਾਡਾ ਸੋਚਣ ਦਾ ਢੰਗ ਹੀ ਹੋ ਜਾਂਦਾ ਹੈ ਤੇ ਹੌਲੇ-ਹੌਲੇ ਸਾਡੀ ਆਦਤ ਬਣ ਜਾਂਦੀ ਹੈ। ਦੂਜੀ ਗੱਲ, ਜਿਵੇਂ ਮੈਂ ਪਹਿਲਾਂ ਕਹੀ ਹੈ, ਹਰ ਆਦਤ ਨੂੰ ਬਦਲਿਆ ਜਾ ਸਕਦਾ ਹੈ। ਜੇ ਅਸੀਂ ਚਿੰਤਾ ਦੀ ਬਜਾਏ ਖੁਸ਼ੀ ਵਾਲੇ ਵਿਚਾਰ ਪੈਦਾ ਕਰੀਏ ਤਾਂ ਕੁਝ ਦਿਨ ਦੇ ਅਭਿਆਸ ਦੇ ਨਾਲ ਇਹ ਆਦਤ ਬਦਲ ਜਾਏਗੀ ਔਰ ਇਹ ਖੁਸ਼ੀ ਦੇ ਅੰਦਰ ਕਨਵਰਟ ਹੋ ਸਕਦੀ ਹੈ। ਚਿੰਤਾ ਜਿਹੜੀ ਹੈ ਵਰਤਮਾਨ ਸਭਿਅਤਾ ਦੇ ਵਿਕਾਸ ਦੇ ਨਾਲ ਪੈਦਾ ਹੋਈ ਹੈ। ਚਿੰਤਾ ਵਰਤਮਾਨ ਸਭਿਅਤਾ ਦੇ ਨਾਲ ਪੈਦਾ ਹੋਈ ਹੈ। ਜੇਕਰ ਜੰਗਲੀ ਮਨੁੱਖ ਸਨ ਨਾ, ਜਦੋਂ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ, ਜੇ ਉਦੋਂ ਮਨੁੱਖ ਦੀ ਜ਼ਿੰਦਗੀ ਅੰਦਰ ਚਿੰਤਾ ਪੈਦਾ ਹੋ ਜਾਂਦੀ ਤਾਂ ਸ਼ਾਇਦ ਮਨੁੱਖੀ ਪੀੜ੍ਹੀ ਹੀ ਖਤਮ ਹੋ ਜਾਂਦੀ। ਕੋਈ ਚਿੰਤਾ ਨਹੀਂ ਸੀ ਉਦੋਂ। ਜਿਵੇਂ ਜਿਵੇਂ ਸਭਿਅਤਾ ਵੱਧਦੀ ਗਈ, ਜਿਵੇਂ ਜਿਵੇਂ ਸਾਧਨ ਵੱਧਦੇ ਗਏ, ਉਸ ਸਭਿਅਤਾ ਦੇ ਨਾਲ ਮਨੁੱਖ ਬਦਲ ਨਹੀਂ ਪਾਇਆ, ਲੋਕਾਂ ਦੇ ਨਾਲ ਚੱਲ ਨਹੀਂ ਪਾਇਆ, ਤਾਂ ਇਸ ਬਦਲਦੀ ਹੋਈ ਸਭਿਅਤਾ ਦੇ ਵਿੱਚੋਂ ਇਹ ਚਿੰਤਾ ਮਨੁੱਖ ਦੇ ਅੰਦਰ ਪੈਦਾ ਹੋਈ ਹੈ ਔਰ ਵਧੀ ਹੈ। ਤੇ ਜੇ ਮਨੁੱਖ ਨੇ ਆਪਣੀ ਜੀਵਨ ਸ਼ੈਲੀ ਨੂੰ ਨਾ ਬਦਲਿਆ ਤਾਂ ਇਹ ਚਿੰਤਾ ਰੋਗ ਹੋਰ ਵਧੇਗਾ। ਜਿਵੇਂ ਕੱਲ ਗਿਆਨੀ ਦੀਪਿੰਦਰ ਸਿੰਘ ਜੀ ਕਹਿ ਰਹੇ ਸਨ ਕਿ ਆਉਣ ਵਾਲੇ ਸਮੇਂ ਦੇ ਅੰਦਰ ਜੋ ਡਿਪਰੈਸ਼ਨ ਦੀ ਬਿਮਾਰੀ ਹੈ ਉਹ ਸ਼ੂਗਰ ਔਰ ਬਲੱਡ ਪ੍ਰੈਸ਼ਰ ਰੋਗਾਂ ਨੂੰ ਪਾਰ ਕਰ ਜਾਏਗੀ। ਚਿੰਤਾ ਕਈ ਤਰ੍ਹਾਂ ਦੇ ਮਾਨਸਿਕ ਔਰ ਸਰੀਰਕ ਰੋਗ ਲਗਾਉਣ ਤੋਂ ਇਲਾਵਾ ਮਨੁੱਖ ਦੇ ਪਰਿਵਾਰਕ, ਸਮਾਜਿਕ ਔਰ ਨਿੱਜੀ ਸੰਬੰਧਾਂ ਨੂੰ ਵਿਗਾੜਨ ਦਾ ਕਾਰਨ ਬਣ ਜਾਂਦੀ ਹੈ। ਕਿਉਂਕਿ ਇੱਕ ਮਨੁੱਖ ਚਿੰਤਾ ਵਿੱਚ ਹੀ ਹੈ, ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਹੈ, ਤਾਂ ਉਹਦੇ ਸਮਾਜਿਕ ਔਰ ਪਰਿਵਾਰਕ ਸੰਬੰਧ ਜਿਹੜੇ ਨੇ ਉਹ ਵਿਗੜ ਜਾਣਗੇ ਔਰ ਉਸ ਮਨੁੱਖ ਦੀ ਜੋ ਹੈ ਆਰਥਿਕ ਪੋਜੀਸ਼ਨ ਦੇ ਉੱਤੇ ਵੀ ਅਸਰ ਪਵੇਗਾ। ਚਿੰਤਾਵਾਨ ਦੇ ਮਨੋਵਿਗਿਆਨਿਕ ਨਿਸ਼ਾਨੀਆਂ ਮੈਂ ਆਪ ਦੇ ਨਾਲ ਥੋੜ੍ਹੀਆਂ ਸਾਂਝੀ ਕਰ ਰਿਹਾ, ਜਿਸ ਕਰਕੇ ਸਾਨੂੰ ਇਸ ਚੀਜ਼ ਦੀ ਸਮਝ ਪੈ ਜਾਏ ਕਿ ਕੀ ਅਸੀਂ ਐਵੇਂ ਹੀ ਤੇ ਨਹੀਂ ਆਪਣੇ ਆਪ ਨੂੰ ਚਿੰਤਾਵਾਨ ਸਮਝੀ ਬੈਠੇ, ਜਾਂ ਕਿਸੇ ਦੂਜੇ ਨੂੰ ਅਸੀਂ ਡਿਪਰੈਸ਼ਨ ਦਾ ਸ਼ਿਕਾਰ ਐਵੇਂ ਹੀ ਕਹਿ ਦਈਏ। ਤਾਂ ਉਹਦੇ ਵਾਸਤੇ ਸਾਨੂੰ ਕੁਝ ਨਿਸ਼ਾਨੀਆਂ ਦਾ ਪਤਾ ਹੋਣਾ ਅਤਿਅੰਤ ਜ਼ਰੂਰੀ ਹੈ। ਜਿਸ ਮਨੁੱਖ ਦੇ ਅੰਦਰ ਚਿੰਤਾ ਰੋਗ ਪੈਦਾ ਹੋ ਜਾਂਦਾ ਨਾ, ਉਹ ਆਪਣੇ ਆਪ ਨੂੰ ਬੜਾ ਦੁਖੀ ਅਨੁਭਵ ਕਰਦਾ ਹੈ। ਇਹ ਨਿਸ਼ਾਨੀ ਹੈ ਚਿੰਤਾਵਾਨ ਦੀ। ਉਹ ਆਪਣੇ ਆਪ ਨੂੰ ਦੁਖੀ ਮਹਿਸੂਸ ਕਰਦਾ ਹੈ, ਉਹ ਬੜਾ ਬੁਝਦਿਲ ਹੁੰਦਾ ਹੈ, ਥੋੜੀ ਜਿਹੀ ਚੀਜ਼ ਤੋਂ ਹੀ ਡਰ ਜਾਂਦਾ ਹੈ, ਉਹ ਵਿਕਾਸ ਵਾਸਤੇ ਕੋਈ ਵੀ ਰਿਸਕ ਲੈਣ ਵਾਸਤੇ ਤਿਆਰ ਨਹੀਂ ਹੁੰਦਾ। ਚਿੰਤਾਵਾਨ ਦਾ ਸੁਭਾਅ ਐਸਾ ਹੁੰਦਾ ਹੈ ਕਿ ਉਹ ਮਨੁੱਖ ਕਿਸੇ ਤੇ ਭਰੋਸਾ ਵੀ ਨਹੀਂ ਕਰਦਾ। ਡਿਪਰੈਸ਼ਨ ਦਾ ਸ਼ਿਕਾਰ ਜਿਹੜਾ ਮਨੁੱਖ ਹੈ ਨਾ, ਉਹ ਕਿਸੇ ਤੇ ਭਰੋਸਾ ਨਹੀਂ ਕਰੇਗਾ। ਫਿਰ ਉਹ ਚਿੜਚਿੜੇ ਸੁਭਾਅ ਦਾ ਹੋਏਗਾ, ਉਹਦੇ ਅੰਦਰ ਖੁਸ਼ੀ ਨਹੀਂ ਹੋਏਗੀ, ਚਿੜਚਿੜੇ ਦੇ ਸੁਭਾਅ ਦਾ ਹੋਏਗਾ, ਐਵੇਂ ਹੀ ਐਸੀਆਂ ਗੱਲਾਂ ਕਰੇਗਾ ਜਿਸ ਦੇ ਨਾਲ ਨਾ ਖੁਸ਼ੀ ਹੋਏਗੀ, ਸਗੋਂ ਚਿੜਚਿੜਾਪਨ ਉਹਦੀ ਜ਼ਿੰਦਗੀ ਦੇ ਅੰਦਰ ਹੋਏਗਾ। ਇਹ ਮਨੁੱਖ ਦੀ ਪੰਜਵੀਂ ਨਿਸ਼ਾਨੀ ਇਹ ਹੁੰਦੀ ਹੈ ਕਿ ਬੜਾ ਸਵੈ ਚੇਤਨ ਔਰ ਅਹਿਸਾਸੀ ਹੁੰਦਾ ਹੈ। ਅਹਿਸਾਸੀ ਦਾ ਮਤਲਬ ਇਮੋਸ਼ਨਲ। ਉਹ ਹਮੇਸ਼ਾ ਆਪਣੇ ਬਾਰੇ ਹੀ ਸੋਚਦਾ ਰਹਿੰਦਾ ਹੈ ਔਰ ਬੜਾ ਇਮੋਸ਼ਨਲ ਹੁੰਦਾ ਹੈ। ਨਿੱਕੀ ਜੀ ਗੱਲ ਤੋਂ ਉਹਦੀਆਂ ਹੰਝੂ ਆ ਜਾਣਗੇ, ਨਿੱਕੀ ਜੀ ਗੱਲ ਤੋਂ ਉਹ ਰੋਣਾ ਸ਼ੁਰੂ ਕਰ ਦੇਵੇਗਾ, ਕਿਸੇ ਦਾ ਥੋੜਾ ਜਿਹਾ ਨੁਕਸਾਨ ਹੋ ਗਿਆ ਤਾਂ ਵੀ ਉਹ ਰੋਣਾ ਸ਼ੁਰੂ ਕਰ ਦੇਵੇਗਾ। ਇਮੋਸ਼ਨਲ ਹੁੰਦਾ ਹੈ। ਔਰ ਇਸ ਬੰਦੇ ਦੀ ਇੱਕ ਨਿਸ਼ਾਨੀ ਹੁੰਦੀ ਹੈ ਕਿ ਨਿਰਾਸ਼ਾਵਾਦੀ ਹੁੰਦਾ ਹੈ, ਨੈਗੇਟਿਵ ਥਿੰਕਿੰਗ ਹੁੰਦੀ ਹੈ ਜੀ। ਔਰ ਜੋ ਚਿੰਤਾਵਾਨ ਮਨੁੱਖ ਹੈ ਨਾ, ਉਹਦੀ ਯਾਦਦਾਸ਼ਤ ਵੀ ਕਮਜ਼ੋਰ ਹੋ ਜਾਂਦੀ ਹੈ। ਰੀਜ਼ਨ ਕਿ ਉਹ ਆਪਣਾ ਸਾਰਾ ਧਿਆਨ ਆਪਣੀ ਚਿੰਤਾ ਤੇ ਹੀ ਕੇਂਦਰਿਤ ਕਰੀ ਰੱਖਦਾ ਹੈ, ਦੂਜੇ ਪਾਸੇ ਧਿਆਨ ਨਹੀਂ ਜਾਂਦਾ, ਇਸ ਲਈ ਉਹਦੀ ਯਾਦਦਾਸ਼ਤ ਵੀ ਕਮਜ਼ੋਰ ਹੋ ਜਾਂਦੀ ਹੈ। ਚਿੰਤਾਵਾਨ ਦੇ ਸੁਭਾਅ ਦਾ 8ਵਾਂ ਜਿਹੜਾ ਹੈ ਨਿਸ਼ਾਨੀ ਇਹ ਹੈ ਕਿ ਉਹ ਤੁਰੰਤ ਫੈਸਲੇ ਨਹੀਂ ਲੈ ਸਕਦਾ। ਉਹਨੇ ਜੇ ਫੈਸਲਾ ਲੈਣਾ ਹੋਵੇ, ਮੈਂ ਕੱਲ ਕਰਾਂਗਾ, ਪਰਸੋਂ ਕਰਾਂਗਾ, ਸੋਚ ਕੇ ਦੱਸਾਂਗਾ, ਘਰ ਵਾਲੀ ਤੋਂ ਪੁੱਛਾਂਗਾ, ਫਲਾਂ ਤੋਂ ਕਰਾਂਗਾ, ਉਹ ਆਪਣੇ ਫੈਸਲੇ ਨਹੀਂ ਲੈ ਸਕਦਾ ਜਲਦੀ ਔਰ ਉਹਦਾ ਆਤਮ ਵਿਸ਼ਵਾਸ ਖਤਮ ਹੋ ਜਾਂਦਾ। ਉਹਨੂੰ ਆਪਣੇ ਆਪ ਤੇ ਭਰੋਸਾ ਨਹੀਂ ਰਹਿੰਦਾ, ਆਤਮ ਵਿਸ਼ਵਾਸ ਖਤਮ ਹੋ ਜਾਂਦਾ ਹੈ ਤੇ ਨਾਲ ਉਹ ਸਦਾ ਹੈਰਾਨ ਤੇ ਪਰੇਸ਼ਾਨ ਰਹਿੰਦਾ ਹੈ। ਉਹਦਾ ਮਨ ਬੜਾ ਉਚਾਟ ਰਹਿੰਦਾ ਹੈ, ਉਹਦਾ ਮਨ ਉਖੜਿਆ ਹੋਇਆ ਰਹਿੰਦਾ ਹੈ। ਇਹ ਚਿੰਤਾਵਾਨ ਮਨੁੱਖ ਦੇ ਸੁਭਾਅ ਦੀਆਂ ਨਿਸ਼ਾਨੀਆਂ।
ਹੁਣ ਚਿੰਤਾਵਾਨ ਜੋ ਮਨੁੱਖ ਹੈ, ਜੋ ਚਿੰਤਾ ਰੋਗ ਦਾ ਸ਼ਿਕਾਰ ਹੋ ਗਿਆ ਹੈ, ਉਹਦੇ ਕੁਝ ਸਰੀਰਕ ਲੱਛਣ ਵੀ ਹੁੰਦੇ ਨੇ। ਫਿਜ਼ੀਕਲੀ ਉਹਦੀਆਂ ਕੁਝ ਨਿਸ਼ਾਨੀਆਂ ਨੇ। ਉਹਦੇ ਦਿਲ ਦਾ ਧੜਕਾ ਵੱਧ ਜਾਂਦਾ, ਥੋੜੀ ਜਿਹੀ ਗੱਲ ਤੋਂ ਉਹਦਾ ਦਿਲ ਧੜਕੇਗਾ, ਤੇ ਫਿਰ ਕਈ ਵਾਰ ਉਹਨੂੰ ਸ਼ੱਕ ਹੋ ਜਾਂਦਾ ਸ਼ਾਇਦ ਮੈਂ ਦਿਲ ਦਾ ਹੀ ਰੋਗੀ ਹੋ ਗਿਆ ਵਾਂ, ਯਾਨੀ ਦਿਲ ਦਾ ਉਹਦਾ ਧੜਕਣਾ ਜ਼ਿਆਦਾ ਥੋੜਾ ਹੁੰਦਾ ਹੈ। ਕਈ ਵਾਰ ਉਹ ਆਪਣੇ ਪੇਟ ਦੇ ਅੰਦਰ ਗੈਸ ਔਰ ਹਵਾ ਮਹਿਸੂਸ ਕਰਦਾ ਹੈ ਕਿ ਜਿਵੇਂ ਮੇਰੇ ਪੇਟ ਦੇ ਅੰਦਰ ਗੈਸ ਦਾ ਗੋਲਾ ਬਣਿਆ ਹੋਇਆ ਹੈ। ਸੰਘ ਦੇ ਅੰਦਰ ਉਹ ਇੱਥੇ ਗੋਲਾ ਮਹਿਸੂਸ ਕਰਦਾ ਹੈ ਕਿ ਮੇਰੇ ਸੰਘ ਦੇ ਅੰਦਰ ਕੋਈ ਚੀਜ਼ ਫਸੀ ਹੋਈ ਹੈ, ਤੇ ਕਈ ਵਾਰੀ ਕਹਿੰਦਾ ਡਾਕਟਰ ਜੀ ਮੇਰੇ ਸੰਘ ਦੇ ਵਿੱਚ ਗੋਲਾ ਫਸਿਆ ਹੁੰਦਾ ਹੈ, ਤੇ ਕਈ ਵਾਰ ਫਿਰ ਉਹ ਇੱਕੋ ਵਾਰੀ ਗੁੜ ਕਰਕੇ ਨਿਕਲ ਜਾਂਦਾ। ਯਾਨੀ ਇਹ ਉਹਦੀਆਂ ਨਿਸ਼ਾਨੀਆਂ ਨੇ ਸਰੀਰ ਦੀਆਂ। ਜੋ ਚਿੰਤਾ ਰੋਗ ਦਾ ਗ੍ਰਸਿਆ ਹੋਇਆ ਬੰਦਾ ਹੈ, ਸ਼ਿਕਾਰ ਆਦਮੀ ਹੈ, ਉਹਨੂੰ ਸਿਰ ਦਰਦ ਵੀ ਰਹਿੰਦੀ ਹੈ, ਕਦੀ ਤੇਜ਼ ਵੀ ਹੋ ਸਕਦੀ ਹੈ ਔਰ ਕਦੇ ਥੋੜੀ ਥੋੜੀ ਵੀ ਹੋ ਸਕਦੀ ਹੈ। ਉਹਨੂੰ ਸਿਰ ਦੇ ਵਿੱਚ ਦਰਦ ਰਹਿੰਦੀ ਹੈ। ਉਹਦੇ ਸਰੀਰਕ ਚਿੰਨ੍ਹਾਂ ਵਿੱਚ ਨੌਵੀਂ ਉਹਦੀ ਨਿਸ਼ਾਨੀ ਹੈ ਕਿ ਉਹ ਕਬਜ਼ ਦਾ ਸ਼ਿਕਾਰ ਹੋ ਜਾਂਦਾ ਹੈ। ਉਹ ਨੀਂਦਰਾ ਉਹਨੂੰ ਹਮੇਸ਼ਾ ਬਣਿਆ ਰਹਿੰਦਾ ਹੈ, ਉਹਦੀ ਨੀਂਦ ਪੂਰੀ ਨਹੀਂ ਹੁੰਦੀ, ਥੋੜੀ ਥੋੜੀ ਦੇਰ ਬਾਅਦ ਨੀਂਦ ਖੁੱਲਦੀ ਆਉਂਦੀ ਹੈ, ਨੀਂਦ ਉਹਨੂੰ ਰੱਜ ਕੇ ਆਉਂਦੀ ਨਹੀਂ। ਉਹਦੇ ਅੰਦਰ ਕਾਮ ਰੁਚੀ ਵੀ ਘਟ ਜਾਂਦੀ ਹੈ। ਫਿਰ ਉਹਨੂੰ ਚੱਕਰ ਆਉਂਦੇ ਨੇ, ਕਈ ਵਾਰ ਪੇਟ ਦੇ ਵਿੱਚ ਦਰਦ ਵੀ ਰਹਿ ਸਕਦੀ ਹੈ। ਉਹਦੀ ਧੌਣ ਦੇ ਪਿੱਛੇ ਵੀ ਦਰਦ ਹੋ ਸਕਦਾ ਹੈ ਕਿ ਮੇਰੀ ਗਰਦਨ ਦੇ ਪਿੱਛੇ ਦਰਦ ਹੁੰਦਾ ਹੈ। ਫਿਰ ਸਰੀਰਕ ਤੌਰ ਤੇ ਉਹ ਥੱਕਿਆ ਥੱਕਿਆ ਮਹਿਸੂਸ ਕਰਦਾ ਹੈ, ਸਾਰੀ ਰਾਤ ਸੌਂ ਕੇ ਉੱਠੇਗਾ ਤੇ ਸਵੇਰੇ ਉੱਠਦਿਆਂ ਸਾਰ ਫਿਰ ਇੰਝ ਮਹਿਸੂਸ ਹੋਏਗਾ ਕਿ ਮੈਂ ਬਹੁਤ ਥੱਕਿਆ ਹੋਇਆ ਹਾਂ। ਉਹ ਸਰੀਰਕ ਤੌਰ ਤੇ ਥਕਾਵਟ ਮਹਿਸੂਸ ਕਰਦਾ ਹੈ। ਚਿੰਤਾਵਾਨ ਮਨੁੱਖ ਦੀ ਭੁੱਖ ਵੀ ਘਟ ਜਾਂਦੀ ਹੈ ਔਰ ਉਹਦੀ ਅੱਖਾਂ ਦੇ ਅੰਦਰ ਹਮੇਸ਼ਾ ਖਿਚਾਵ ਬਣਿਆ ਰਹਿੰਦਾ ਹੈ, ਉਹਦੀਆਂ ਅੱਖਾਂ ਖਿੱਚੀਆਂ ਖਿੱਚੀਆਂ ਰਹਿੰਦੀਆਂ ਨੇ। ਔਰ ਕਈ ਵਾਰ ਐਸੇ ਮਨੁੱਖਾਂ ਨੂੰ ਜਿਹੜਾ ਸਾਹ ਹੈ ਉਹ ਵੀ ਰੁਕ ਰੁਕ ਕੇ ਆਉਂਦਾ ਹੈ। ਹੁਣ ਇਹ ਉਹਦੀਆਂ ਸਰੀਰਕ ਨਿਸ਼ਾਨੀਆਂ ਨੇ। ਥੋੜਾ ਜਿਹਾ ਸਾਨੂੰ ਇਹ ਸੋਚਣਾ ਪਵੇਗਾ ਕਿ ਅਸੀਂ ਚਿੰਤਾ ਰੋਗ ਜੋ ਹੈ ਸਾਡੇ ਉੱਤੇ ਕਿਵੇਂ ਪ੍ਰਭਾਵ ਪਾਉਂਦਾ ਹੈ, ਕਿਉਂਕਿ ਜੋ ਸਾਡੇ ਇਮੋਸ਼ਨਸ ਨੇ, ਸਾਡੀਆਂ ਜੋ ਸਰੀਰ ਦੇ ਅੰਦਰ ਤਰੰਗਾਂ ਨੇ ਨਾ, ਉਹ ਸਾਡੇ ਸਰੀਰ ਦੇ ਉੱਤੇ ਪ੍ਰਭਾਵ ਪਾਉਂਦੀਆਂ ਨੇ। ਸਾਡੇ ਦਿਮਾਗ ਦੇ ਅੰਦਰੋਂ ਦੋ ਤਰ੍ਹਾਂ ਦੇ ਵੇਵਸ ਪੈਦਾ ਹੁੰਦੀਆਂ ਨੇ, ਇਮੋਸ਼ਨਸ ਪੈਦਾ ਹੁੰਦੇ ਨੇ, ਪਲੀਜ਼ੈਂਟ ਇਮੋਸ਼ਨਸ ਔਰ ਅਨਪਲੀਜ਼ੈਂਟ ਇਮੋਸ਼ਨਸ, ਖੁਸ਼ੀ ਦੇ ਭਾਵ ਔਰ ਚਿੰਤਾ ਦੇ ਭਾਵ। ਹੁਣ ਤਰੰਗ ਮਨੁੱਖ ਦੇ ਦਿਮਾਗ ਦੇ ਅੰਦਰ ਕਿਸੇ ਖਿਆਲ ਰਾਹੀਂ ਪੈਦਾ ਹੁੰਦੀ ਹੈ ਔਰ ਦਿਮਾਗ ਵਿੱਚ ਪੈਦਾ ਹੋ ਕੇ ਸਰੀਰ ਦੇ ਹਰ ਹਿੱਸੇ ਦੇ ਉੱਤੇ ਪ੍ਰਭਾਵ ਪਾ ਕੇ ਉਹ ਤਰੰਗ ਖਤਮ ਹੋ ਜਾਂਦੀ ਹੈ, ਉਹਦਾ ਕੰਮ ਖਤਮ ਹੋ ਗਿਆ। ਜੇ ਤਾਂ ਤਰੰਗ ਬਹੁਤ ਚੰਗੀ ਹੈ, ਪਲੀਜ਼ੈਂਟ ਇਮੋਸ਼ਨਸ ਨੇ, ਤਾਂ ਸਿਰ ਤੋਂ ਲੈ ਕੇ ਪੈਰਾਂ ਤੱਕ ਇੱਕ ਝਰਨਾਟ ਵੀ ਪੈਦਾ ਹੁੰਦੀ ਹੈ ਔਰ ਸਰੀਰ ਨੂੰ ਬੜੀ ਖੁਸ਼ੀ ਪ੍ਰਦਾਨ ਕਰਕੇ ਉਹ ਝਰਨਾਟ ਖਤਮ ਹੋ ਜਾਂਦੀ ਹੈ। ਤੇ ਕਈ ਵਾਰ ਮਨੁੱਖ ਐਸੀ ਤਰੰਗ ਵਾਸਤੇ ਬਾਰ-ਬਾਰ ਲੋਚਦਾ ਹੈ। ਤੇ ਜੋ ਅਨਪਲੀਜ਼ੈਂਟ ਇਮੋਸ਼ਨਸ ਨੇ, ਉਹ ਮਨੁੱਖ ਦੇ ਦਿਮਾਗ ਚੋਂ ਕਿਸੇ ਵਿਚਾਰ ਕਰਕੇ ਪੈਦਾ ਹੁੰਦੀਆਂ ਨੇ ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਆਪਣਾ ਇੱਕ ਗਲਤ ਪ੍ਰਭਾਵ ਪਾ ਕੇ ਉਹ ਤਰੰਗ ਖਤਮ ਹੋ ਜਾਂਦੀ ਹੈ, ਜੋ ਸਾਡੇ ਅੰਦਰ ਕਈ ਸਾਰੇ ਰੋਗ ਪੈਦਾ ਕਰ ਜਾਂਦੀ ਹੈ। ਇਸ ਲਈ ਜੇ ਮਨੁੱਖ ਆਪਣੇ ਇਮੋਸ਼ਨਸ ਤੇ ਕੰਟਰੋਲ ਕਰ ਲਵੇ ਤਾਂ ਇਹ ਬਹੁਤ ਕੁਝ ਜੀਵਨ ਦੇ ਅੰਦਰ ਕਰ ਸਕਦਾ ਹੈ। ਦੂਜੀ ਗੱਲ ਇਹ ਕਿ ਤਰੰਗਾਂ ਦੇ ਨਾਲ ਪ੍ਰਾਣ ਅੰਗ ਤੇਜ਼ ਚੱਲਣ ਲੱਗ ਜਾਂਦੇ ਨੇ, ਜਿਸ ਤਰ੍ਹਾਂ ਦਿਲ ਦਾ ਧੜਕਣਾ, ਸਾਹ ਚੜਨਾ, ਪੇਟ ਵਿੱਚ ਦਰਦ ਹੋਣਾ, ਪ੍ਰਾਣ ਅੰਗ ਇਹ ਨੇ ਦਿਲ, ਫੇਫੜੇ, ਆਂਦਰਾ ਆਦਿ। ਜਦੋਂ ਕੋਈ ਅਨਪਲੀਜ਼ੈਂਟ ਇਮੋਸ਼ਨ ਸਾਡੇ ਦਿਮਾਗ ਅੰਦਰ ਪੈਦਾ ਹੁੰਦਾ ਹੈ ਤਾਂ ਸਾਡੇ ਦਿਲ, ਫੇਫੜੇ, ਆਂਦਰਾ ਆਦਿਕ ਇਹ ਸਾਰੇ ਅੰਗ ਤੇਜ਼ ਚੱਲਣ ਲੱਗਦੇ ਨੇ, ਜਿਸ ਕਰਕੇ ਸਾਡੇ ਸਰੀਰ ਦੇ ਅੰਦਰ ਕੋਈ ਗੜਬੜ ਹੁੰਦੀ ਹੈ। ਹੁਣ ਜੋ ਚੰਗੀਆਂ ਤਰੰਗਾਂ ਨੇ ਇਹ ਕਿਵੇਂ ਪੈਦਾ ਹੁੰਦੀਆਂ ਨੇ? ਚੰਗੀਆਂ ਤਰੰਗਾਂ ਸਬਰ, ਸੰਤੋਖ, ਹਿੰਮਤ, ਖੁਸ਼ੀ, ਹੱਸਣਾ, ਖੇਡਣਾ, ਪਿਆਰ, ਮੁਹੱਬਤ, ਸੇਵਾ, ਮਿਲਵਰਤਨ ਤੋਂ ਪੈਦਾ ਹੁੰਦੀਆਂ ਨੇ। ਇਹ ਸਿਹਤ ਲਈ ਬਹੁਤ ਚੰਗੀਆਂ ਨੇ। ਯਾਨੀ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਸਿਹਤ ਠੀਕ ਰਹੇ, ਸਾਡੇ ਦਿਮਾਗ ਤੋਂ ਪਲੀਜ਼ੈਂਟ ਇਮੋਸ਼ਨਸ ਪੈਦਾ ਹੋਣ, ਤਾਂ ਫਿਰ ਇਹ ਸ਼ੁਭ ਗੁਣਾਂ ਰਾਹੀਂ ਪੈਦਾ ਹੁੰਦੀਆਂ ਨੇ। ਤੇ ਜੋ ਅਨਪਲੀਜ਼ੈਂਟ ਇਮੋਸ਼ਨਸ ਨੇ, ਜੋ ਸਾਡੇ ਅੰਦਰ ਚਿੰਤਾ ਰੋਗ ਵੀ ਪੈਦਾ ਕਰਦੇ ਨੇ ਔਰ ਸਰੀਰਕ ਰੋਗ, ਭੈੜੀਆਂ ਤਰੰਗਾਂ ਪੈਦਾ ਹੁੰਦੀਆਂ ਨੇ, ਗਮ, ਡਰ, ਫਿਕਰ, ਚਿੰਤਾ, ਨਫ਼ਰਤ, ਮਾਯੂਸੀ,
ਨਿੰਦਿਆ, ਚੁਗਲੀ, ਗੁੱਸਾ, ਈਰਖਾ ਤੇ ਗਿਲਟੀ ਕੌਨਸ਼ੀਅਸਨੈਸ यानी गिल्टी फील करनी, दोषी भाव महसूस करना, इन्हां कल्पनावां तो अनप्लीजेंट इमोशंस पैदा होंदियां ने। हुण मनुख दे अपने हथ विच एक कैसे विचार पैदा करेगा। किसे गल दी हमेशा हमेशा चिंता करदे रहना, ये चिंता दा अभ्यास है ते चिंता दा अभ्यास जिहड़ा मनुख नूं इमोशनल बना दिंदा है, तरंगी बना दिंदा है, तरंगी रोग लगा दिंदा है। आम बंदे कहते हैं कि चिंता का जो रोगी है ना, वो सारा दिन सोचता है कि यह गल की चिंता, कोई घटना वापर गई तो चिंता बारे सोचता रहता है। ते जिस दिन उन्होंने कोई चिंता ना होवे, उन्होंने ये चिंता लग जाती है कि अज कोई नवी चिंता पैदा क्यों नहीं हुई, क्योंकि वो सोचते ये है। जिस दिन चिंता है, चिंता विच मस्त है, सोची जा रहा है, ते जिस दिन कोई चिंता नहीं, उन्होंने ये चिंता होंदी कि अज कोई चिंता हुई क्यों नहीं। इस तरह वो तरंगी हो जाता है। ਜਦੋਂ ਤੁਸੀਂ ਕਾਮ ਕ੍ਰੋਧ ਵਿੱਚ ਆਉਂਦੇ ਹੋ, ਦੁਖੀ ਹੁੰਦੇ ਹੋ, ਜਦੋਂ ਕ੍ਰੋਧ ਵਿੱਚ ਹੁੰਦੇ ਹੋ, ਦੁਖੀ ਹੁੰਦੇ ਹੋ ਤੇ ਉਦੋਂ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ। ਪਰ ਇਸ ਦੁੱਖ ਦਾ ਕਾਰਨ ਕੋਈ ਹੋਰ ਨਹੀਂ, ਇਸ ਦੁੱਖ ਦਾ ਕਾਰਨ ਅਸੀਂ ਆਪ ਹਾਂ, ਕਿਉਂਕਿ ਕ੍ਰੋਧ ਅਸੀਂ ਖੁਦ ਕੀਤਾ ਹੈ ਔਰ ਕ੍ਰੋਧ ਦੇ ਅੰਦਰ ਆ ਕੇ ਬੀਪੀ ਵਗੈਰਾ ਦੇ ਰੋਗ ਅਸੀਂ ਆਪ ਸਹੇੜ ਲੈਂਦੇ। अगला पॉइंट है कि मनुख चिंता करनी सिख किवें जांदा है। ये गल्लां याद रखण योग ने। चिंता का अभ्यास करना, चिंता करनी सीखना है जिवें कोई हारमोनीयम दियां सुरां वजाए, पर ओदा सिखण दा प्रयोजन नहीं कि मैं सीखना चाहुंदा, पर जे रोज सुरां वजांदियां वजांदा रहे, अभ्यास करदा रहे, तां वो हारमोनीयम वजाना सीख जाएगा, ओदा मास्टर बन जाएगा। हालांकि वो चाहता नहीं सी सीखना। इसे तरह असी चिंता रोग नूं सहेड़ना नहीं चाहते, पर जे असी बार बार चिंता करते हाँ तो असी चिंता करनी सीख जाते हाँ और एक दिन असी चिंता दे स्पैशलिस्ट बन जाते हैं, चिंता दे मास्टर हो जाते हैं, क्योंकि असी सीख रहे हैं, अभ्यास कर रहे हैं। चंगियां तरंगां चंगा जीवन पैदा करदियां ने और माड़ियां तरंगां माड़ा जीवन पैदा करदियां ने। हर वेले चिंता करते रहना, ये चिंता करन दे अंदर बहुत, चिंता नूं छड्डण विच बड़ी वड्डी रुकावट है। मनुख चंगियां तरंगां पैदा करनियां सीख सकदा है जे ये चाहे तां। जिवें मैं कल कहा सी ना, वर्डिंग बोलनी, जे बंदा हर टाइम सोचे कि मेरे चेहरे ते नूर, मेरी अखां विच चमक, मेरे बुल्लां ते मुस्कुराहट है, मेरे अंदर हर काम करन दी ताकत है, मैं तंदुरुस्त हाँ, मैं अपने सज्जना मित्रां रिश्तेदारां भैणां भरावां तो संतुष्ट हाँ, मैं खुश हाँ, मैं प्रसन्न हाँ, मेरी याददाश्त बहुत तेज है, हर काम करन दी मेरे अंदर क्षमता है, रब दा इह संसार बड़ा सुहावना है, इत्थे चार चुफेरे खुशियां, प्रसन्नतावां और सफलतावां मौजूद ने। जे बंदा बार बार इन्हां चीज़ां नूं रिपीट करे, बार बार इस बारे सोचे, बार बार ऐसा एक्शन करे, बार बार ऐसी फीलिंग लवे, तां बंदा ऐसा हो जाएगा। जिवें बंदा बार बार चिंता करके चिंता करनी सीख जाता ना, माड़े इमोशनस पैदा करने, इवें ये चंगियां तरंगां भी पैदा कर सकता है। तां इस करके जदों किसी चीज का अभ्यास बार बार किया जाता है ना, वो पक जाता है, तो फिर उस चीज का सिमरन एक स्वचालक चक्कर बन जाता है। वो फिर अपने आप रिपीट हो जांदियां ने, चाहे वो चिंता करनी सीख लवे जां वो खुशी सीख लवे। हुण सवाल पैदा हुंदा है कि जे किसी की जिंदगी विच चिंता करनी कोई सीख गया है, चिंता रोग का शिकार हो गया है, तां असीं ओहदा की हैल्प कर सकते हैं, असीं की सहायता कर सकते हैं। सब तो पहला ओहदी गलबात का सुधार होना चाहिए। तां इहदे लई पहला पॉइंट है कि जे चिंता दे शिकार कोई हो गया है, तो सब तो पहली गल है कि अपने दुख ना फरोलते रहो, हमेशा अपने दुख लोगों नूं ना दसते रहो। कई लोग हुंदे ने जदों जाणगे ना ते अपने दुखड़े रोने शुरू कर देंगे कि मैं घरदियां तो परेशान हाँ, पत्नी तो परेशान हाँ, पति तो परेशान हाँ, नूह तो, सस तो, जां किसी भी तरह अपने दुख रोंदे ने। हुण कई बार असीं कहने आ कि दूजियां नूं दुख दस्सण दे नाल दुख घट जांदे ने, हकीकत ते घटदे ने, पर हर एक दे अगे चीज जदों असीं बोलदे आ तां असीं बार बार रिपीट करदे आ
ਤੇ ਜਿਹੜੀ ਚੀਜ਼ ਬਾਰ-ਬਾਰ ਰਿਪੀਟ ਕਰਦੇ ਹਾਂ ਉਹ ਸਾਨੂੰ ਯਾਦ ਰਹੀ ਜਾਂਦੀ ਹੈ, ਅਸੀਂ ਉਹਨੂੰ ਭੁੱਲ ਨਹੀਂ ਰਹੇ, ਅਸੀਂ ਯਾਦ ਕਰ ਰਹੇ ਹਾਂ। ਇਹਦਾ ਮਤਲਬ ਅਸੀਂ ਆਪਣੇ ਦੁੱਖ ਦਾ ਅਭਿਆਸ ਕਰ ਰਹੇ ਹਾਂ। ਇਸ ਲਈ ਜਦੋਂ ਤੁਹਾਡੇ ਤੋਂ ਕੋਈ ਪੁੱਛੇ ਨਾ ਕੀ ਹਾਲ ਹੈ, ਤੁਸੀਂ ਕਹੋ ਬਿਲਕੁਲ ਠੀਕ ਹਾਂ, ਚੜ੍ਹਦੀ ਕਲਾ ਵਿੱਚ ਹਾਂ, ਚੜ੍ਹਦੀ ਕਲਾ ਵਿੱਚ ਹਾਂ, ਖੁਸ਼ ਹਾਂ, ਪ੍ਰਸੰਨ ਹਾਂ, ਸੇ ਠੀਕ ਹੈ। ਹੁਣ ਜਦੋਂ ਬਾਰ-ਬਾਰ ਮਤਲਬ ਆਪਣੇ ਬਾਰੇ ਕੋਈ ਰੋਗਾਂ ਨੂੰ ਦੱਸੇਗਾ ਤਾਂ ਇਹ ਗੱਲ ਠੀਕ ਨਹੀਂ। ਇਸ ਲਈ ਜੋ ਇਨਸਾਨ ਚਿੰਤਾ ਕਰਨੀ ਛੱਡਣੀ ਚਾਹੁੰਦਾ ਹੈ ਤਾਂ ਉਹਨੂੰ ਆਪਣੀ ਸਭ ਤੋਂ ਪਹਿਲਾਂ ਵਰਡਿੰਗ ਚੇਂਜ ਕਰਨੀ ਚਾਹੀਦੀ ਹੈ ਕਿ ਮੈਂ ਠੀਕ ਹਾਂ, ਖੁਸ਼ ਹਾਂ, ਪ੍ਰਸੰਨ ਹਾਂ। ਚਿੰਤਾ ਦਾ ਅਭਿਆਸ ਤੋੜਨ ਵਾਸਤੇ ਮਨੁੱਖ ਨੂੰ ਸੁੱਖ ਔਰ ਸ਼ਾਂਤੀ ਭਰੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ, ਸੁੱਖ ਸ਼ਾਂਤੀ ਵਾਲੀਆਂ ਗੱਲਾਂ, ਕਿਉਂਕਿ ਇਸ ਦੁਨੀਆ ਦੇ ਅੰਦਰ ਕੋਈ ਵੀ ਚੀਜ਼ ਨਿਕੰਮੀ ਨਹੀਂ ਹੈ। ਜੋ ਤੁਹਾਡੀ ਖਰਾਬ ਘੜੀ ਹੈ ਨਾ ਦੀਵਾਰ ਦੇ ਨਾਲ, ਜਿਹਦਾ ਸੈੱਲ ਬੰਦ ਖਤਮ ਹੋ ਗਿਆ ਹੈ, 24 ਘੰਟਿਆਂ ਦੇ ਵਿੱਚ 2 ਵਾਰੀ ਉਹ ਘੜੀ ਵੀ ਟਾਈਮ ਠੀਕ ਦੱਸਦੀ ਹੈ। 24 ਘੰਟਿਆਂ ਵਿੱਚ 2 ਵਾਰੀ ਖਰਾਬ ਘੜੀ ਵੀ ਟਾਈਮ ਠੀਕ ਦੱਸਦੀ ਹੈ। ਇਸ ਦੁਨੀਆ ਵਿੱਚ ਕੁਝ ਵੀ ਮਾੜਾ ਨਹੀਂ ਹੈ, ਸਭ ਕੁਝ ਚੰਗਾ ਹੈ, ਪਰਿਪੂਰਨ ਪ੍ਰਭੂ ਨੇ ਸਭ ਕੁਝ ਠੀਕ ਪੈਦਾ ਕੀਤਾ ਹੈ। ਇਸ ਲਈ ਸੁੱਖ ਸ਼ਾਂਤੀ ਭਰੀਆਂ ਗੱਲਾਂ ਕਰੋ। ਜੇ ਕੋਈ ਪੁੱਛੇ ਤੁਹਾਡਾ ਕੀ ਹਾਲ ਹੈ ਤਾਂ ਜਵਾਬ ਦਿਓ ਚੰਗਾ ਹੈ, ਬਹੁਤ ਚੰਗਾ ਹੈ, ਚੜ੍ਹਦੀ ਕਲਾ ਹੈ। ਫਿਰ ਜਿਹੜਾ ਬੰਦਾ ਚਿੰਤਾ ਰੋਗ ਦਾ ਸ਼ਿਕਾਰ ਹੈ ਨਾ, ਉਹਨੂੰ ਇਹ ਕਦੇ ਨਾ ਕਹੋ ਯਾਰ ਤੂੰ ਤੇ ਰੋਜ਼ ਨਿਗਰਦਾ ਹੀ ਜਾਂਦਾ, ਕੀ ਆਪਣੀ ਤੂੰ ਹਾਲਾਤ ਬਣਾ ਲਈਏ, ਚੰਗਾ ਸੋਚਿਆ ਕਰ, ਤੂੰ ਤੇ ਆਪਣਾ ਸਰੀਰ ਹੀ ਕਮਜ਼ੋਰ ਕਰ ਲਿਆ ਹੈ। ਦੇਖੋ ਬੇਸ਼ੱਕ ਅਸੀਂ ਉਹਦੇ ਸ਼ੁਭ ਚਿੰਤਕ ਹਾਂ, ਵੈਲ ਵਿਸ਼ਰ ਹਾਂ, ਪਰ ਜਦੋਂ ਅਸੀਂ ਉਹਨੂੰ ਕਵਾਂਗੇ ਯਾਰ ਤੂੰ ਇਹ ਕੀ ਹਾਲ ਬਣਾ ਲਿਆ, ਤਾਂ ਉਹਦੇ ਅੰਦਰ ਹੋਰ ਭੈ ਪੈਦਾ ਹੋ ਜਾਂਦਾ ਕਿ ਹੁਣ ਸ਼ਾਇਦ ਮੈਂ ਮਰਨ ਲਈ ਤਿਆਰ ਹਾਂ। ਇੱਥੇ ਲੋਕ ਪਤਾ ਲੈਣ ਜਾਣ ਨਾ ਤੇ ਲੋਕ ਕਹਿੰਦੇ ਨੇ ਵੀ ਤੂੰ ਠੀਕ ਹੋ ਰਿਹਾ ਹੈ। ਇੱਥੇ ਲੋਕ ਖੂਨ ਵਗੈਰਾ ਚੈੱਕ ਕਰਾਉਣ ਨਾ ਤੇ ਫਿਰ ਜੇ ਖੂਨ ਦੇ ਵਿੱਚ ਕੋਈ ਗੜਬੜ ਨਾ ਆਵੇ ਤਾਂ ਥੈਂਕਸ ਗੋਡ ਵੀ ਸਭ ਕੁਝ ਠੀਕ ਹੈ, ਧੰਨਵਾਦ। ਤੇ ਇੰਡੀਆ ਵਿੱਚ ਅਸੀਂ ਖੂਨ ਚੈੱਕ ਕਰਾਈਏ ਤੇ ਜੇ ਡਾਕਟਰ ਕਵੇ ਨਾ ਵੀ ਕੋਈ ਗੜਬੜ ਨਹੀਂ, ਅਸੀਂ ਆਨੇ ਯਾਰ 300 ਰੁਪਇਆ ਵੀ ਲੱਗ ਗਿਆ ਤੇ ਵਿੱਚ ਕੁਛ ਆਇਆ ਵੀ ਨਹੀਂ, ਯਾਨੀ ਕੁਛ ਆਉਣਾ ਜ਼ਰੂਰੀ ਹੈ, 300 ਰੁਪਇਆ ਲੱਗਾ। ਤਾਂ ਜ਼ਰੂਰਤ ਹੈ ਕਿ ਚਿੰਤਾਵਾਨ ਨੂੰ ਉਹ ਗੱਲ ਸੁਣੀ ਨਾ ਤੁਸੀਂ, ਕੋਈ ਮਾਤਾ ਗਈ ਸੀ ਪਤਾ ਲੈਣ ਬੰਦੇ ਦਾ, ਕਹਿਣ ਲੱਗੀ ਕਾਕਾ ਕੀ ਹਾਲ ਹੈ, ਕਹਿਣ ਲੱਗਾ ਮਾਤਾ ਹੁਣ ਠੀਕ ਹੈ ਤੇ ਮੈਂ ਹੁਣ ਵੱਲ ਨਾ ਤੇ ਹੁਣ ਕਾਫੀ ਫਰਕ ਹੈ ਅੱਗੇ ਨਾਲੋਂ। ਕਹਿੰਦੀ ਘੱਟਾ ਵੱਲ ਹੈ, ਤੇਰਾ ਤੇ ਰੰਗ ਪੀਲਾ ਹੋਇਆ ਪਿਆ, ਤੇਰੀਆਂ ਤੇ ਹੱਡੀਆਂ ਨਿਕਲ ਪਈਆਂ ਨੇ। ਇਹ ਬਿਮਾਰੀ ਸਾਡੇ ਗੁਆਂਢੀ ਮੁੰਡੇ ਨੂੰ ਹੋਈ ਸੀ, ਉਹ 7ਵੇਂ ਦਿਨ ਮਰ ਗਿਆ ਸੀ, ਤੈਨੂੰ ਕਿਤੋਂ ਦੇਣਾ। ਬੰਦਾ ਪੁੱਛੇ ਵੀ ਪਤਾ ਲੈਣ ਆਈ ਹੈ ਕਿ ਮਾਰਨ ਲਈ, ਅਗਲਾ ਅਗਲੇ ਦੀਆਂ ਗੱਲਾਂ ਨਾਲ ਹੀ ਮਰ ਜਾਂਦਾ ਹੈ। ਇਸ ਲਈ ਚਿੰਤਾਵਾਨ ਨੂੰ ਇਹ ਕਦੇ ਨਾ ਕਹੋ ਡਿਪਰੈਸ਼ਨ ਦੇ ਸ਼ਿਕਾਰ ਨੂੰ ਕਿ ਤੂੰ ਨਿੱਘਰਦਾ ਜਾਂਦਾ ਹੈ, ਤੇਰੀ ਹਾਲਤ ਕਮਜ਼ੋਰ। ਐਸੇ ਨੈਗੇਟਿਵ ਬੋਲ ਉਹਦੇ ਅੱਗੇ ਕਦੇ ਵੀ ਨਾ ਬੋਲੋ। ਡਿਪਰੈਸ਼ਨ ਦੇ ਸ਼ਿਕਾਰ ਮਰੀਜ਼ ਨੂੰ ਠੀਕ ਕਰਨ ਵਾਸਤੇ ਸਭ ਤੋਂ ਜ਼ਿਆਦਾ ਜੋ ਸਹਿਯੋਗ ਹੈ ਉਹ ਉਤਲਿਆਂ ਦਾ ਹੁੰਦਾ ਹੈ, ਘਰ ਵਾਲਿਆਂ ਦਾ, ਜਿਹੜੇ ਉਹਨੂੰ ਸੰਭਾਲ ਰਹੇ ਨੇ। ਉਹਦੇ ਨਾਲ ਪਿਆਰ ਭਰਾ ਵਤੀਰਾ ਕਰੋ, ਉਹਦੇ ਸਾਹਮਣੇ ਪੋਜ਼ਿਟਿਵ ਵਿਚਾਰ ਰੱਖੋ ਔਰ ਉਹਨੂੰ ਇਹ ਕਹੋ ਕਿ ਤੂੰ ਹਰ ਰੋਜ਼ ਠੀਕ ਹੋ ਰਿਹਾ ਹੈ, ਤੇਰੀ ਸਿਹਤ ਠੀਕ ਹੋ ਰਹੀ ਹੈ, ਅੱਜ ਤੇ ਬੜਾ ਖੁਸ਼ ਨਜ਼ਰ ਨਹੀਂ ਪੈ ਰਿਹਾ। ਨੈਗੇਟਿਵ ਸੋਚ ਤੇ ਨਿਰਾਸ਼ਾਜਨਕ ਵਿਚਾਰਾਂ ਤੋਂ ਸਾਵਧਾਨ ਰਹੋ। ਜਿਹੋ ਜਿਹੇ ਤੁਹਾਡੇ ਵਿਚਾਰ ਹੋਣਗੇ ਉਹੋ ਜਿਹੇ ਹਾਲਾਤ ਤੁਹਾਡੀ ਜ਼ਿੰਦਗੀ ਅੰਦਰ ਪੈਦਾ ਹੋ ਜਾਣਗੇ। ਜੇ ਅਸਫਲਤਾ ਦੇ ਵਿਚਾਰ ਆਪਣੇ ਅੰਦਰ ਲਿਆਓਗੇ, ਜੀਵਨ ਵਿੱਚ ਅਸਫਲ ਹੋ ਜਾਓਗੇ, ਤੇ ਜੇ ਸਫਲਤਾ ਦੇ ਵਿਚਾਰ ਆਪਣੀ ਜ਼ਿੰਦਗੀ ਅੰਦਰ ਪੈਦਾ ਕਰੋਗੇ ਤਾਂ ਜੀਵਨ ਦੇ ਅੰਦਰ ਸਫਲ ਹੋ ਜਾਓਗੇ। ਹੁਣ ਚਿੰਤਾਵਾਨ ਦੇ ਕੁਝ ਨਾ ਡਰ ਹੁੰਦੇ ਨੇ। ਜਿਸ ਮਨੁੱਖ ਦੀ ਜ਼ਿੰਦਗੀ ਅੰਦਰ ਚਿੰਤਾ ਆ ਜਾਏ ਨਾ, ਚਿੰਤਾ ਰੋਗ ਨਾਲ ਗ੍ਰਸਿਆ ਜਾਏ, ਤਾਂ ਉਹਦੇ ਅੰਦਰ ਕੁਝ ਡਰ ਵੀ ਹੁੰਦੇ ਨੇ। ਕਿਹੜੇ ਡਰ ਨੇ? ਜਨਮ ਤੋਂ ਲੈ ਕੇ ਮਨੁੱਖ ਡਰ ਤੋਂ ਰਹਿਤ ਹੁੰਦਾ ਹੈ, ਇਹਦੇ ਅੰਦਰ ਡਰ ਨਹੀਂ ਹੁੰਦਾ। ਸਭ ਤੋਂ ਪਹਿਲਾਂ ਜੋ ਬੱਚਾ ਹੈ ਉਹ ਖੜਾਕੇ ਤੋਂ ਡਰਨਾ ਸਿੱਖਦਾ ਹੈ ਤੇ ਡਰ ਹੌਲੇ ਹੌਲੇ ਸਿੱਖਦਾ ਹੈ। ਹੁਣ ਜਦ ਅਸੀਂ ਨਿੱਕੇ ਨਿੱਕੇ ਸਨ ਤੇ ਮਾਂ ਨੇ ਕਹਿਣਾ ਉਧਰ ਨਾ ਜਾਈ, ਮਾਊ ਖਾ ਜਾਏ। ਸਾਰੀ ਜ਼ਿੰਦਗੀ ਦਾ ਨਹੀਂ ਪਤਾ ਲੱਗਾ ਵੀ ਮਾਊ ਹੁੰਦੀ ਕੀ ਆ। ਹੁਣ ਕਰੋਨਾ ਆਇਆ ਤੇ ਮਾਊ ਦਾ ਪਤਾ ਲੱਗਾ ਵੀ ਮਾਊ ਵੀ ਹੈ, ਖਾ ਜਾਏਗੀ। ਹੁਣ ਵਾਸਤਵ ਚ ਹੀ ਬਾਹਰ ਨਹੀਂ ਜਾਂਦਾ ਬੰਦਾ। ਮਾਊ ਦਾ ਡਰ। ਫਿਰ ਚੂਹੇ ਤੋਂ ਡਰਾਇਆ ਜਾਂਦਾ, ਬੱਚੇ ਨੂੰ ਚੂਹਾ ਵੱਢ ਜਾਏਗਾ। ਫਿਰ ਬੱਚੇ ਨੂੰ ਬਿੱਲੀ ਤੋਂ ਡਰਾਇਆ ਜਾਂਦਾ, ਬਿੱਲੀ ਖਾ ਜਾਏਗੀ, ਕੁੱਤਾ ਵੱਢ ਜਾਏਗਾ। ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ, ਬਿੱਲੀ ਚੂਹੇ ਤੋਂ ਡਰਨਾ ਛੱਡ ਦਿੰਦਾ, ਫਿਰ ਬਾਹਰ ਬਘਿਆੜ ਬੈਠਾ ਹੈ, ਬਘਿਆੜ ਤੋਂ ਡਰਦਾ ਹੈ। ਤੇ ਜਦੋਂ ਇਹਨਾਂ ਚੀਜ਼ਾਂ ਤੋਂ ਡਰਨਾ ਛੱਡ ਜਾਏ, ਫਿਰ ਕਹਿੰਦੇ ਨੇ ਬਾਹਰ ਨਾ ਜਾਈ, ਬਾਹਰ ਭੂਤ ਰਹਿੰਦਾ ਪਿੱਪਲ ਤੇ। ਤਾਏ ਦੇ ਘਰ ਵੱਲ ਨਾ ਜਾਈ, ਰਾਹ ਵਿੱਚ ਭੂਤ ਹੈ, ਭੂਤ ਚੰਬੜ ਜਾਏਗਾ। ਤੇ ਜਦੋਂ ਕਿਸੇ ਦਿਨ ਕਹਿਣ ਵੀ ਤਾਏ ਦੇ ਘਰੋਂ ਖੰਡ ਲਿਆ, ਅਗਲਾ ਕਹਿੰਦਾ ਮੈਂ ਨਹੀਂ ਜਾਂਦਾ, ਰਾਹ ਚ ਭੂਤ ਤੇ ਖਾ ਜਾਏਗਾ।
नहीं निकलता बाहर। ये डर बच्चे के अंदर पैदा किए जाते हैं। भूत प्रेत नाम की चीज इस दुनिया में नहीं है, जंतर मंतर की चीज इस दुनिया में नहीं। मैं फिर किस दिन विचार करांगा। तो ये डर वाली गल्लां मनुख हौले हौले जीवन के अंदर सिखदा है। डर दो किस्म के हुंदे ने। पहला डर है सेहत का डर, रोजगार का डर, बीमारी का डर, इज्जत का डर। ये डर बड़े हानिकारक ने, नुकसानदायक ने। दूजा है दिल की बीमारी का डर, घरों बाहर निकलन का डर, बस में सफर करने का डर, इकल्ले रहने का डर, पागल हो जाने का डर वगैरह वगैरह। जिहड़े पहले किस्म के डर ने चिंता विच डुबे रहना नाल पैदा हुंदे ने, ये सेहत लई बड़े हानिकारक ने, जो चिंता विच डुबन दे नाल पैदा हुंदे ने। चिंता छड्डण दे नाल ये डर जिहड़े ने आटोमैटिकली दूर हो जांदे ने। जे बीमार हो जांदे हो तो अपनी बीमारी तो डरो ना, क्योंकि जिहड़ा डर है वो बीमारी नालों भी खतरनाक हो नहीं पड़ता है। बहुते बंदे डर दे नाल ही मर जांदे ने। एक कहानी है, मैं केवल कहानी कह रहा, कहंदे ने कोई बंदा बाहर बैठा सी पिंड तो, ते मौत आई। उन्हें मौत नूं वेखिया, मौत पिंड वल जा रही सी। ते उन्हें मौत तो पूछा तू किधर चली है? कहन लगी मैं पिंड विच चली हाँ। ते किन्ने बंदे मारेंगी? कहन लगी मैं 10 बंदे मारने ने। 10 बंदे लैके जावांगी। ते जदों वापस परती ते बंदे 50 मर गए। ते मौत नूं उन बंदे ने पूछा कि तू क्या आंदी सी भी 10 बंदे मरनगे ते 50 मर गए ने? वो कहन लगी मैं 10 ही मारे ने, बाकी 40 डर नाल ही मारे गए। यानी मौत का डर, रोगां का डर साडी जिंदगी के अंदर होर रोग पैदा करदा है। इसलिए अपने रोगां तो डरो ना, सगों बीमारी नूं समझो और उहदा इलाज करो, जिस करके डिप्रैशन के शिकार ना हो। बीमारी जां किसी विपता के आउण दे उत्ते आउण तो पहला ही ਉਹਨੂੰ ਭੋਗਣ ਦੇ ਡਰ ਨਾਲੋਂ ਕਿਤੇ ਵਧੇਰੇ ਦੁਖਦਾਈ ਹੁੰਦੀ ਹੈ। ਜਦੋਂ ਵਿਪਤਾ ਆਉਂਦੀ ਹੈ ਨਾ, ਮਨੁੱਖ ਪਹਿਲੋਂ ਹੀ ਡਰਦਾ ਰਹਿੰਦਾ ਹੈ, ਤੇ ਜਦੋਂ ਆਉਂਦੀ ਹੈ ਕਈ ਵਾਰ ਉਨੀ ਡਰਾਵਣੀ ਨਹੀਂ ਹੁੰਦੀ। ਹੁਣ ਅਗਲੀ ਗੱਲ ਹੈ ਚਿੰਤਾਵਾਨ ਦੀ ਥਕਾਵਟ। ਡਰ, ਫਿਕਰ ਔਰ ਚਿੰਤਾ ਇਹ ਥਕਾਵਟ ਦੇ ਆਮ ਕਾਰਨ ਨੇ। ਮਾਨਸਿਕ ਖਿਚਾਓ ਸਾਡੇ ਅੰਦਰ ਥਕਾਵਟ ਪੈਦਾ ਕਰਦਾ ਹੈ। ਸਰੀਰਕ ਮਿਹਨਤ ਦੇ ਨਾਲ ਬਹੁਤ ਘੱਟ ਥਕਾਵਟ ਹੁੰਦੀ ਹੈ। ਜੇ ਸਰੀਰਕ ਮਿਹਨਤ ਨਾਲ ਥਕਾਵਟ ਹੋਵੇ ਤਾਂ ਉਹ ਥੋੜਾ ਜਿਹਾ ਆਰਾਮ ਕਰਨ ਦੇ ਨਾਲ ਪੂਰੀ ਹੋ ਜਾਂਦੀ ਹੈ। ਪਰ ਚਿੰਤਾ ਦੇ ਨਾਲ ਜੋ ਪੈਦਾ ਹੋਈ ਥਕਾਵਟ ਹੈ ਨਾ, ਉਹਨੂੰ ਪੂਰੀ ਤਰ੍ਹਾਂ ਦੂਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਚਿੰਤਾ ਦੇ ਕਾਰਨ ਹੈ। ਘਰ ਵਾਲੀਆਂ ਦੇ ਥਕੇਵੇਂ ਦੇ 2 ਕਾਰਨ ਨੇ। ਜੋ ਘਰ ਵਾਲੀਆਂ ਇਸਤਰੀਆਂ ਨੇ, ਹਾਊਸ ਵਾਈਵਜ਼ ਨੇ, ਉਹਨਾਂ ਦੇ ਥਕੇਵੇਂ ਦੇ ਕਾਰਨ ਮੈਂ ਥੋੜੇ ਦੱਸਦੇ ਹਾਂ। ਉਹਨਾਂ ਦੇ ਥਕੇਵੇਂ ਦੇ ਕਾਰਨ ਨੇ ਫਿਕਰ ਤੇ ਚਿੰਤਾ ਔਰ ਦਿਲ ਦਾ ਉਕਤਾ ਜਾਣਾ, ਬੋਰਡਮ। ਤੇ ਜਿਹੜੀਆਂ ਘਰ ਵਾਲੀਆਂ ਨੇ ਉਹਨਾਂ ਨੂੰ ਇਸ ਥਕੇਵੇਂ ਤੋਂ ਬਚਣ ਦੇ ਕੁਝ ਮੈਂ ਉਪਾਅ ਥੋੜੇ ਜਿਹੇ ਦੱਸਦੇ ਹਾਂ। ਉਹਦੇ ਵਾਸਤੇ ਇਹ ਹੈ ਕਿ ਘਰ ਦੇ ਕੰਮਾਂ ਨੂੰ ਖੁਸ਼ੀ ਔਰ ਪਿਆਰ ਦੇ ਨਾਲ ਕਰੋ। ਜਦੋਂ ਤੁਸੀਂ ਬੱਧੇ ਰੁੱਧੇ ਕੰਮ ਕਰੋਗੇ ਥਕਾਵਟ ਹੋਏਗੀ। ਬਾਣੀ ਵਿੱਚ ਬਚਨ ਆਉਂਦਾ ਨਾ, ਬੱਧਾ ਚੱਕੀ ਜੋ ਭਰੇ, ਨਾ ਗੁਣ ਨਾ ਉਪਕਾਰ। ਕਿ ਬੱਧੇ ਰੁੱਧੇ ਕੰਮ ਕਰੋਗੇ ਤਾਂ ਫਿਰ ਮੁਸੀਬਤ ਸਮਝ ਕੇ ਕਰੋਗੇ, ਥਕਾਵਟ ਹੋਏਗੀ। ਇਸ ਲਈ ਜੋ ਘਰ ਦੇ ਕੰਮ ਨੇ ਜਦੋਂ ਕਰਨੇ ਹੀ ਨੇ ਤੇ ਖੁਸ਼ੀ ਦੇ ਨਾਲ ਕਰੋ। ਮੰਨ ਲਓ ਅੱਜ ਭਾਂਡੇ ਪਏ ਨੇ ਬਹੁਤ ਸਾਰੇ ਤੇ ਮਾਂਜਣੇ ਹੀ ਪੈਣੇ ਨੇ, ਤੇ ਜੇ ਅਸੀਂ ਕਵੀਏ ਹਾਏ ਸਿਆਪਾ ਇੰਨੇ ਭਾਂਡੇ ਮਾਂਜਣੇ ਪੈਣਗੇ ਤਾਂ ਨਾਲ ਹੀ ਥਕਾਵਟ ਪੈਦਾ ਹੋ ਜਾਏਗੀ। ਹੁਣ ਭਾਂਡੇ ਤੇ ਮਾਂਜਣੇ ਨੇ ਤੇ ਥਕਾਵਟ ਪੈਦਾ ਹੋਏਗੀ, ਨਿਰਾਸ਼ਾ ਪੈਦਾ ਹੋਏਗੀ। ਤੇ ਜੇ ਉਹਨਾਂ ਭਾਂਡਿਆਂ ਨੂੰ ਵੇਖ ਕੇ ਬੰਦਾ ਕਵੇ ਵਾਹ ਜੀ ਵਾਹ ਅੱਜ ਤਾਂ ਮਜ਼ਾ ਆਏਗਾ, ਇੰਨੇ ਸਾਰੇ ਭਾਂਡੇ, ਸਿੰਕ ਭਰੀ ਪਈ, ਅੱਜ ਤਾਂ ਵਾਹ ਟਾਈਮ ਇੱਥੇ ਲੱਗ ਜਾਣਾ, ਨਾਲੇ ਮੈਂ ਇੱਥੇ ਕੋਈ ਗਾਣਾ ਜਾਂ ਗੁਰਬਾਣੀ ਦਾ ਸ਼ਬਦ ਲਾਉਂਦੀ ਹਾਂ, ਨਾਲੇ ਮੈਂ ਮਿਊਜ਼ਿਕ ਸੁਣਾਂਗੀ, ਨਾਲ ਅੱਜ ਭਾਂਡੇ ਮਾਂਜਣ ਦਾ ਇੰਜੋਏ ਕਰਾਂ। ਤਾਂ ਹੁਣ ਇੰਜੋਏ ਦੇ ਅੰਦਰ ਭਾਂਡੇ ਮਾਂਜੇ ਜਾ ਰਹੇ ਨੇ। ਭਾਂਡੇ ਇੱਕ ਮੁਸੀਬਤ ਨਹੀਂ ਰਹਿ ਗਈ, ਇੰਜੋਏ ਕੀਤਾ ਜਾਂਦਾ। ਝਾੜੂ ਦੇਣਾ ਹੈ, ਘਰ ਦੇ ਅੰਦਰ ਟਾਕੀ ਫੇਰਨੀ ਗਿੱਲੀ, ਤੇ ਇੱਕ ਤੇ ਮੁਸੀਬਤ ਸਮਝ ਕੇ ਫੇਰ ਰਹੇ ਆ, ਦੂਜਾ ਬੰਦਾ ਕਹਿੰਦਾ ਲੈ ਵੀ ਵਾਹ ਇੰਜੋਏ ਕਰਾਂਗੇ, ਨਾਲ ਕਸਰਤ ਹੋ ਜਾਏਗੀ, ਨਾਲ ਘਰ ਦੀ ਸਫਾਈ ਹੋਏਗੀ, ਕਿੰਨਾ ਮਜ਼ਾ ਆਏਗਾ। ਹੁਣ ਇਹ ਬੰਦੇ ਦੀ ਥਿੰਕਿੰਗ ਹੈ, ਕੰਮ ਤੇ ਕਰਨਾ ਹੀ ਹੈ, ਇਸ ਲਈ ਉਸ ਕੰਮ ਦੇ ਨਾਲ ਪਿਆਰ ਕਰੋ। ਦੂਜਾ ਹੈ ਘਰ ਦਾ ਕੰਮ ਕਰਨ ਵਿੱਚ ਆਪਣਾ ਮਾਣ ਸਮਝੋ ਕਿ ਇਹ ਮੇਰਾ ਮਾਣ ਹੈ। ਜੇ ਘਰ ਦਾ ਮਾਣ ਸਮਝੋਗੇ ਨਾ ਉਸ ਕੰਮ ਨੂੰ, ਫਿਰ ਥਕਾਵਟ ਨਹੀਂ ਹੋਏਗੀ। ਤੇ ਜੇ ਕਹੋ ਵੀ ਦੂਜੇ ਘਰ ਦੇ ਤੇ ਵਿਹਲੇ ਪਏ ਨੇ ਤੇ ਮੈਂ ਕੰਮ ਤੇ ਲੱਗਾ ਹਾਂ, ਇਹ ਤਾਂ ਮੇਰੀ ਬੇਇੱਜ਼ਤੀ ਹੈ। ਜੇ ਬੇਇੱਜ਼ਤੀ ਸਮਝੋਗੇ ਤੇ ਕੰਮ ਫਿਰ ਵੀ ਕਰਨਾ ਪੈਣਾ ਹੈ। ਇਹ ਨੈਗੇਟਿਵਿਟੀ ਪੈਦਾ ਕਰੇਗੀ
ਔਰ ਥਕਾਵਟ ਵੀ ਪੈਦਾ ਕਰੇਗੀ। ਇਸ ਲਈ ਆਪਣੇ ਕੰਮ ਦੇ ਅੰਦਰ ਮਾਣ ਸਮਝੋ। ਤੇ ਤੀਜੀ ਗੱਲ ਹੈ ਘਰ ਵਾਲੀਆਂ ਬੀਬੀਆਂ ਵਾਸਤੇ ਕਿ ਬੱਚਿਆਂ ਦੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਤੇ ਖਿਜੋ ਨਾ। ਉਹਨਾਂ ਨੂੰ ਜੇ ਤੁਸੀਂ 40 ਸਾਲ ਦੀ ਉਮਰ ਦੇ ਹੋ, ਇੱਕ ਬੱਚਾ 8 ਸਾਲ ਦਾ, ਤੁਹਾਨੂੰ 40 ਸਾਲ ਦਾ ਨਾ ਬਣਾਓ, ਉਹਦੇ 8 ਸਾਲ ਦੇ ਹਿਸਾਬ ਦੇ ਨਾਲ ਸੋਚੋ। ਤੁਸੀਂ ਵੀ ਕਦੀ ਐਵੇਂ ਹੀ ਕਰਦੇ ਸੀ। ਔਰ ਪਿੱਛੇ ਝਾਤੀ ਮਾਰ ਕੇ ਵੇਖੋ, ਜਿੰਨੇ ਸ਼ਰਾਰਤੀ ਤੁਹਾਡੇ ਬੱਚੇ ਅੱਜ ਨੇ, ਤੁਸੀਂ ਇਹਦੇ ਨਾਲੋਂ 4 ਗੁਣਾ ਜ਼ਿਆਦਾ ਸ਼ਰਾਰਤੀ ਸੀ। ਸਾਨੂੰ ਕੁੱਟ ਜ਼ਿਆਦਾ ਹੀ ਪੈਂਦੀ ਹੁੰਦੀ ਸੀ। ਅੱਜ ਤੇ ਬੱਚੇ ਮੰਨ ਜਾਂਦੇ ਨੇ ਥੋੜੀ ਬਾਤੀ ਗੱਲ ਨਾਲ। ਤਾਂ ਬੱਚਿਆਂ ਦੇ ਨਾਲ ਥੋੜੀ ਥੋੜੀ ਗੱਲ ਤੇ ਖਿਜੋ ਨਾ। ਤੇ ਅਗਲੀ ਗੱਲ ਹੈ ਕਿ ਜੋ ਹਾਊਸ ਵਾਈਫ ਨੇ, ਬੱਚਿਆਂ ਦੀ ਜ਼ਰੂਰਤ ਤੋਂ ਜ਼ਿਆਦਾ ਚਿੰਤਾ ਨਾ ਕਰੋ। ਜ਼ਿੰਮੇਵਾਰੀ ਸਮਝਣਾ ਹੋਰ ਗੱਲ ਹੈ, ਚਿੰਤਾ ਕਰਨੀ ਐਵੇਂ ਹੋਰ ਗੱਲ ਹੈ ਕਿ ਬੱਚਾ ਹੁਣ ਆ ਨਾ ਕਰ ਲੈ, ਆ ਨਾ ਕਰ ਦੇ। ਇਹੋ ਜਿਹੀਆਂ ਜ਼ਰੂਰਤ ਤੋਂ ਵੱਧ ਚਿੰਤਾ ਨਾ ਕਰੋ। ਜਿੰਨੀ ਜ਼ਰੂਰਤ ਹੈ ਉਨੀ ਚਿੰਤਾ ਕਰੋ। ਜਿਹੜੀਆਂ ਤੀਵੀਆਂ ਹੱਥੀਂ ਕੰਮ ਨਹੀਂ ਨਾ ਕਰਦੀਆਂ, ਉਹਨਾਂ ਦੇ ਨਾਲ ਈਰਖਾ ਨਾ ਕਰੋ। ਕਈ ਵਾਰ ਐਸਾ ਹੁੰਦਾ ਹੈ ਕਿ ਗੁਆਂਢੀਆਂ ਨੇ ਕੋਈ ਕੰਮ ਕਰਨ ਵਾਲੀ ਬੀਬੀ ਰੱਖੀ ਹੈ, ਤੇ ਅਸੀਂ ਹੁਣ ਸੜਦੇ ਹਾਂ ਕਿ ਉਹਨਾਂ ਦੇ ਘਰ ਤੇ ਬੀਬੀ, ਉਹ ਆਣ ਕੇ ਫਿਰ ਕਹਿੰਦੀ ਹੈ ਮੈਨੂੰ ਤੇ ਮੇਰੇ ਘਰ ਵਾਲੇ ਨੇ ਨੌਕਰਾਣੀ ਰੱਖ ਕੇ ਦਿੱਤੀ ਹੈ। ਤੇ ਉਹ ਬੀਬੀ ਫਿਰ ਉਹਦੇ ਨਾਲ ਈਰਖਾ ਕਰਨ ਲੱਗ ਜਾਂਦੀ ਹੈ, ਜਾਂ ਘਰ ਵਾਲੇ ਨਾਲ ਲੜੇਗੀ ਕਿ ਮੈਂ ਕਾਦੀ, ਮੈਂ ਤੇ ਨੌਕਰਾਣੀ ਬਣਾ ਕੇ ਮੈਨੂੰ ਲਿਆਂਦਾ, ਉਹ ਵੇਖਾ ਗੁਆਂਢੀਆਂ ਦੇ ਘਰ ਵਾਲੇ ਨੇ ਨੌਕਰਾਣੀ ਰੱਖ ਕੇ ਦਿੱਤੀ। ਐਵੇਂ ਈਰਖਾ ਨਾ ਕਰੋ। ਜਿਹੜੇ ਘਰ ਕੋਈ ਕੰਮ ਕਰਦੀ ਤਾਂ ਉਹਨਾਂ ਬੀਬੀਆਂ ਦੇ ਨਾਲ ਈਰਖਾ ਨਾ ਕਰੋ, ਪਿਆਰ ਕਰੋ, ਆਪਣੇ ਕੰਮ ਦੇ ਨਾਲ ਮਾਣ ਕਰੋ। ਤੇ ਅਗਲੀ ਗੱਲ ਹੈ, ਥਕਾਵਟ ਦੂਰ ਕਰਨ ਲਈ ਦਿਨ ਦੇ ਵਿੱਚ 3-4 ਵਾਰੀ ਆਪਣੇ ਆਪ ਨੂੰ ਢਿੱਲਾ ਛੱਡ ਕੇ ਰਿਲੈਕਸ ਕਰੋ। ਕਿਸੇ ਕੁਰਸੀ ਤੇ ਬੈਠ ਜਾਓ, ਕਿਸੇ ਬੈੱਡ ਤੇ ਲੇਟ ਜਾਓ, ਸ਼ਵ ਆਸਨ ਕਰ ਲਓ, ਲੰਬੇ ਸਵਾਸ ਲਓ, ਆਪਣੇ ਸਰੀਰ ਨੂੰ ਬਿਲਕੁਲ ਢਿੱਲਾ ਛੱਡ ਦਿਓ ਔਰ ਇਹ ਸੋਚੋ ਮੈਂ ਬਿਲਕੁਲ ਖੁਸ਼ ਹਾਂ, ਮੈਂ ਪ੍ਰਸੰਨ ਹਾਂ, ਮੈਂ ਰਿਲੈਕਸ ਹਾਂ। ਰਿਲੈਕਸ ਕਰੋ। ਮਾਨਸਿਕ ਥਕਾਵਟ ਸਰੀਰ ਵਾਸਤੇ ਹਾਨੀਕਾਰਕ ਹੈ, ਤੇ ਜੇ ਇਹ ਥਕਾਵਟ ਹੱਦੋਂ ਵੱਧ ਜਾਏ ਤਾਂ ਇਹ ਲਾਭਦਾਇਕ ਨਹੀਂ ਹੁੰਦੀ ਹੈ। ਤੇ ਜੇਕਰ ਸਰੀਰਕ ਥਕਾਵਟ ਹੱਦੋਂ ਵੱਧਦੀ ਹੈ ਨਾ, ਤੇ ਇਹ ਲਾਭਦਾਇਕ। ਸਰੀਰਕ ਥਕਾਵਟ ਦੇ ਕੰਮ ਕਰਕੇ ਤੁਸੀਂ ਥੱਕਦੇ ਹੋ ਤਾਂ ਇਹ ਬਹੁਤ ਫਾਇਦੇਮੰਦ ਹੈ, ਕਿਉਂਕਿ ਇਹਦੇ ਨਾਲ ਕੀ ਹੋਏਗਾ, ਨੀਂਦ ਬੜੀ ਵਧੀਆ ਆਏਗੀ, ਭੁੱਖ ਕੜਾਕੇਦਾਰ ਲੱਗੇਗੀ, ਤੇ ਜੋ ਖਾਦਾ ਪੀਤਾ ਐਨ ਹਜਮ ਹੋਏਗਾ। ਜਦੋਂ ਕੰਮ ਕਰੋਗੇ ਖਾਦਾ ਪੀਤਾ ਹਜਮ ਹੋਏਗਾ, ਭੁੱਖ ਚੰਗੀ ਲੱਗੇਗੀ, ਨੀਂਦ ਆਰਾਮ ਦੀ ਆਏਗੀ। ਠੀਕ ਹੈ ਨਾ। 2 ਗੋਲ ਗੱਪੇ ਵੱਧ ਖਾ ਲਓਗੇ, ਭੁੱਖ ਲੱਗੇਗੀ, 1 ਪਰੌਂਠਾ ਵੱਧ ਖਾ ਲਓਗੇ। ਕਹਿਣ ਤੋਂ ਭਾਵ ਭੁੱਖ ਵੀ ਲੱਗੇਗੀ, ਥਕਾਵਟ ਵੀ ਮਿਟੇਗੀ, ਨੀਂਦ ਵੀ ਵੱਧ ਆਏਗੀ। ਇਹ ਚੀਜ਼ਾਂ ਸੋਚੋ, ਫਿਰ ਤੁਹਾਡੀ ਕੰਮ ਦੇ ਅੰਦਰ ਰੁਚੀ ਵਧੇਗੀ। ਅਗਲੀ ਗੱਲ ਆ ਜਾਂਦੀ ਜੋ ਚਿੰਤਾਵਾਨ ਦਾ ਹਾਜ਼ਮਾ। ਚਿੰਤਾਵਾਨ ਦਾ ਹਾਜ਼ਮਾ ਕਰੀਬ ਖਰਾਬ ਰਹਿੰਦਾ ਹੈ, ਕਿਉਂਕਿ ਚਿੰਤਾ ਹਾਜ਼ਮੇ ਨੂੰ ਖਰਾਬ ਕਰਦੀ ਹੈ। ਡਰ, ਫਿਕਰ, ਨਫ਼ਰਤ ਢਿੱਡ ਵਿੱਚ ਜ਼ਖਮ ਪੈਦਾ ਕਰ ਦਿੰਦੀ ਹੈ, ਅਲਸਰ ਪੈਦਾ ਕਰ ਸਕਦੀ ਹੈ। ਚਿੰਤਾ ਦੇ ਨਾਲ ਪੇਟ ਦੇ ਅੰਦਰ ਦਰਦ ਵੀ ਹੋ ਸਕਦੀ ਹੈ, ਔਰ ਚਿੰਤਾ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣ ਜਾਂਦੀ ਹੈ। ਕਈ ਲੋਕ ਕਹਿੰਦੇ ਨਾ ਕਬਜ਼ 100 ਬਿਮਾਰੀਆਂ ਦੀ ਜੜ ਹੈ। ਕਬਜ਼ ਨਹੀਂ ਜੜ, ਚਿੰਤਾ ਜੜ ਹੈ। ਚਿੰਤਾ ਦੇ ਕਾਰਨ ਹੀ ਕਬਜ਼ ਆਦਿਕ ਹੁੰਦੀ ਹੈ। ਤਾਂ ਚਿੰਤਾ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਕਰਦੀ ਹੈ। ਇਸ ਲਈ ਇਸ ਪਾਸੇ ਥੋੜੀ ਜਿਹੀ ਧਿਆਨ ਦੇਣ ਦੀ ਜ਼ਰੂਰਤ ਹੈ। ਜਦੋਂ ਅਸੀਂ ਇਹਨਾਂ ਚਿੰਤਾਵਾਂ ਤੋਂ ਉਭਰਾਂਗੇ ਤਾਂ ਫਿਰ ਸਾਡੀਆਂ ਇਹ ਬਹੁਤ ਸਾਰੀਆਂ ਸਮੱਸਿਆਵਾਂ ਵੀ ਹੱਲ ਹੋਣਗੀਆਂ। ਚਿੰਤਾਵਾਨ ਦੇ ਅੰਦਰ ਜਿਹੜੀ ਹੈ, ਇਹਦੀ ਕਾਮ ਰੁਚੀ ਘਟ ਜਾਂਦੀ ਹੈ, ਇਹਦਾ ਆਪਣੇ ਜੀਵਨ ਸਾਥੀ ਦੇ ਨਾਲ ਪਿਆਰ ਆਦਿਕ ਦੇ ਵਿੱਚ ਵੀ ਫਰਕ ਹੁੰਦਾ ਹੈ। ਔਰ ਚਿੰਤਾਵਾਨ ਦੀ ਜਿਹੜੀ ਹੈ ਨਾ, ਇਹਦੇ ਅੰਦਰ ਕਬਜ਼ ਵੀ ਪੈਦਾ ਹੋ ਜਾਂਦੀ ਹੈ। ਇਸ ਲਈ ਪਖਾਨਾ ਆਏ ਜਾਂ ਨਾ ਆਏ, 2 ਵਕਤ ਜ਼ਰੂਰ ਜਾਓ। ਜੇਕਰ ਕਬਜ਼ ਆਦਿਕ ਦਾ ਰੋਗ ਹੈ ਤਾਂ ਜ਼ਰੂਰਤ ਤੋਂ ਜ਼ਿਆਦਾ ਜ਼ੋਰ ਨਾ ਲਗਾਓ, ਇਸ ਦੇ ਨਾਲ ਹੋਰ ਰੋਗ ਪੈਦਾ ਹੋ ਸਕਦੇ ਨੇ। ਔਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਜਦੋਂ ਅਸੀਂ ਕਬਜ਼ ਦੇ ਨਾਲ ਨਾਲ ਉਹਦੀ ਚਿੰਤਾ ਕਰਦੇ ਹਾਂ ਤੇ ਇਹ ਰੋਗ ਹੋਰ ਵੱਧ ਜਾਂਦਾ ਹੈ। ਇਸ ਲਈ ਜ਼ਰੂਰਤ ਹੈ ਇਸ ਪਾਸੇ ਥੋੜਾ ਜਿਹਾ ਧਿਆਨ ਦੇਣ ਦੀ। ਅਗਲੀ ਗੱਲ ਹੈ ਕਿ ਚਿੰਤਾਵਾਨ ਦਾ ਜੋ ਉਨੀਂਦਰਾ ਹੈ, ਨੀਂਦ ਆਦਿਕ ਹੈ, ਉਨੀਂਦਰਾ ਜ਼ਾਹਿਰ ਕਰਦਾ ਹੈ ਕਿ ਮਨੁੱਖ ਕਿਸੇ ਚਿੰਤਾ ਦੇ ਅੰਦਰ ਫਸਿਆ ਹੋਇਆ ਹੈ। ਚਿੰਤਾਵਾਨ ਬੰਦਾ ਸੌਂ ਕੇ ਉੱਠੇਗਾ ਵੀ ਨਾ, ਤਾਂ ਵੀ ਉਹਦੇ ਚਿਹਰੇ ਤੋਂ ਦਿਸੇਗਾ ਕਿ ਥੱਕਿਆ ਹੋਇਆ ਹੈ, ਪਰੇਸ਼ਾਨ ਹੈ। ਉਨੀਂਦਰਾ ਜ਼ਾਹਿਰ ਕਰ ਦਿੰਦਾ ਹੈ ਕਿ ਮਨੁੱਖ ਚਿੰਤਾ ਵਿੱਚ ਗਰਸਿਆ ਹੈ। ਤੇ ਉਨੀਂਦਰੇ ਦੀ ਚਿੰਤਾ ਉਨੀਂਦਰੇ ਨਾਲੋਂ ਵੀ ਜ਼ਿਆਦਾ ਹਾਨੀਕਾਰਕ ਹੈ। ਬੰਦਾ ਰਾਤ ਨੂੰ ਸੌਣ ਵਾਸਤੇ ਜਾਂਦਾ ਹੈ ਨਾ, ਤੇ ਪਹਿਲਾਂ ਹੀ ਸੋਚਣ ਲੱਗ ਜਾਂਦਾ, ਲੈ ਵੀ ਰਾਤ ਪੈ ਗਈ, ਨੀਂਦਰ ਆਉਣੀ ਨਹੀਂ, ਹੁਣ ਸਾਰੀ ਰਾਤ ਕਿਵੇਂ ਕੱਢਾਂਗਾ। ਤਾਂ ਪਹਿਲਾਂ ਹੀ ਆਪਣੇ ਸਬਕੌਂਸ਼ੀਅਸ ਦੇ ਅੰਦਰ ਸਿਗਨਲ ਦੇ ਦਿੰਦਾ ਹੈ ਕਿ ਮੈਨੂੰ ਸੌਣ ਨਾ ਦੇਈਂ।
इस तरह उनींद्रे की चिंता करनी उनींद्रे दे नालों होर ज्यादा हानिकारक हो जाती है। नींद मनुख लई जरूरी नहीं, मुकम्मल आराम और शरीरक ते दिमागी तौर ते आराम जिहड़ा है वो जरूरी है, आराम मिलना चाहिए। नींद का काम शरीर नूं केवल आराम देना है। मुकम्मल आराम नींद तो बिना भी हासिल किया जा सकता है। चुपचाप शरीर नूं ढिला छड्ड के रिलैक्स होके लेट जाओ, लम्मे श्वास लो और श्वासां दे नाल अपने ध्यान नूं जोड़ो कि श्वास आ रहा है, श्वास जा रहा है। इस तरह तुसीं रिलैक्स हो जाओगे ते तुहानूं नींद भी चंगी आएगी। काम करना, शरीरक मेहनत नींद लियाउण वास्ते सब तो कारगर साधन है। इसलिए कदे वेले ना रहो, काम दे विच लगे रहो। जे तुसी जॉब करदे हो तां फिर तां काम कर ही रहे हो, पर जेकर तुसी घर विच हो तां फिर होर बहुत सारे काम ने। अपने बर्तन साफ कर लो, सफाई कर लो, बाहर गार्डनिंग कर लो, थोड़ा सैर कर लो। जे कुछ भी नहीं तो अलमारी चो अपने कपड़े एक बारी कढ के दोबारा तय ला लो, अपनी बैड सीटां झाड़ लो। यानी बिजी रहो, अपने आप नूं काम करो जिस दे नाल थोड़ा थकोगे। थकन दे नाल फिर नींद की समस्या तुहाडी दूर होएगी। नींद वास्ते मानसिक शांति बहुत जरूरी है। जे मन के अंदर कोई लड़ाई दंगा है, आपसी वैर विरोध है, मानसिक तौर पे शांत नहीं हाँ, तो फिर नींद नहीं आएगी। इसलिए मानसिक तौर पे शांत रहने का याद जरूरत, शांत रहो। सौण के समय तो पहला 2-3 घंटे पहला, जिवें मान लो तुसीं 10 बजे सौना चाहते हो ना, तो करीब 7 तो लैके 10 बजे तक ये जिहड़े 2-3 घंटे ने बिल्कुल शांत माहौल होना चाहिए। अपने फोन साइड ते रख दो, टेलीविजन बंद कर दो, जो बाहर के कामकार तुहाडी चिंता विच ने उन्हां नूं छड्ड दिओ। परिवार दे नाल खुशियां भरियां गल्लां करो। इत्थे आई लव यू को, ठीक है ना। इत्थे प्यार भरियां गल्लां परिवार दे नाल करो, बच्चियां दे नाल, पत्नी नाल, मां नाल, बाप नाल। थोड़े चुटकुले सुना लो, थोड़ा हस लो, शांति भरियां गल्लां कर लो। जदों तुहाडा 2-3 घंटे पहला माहौल शांत होएगा तो रात नूं नींद चंगी आएगी। नींद का अर्थ है कोशिश छड्डो। कोशिश नींद नूं होर दूर तक देवेगी, जागदी रखेगी। इसलिए कोशिश छड्डोगे, आटोमैटिकली नींद आएगी। हुण जो चिंतावान बंदा है ना, ਉਹਦੇ शरीर के अंदर दर्दां हुंदियां ने। चिंतावान दीयां दर्दां दा कारण ਉਹਦੀ चिंता हुंदी है। हर टाइम शरीर नूं टोहंदे ना रहो, ढिड नूं टोहंदे ना रहो। जे टोहोगे तो किते ना किते दर्द होएगी। देखो दौड़ा दबा के देखो, इत्ते दर्द होनी। जदों टोहोगे शरीर नूं दर्द किते ना किते हुंदी होएगी। ਤਾਂ चिंतावान ਦੀਆਂ जो दर्दां ने ਉਹਦਾ ਹੋਰ कोई कारण नहीं हुंदा, चिंता ਉਹਦੀ कारण हुंदी है। एक ना बंदा डॉक्टर कोल गया, कहने लगा हाय डॉक्टर जी मर गया मैं, ते मेरा सारा शरीर दर्द करता है, जिथे मैं हाथ लाना उथे ही दर्द। हाय मेरा मत्था दुख गया, मोढे ते हाथ लाया, हाय मेरा मोढा दुख गया, हाय मेरा पेट दुखदा है। जिथे हाथ लाए उथे दर्द हो गए। डॉक्टर ने सारा शरीर चेक किया, कुछ भी नहीं। ਤੇ ਜਦੋਂ ਡਾਕਟਰ ਨੇ ਵੇਖਿਆ, ਕਹਿਣ ਲੱਗਾ ਤੇਰੀ ਉਂਗਲੀ ਦੇ ਉੱਤੇ ਜ਼ਖਮ ਹੈ, ਜਿਹੜੀ ਉਂਗਲੀ ਲਾਣਾ ਜ਼ਖਮ ਉੱਥੇ ਹੈ। ਹੁਣ ਜਿੱਥੇ ਲਾਓਗੇ ਦਰਦ ਤੇ ਹੋਏਗੀ ਨਾ। ਤਾਂ ਕਈ ਲੋਕ ਜ਼ਖਮ ਉਂਗਲੀ ਤੇ ਹੈ ਤੇ ਸੋਚ ਰਹੇ ਨੇ ਸਰੀਰ ਵਿੱਚ ਦਰਦ ਹੈ। ਚਿੰਤਾਵਾਂ ਮਨੁੱਖ ਦੀ ਸਰੀਰ ਵਿੱਚ ਦਰਦ ਪੈਦਾ ਕਰਦੀਆਂ ਨੇ। ਦਰਦ ਵੱਲ ਧਿਆਨ ਦੇਣ ਦੇ ਨਾਲ ਰਾਈ ਦਾ ਪਹਾੜ ਬਣ ਜਾਂਦਾ ਹੈ। ਫਿਰ ਚਿੰਤਾਵਾਨ ਉਹਦੇ ਬਾਰੇ ਸੋਚਦਾ ਰਹਿੰਦਾ ਹੈ। ਇੱਥੇ ਦਰਦ ਹੋਈ ਨਾ ਉੱਤੇ ਮਸਲ ਪੇਨ, ਤੇ ਬੰਦਾ ਸੋਚਦਾ ਲੈ ਵੀ ਮੈਂ ਤੇ ਹੁਣ ਹਾਰਟ ਅਟੈਕ ਦੇ ਨਾਲ ਮਰਾਂਗਾ। ਉਹ ਫਲਾਣੇ ਸਾਡੇ ਗੁਆਂਢੀ ਨੂੰ ਦਰਦ ਹੋਈ ਸੀ, ਉਹਦਾ ਦਿਲ ਫੇਲ ਹੋ ਗਿਆ ਸੀ, ਮੌਤ ਹੁਣ ਤੇ ਹੋਣੀ ਨਿਸ਼ਚਿਤ ਹੈ। ਜੇ ਥੋੜੀ ਜਿਹੀ ਥੱਲੇ ਦਰਦ ਹੋਈ ਤੇ ਚਿੰਤਾਵਾਨ ਸੋਚੀ ਜਾਏਗਾ ਬਸ ਹੁਣ ਫੇਫੜਿਆਂ ਵਿੱਚ ਪਾਣੀ ਪੈ ਗਿਆ, ਟੀਵੀ ਹੋ ਗਈ ਹੋਣੀ, ਹੁਣ ਮੈਂ ਕਿੱਥੇ ਬਚਣਾ ਹੈ। ਯਾਨੀ ਇਸ ਕਰਕੇ ਅਸੀਂ ਇੱਧਰ ਧਿਆਨ ਦਿੰਦੇ ਹਾਂ, ਨਿੱਕੀ ਜਿਹੀ ਦਰਦ ਵੀ ਪਹਾੜ ਬਣ ਜਾਂਦੀ ਹੈ। ਡਰ, ਫਿਕਰ, ਚਿੰਤਾ ਭੈੜੀਆਂ ਤਰੰਗਾਂ ਦਰਦਾਂ ਨੂੰ ਹੋਰ ਵਧਾ ਦਿੰਦੀਆਂ ਨੇ। ਖੁਸ਼ੀ, ਵਿਸ਼ਵਾਸ, ਸ਼ਰਧਾ, ਇਹ ਚੰਗੀਆਂ ਜੋ ਤਰੰਗਾਂ ਨੇ ਇਹ ਦਰਦਾਂ ਨੂੰ ਘਟਾਉਣ ਦੇ ਅੰਦਰ ਸਹਾਇਕ ਹੁੰਦੀਆਂ ਨੇ। ਹੁਣ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਤਰੰਗਾਂ ਦੋ ਕਿਸਮ ਦੀਆਂ ਨੇ। ਜਿਵੇਂ ਮੈਂ ਪਹਿਲਾਂ ਆਪ ਦੇ ਨਾਲ ਬੇਨਤੀ ਕੀਤੀ ਹੈ, ਤਰੰਗਾਂ ਨੇ ਸਤਹੀ ਜਾਂ ਉੱਪਰ ਦੀਆਂ, ਬੁਨਿਆਦੀ। ਮਨੁੱਖ ਦਾ ਜੀਵਨ ਉਸੇ ਤਰ੍ਹਾਂ ਦਾ ਹੁੰਦਾ ਹੈ ਜਿਵੇਂ ਦੀਆਂ ਇਹਦੇ ਅੰਦਰ ਤਰੰਗਾਂ ਪੈਦਾ ਹੁੰਦੀਆਂ ਨੇ, ਇਮੋਸ਼ਨਸ ਪੈਦਾ ਹੁੰਦੇ ਨੇ, ਉਸੇ ਤਰ੍ਹਾਂ ਦੀ ਇਹਦੀ ਜ਼ਿੰਦਗੀ ਬਣ ਜਾਂਦੀ ਹੈ।
ਆਮ ਤੌਰ ਤੇ ਚਿੰਤਾ ਦਾ ਕਾਰਨ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ ਨੇ, ਮਾੜੀਆਂ ਮਾੜੀਆਂ ਘਰੇਲੂ ਉਲਝਣਾਂ, ਵਿਅਰਥ ਔਰ ਅਗੇਤਰੇ ਡਰ। ਇਹ ਛੋਟੀਆਂ ਛੋਟੀਆਂ ਗੱਲਾਂ ਚਿੰਤਾ ਦਾ ਰੋਗ ਸਾਡੀ ਜ਼ਿੰਦਗੀ ਵਿੱਚ ਪੈਦਾ ਕਰ ਦਿੰਦੀਆਂ ਨੇ, ਕਿਉਂਕਿ ਇਹ ਹਰ ਵਿਚਾਰ ਸਾਡੇ ਅੰਦਰ ਇਮੋਸ਼ਨਸ ਪੈਦਾ ਕਰਦਾ ਹੈ। ਤੇ ਜਦੋਂ ਅਨਪਲੀਜ਼ੈਂਟ ਇਮੋਸ਼ਨਸ ਸਾਡੇ ਅੰਦਰ ਪੈਦਾ ਹੋਣਗੇ ਤਾਂ ਬੰਦਾ ਚਿੰਤਾ ਔਰ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਏਗਾ। ਜੀਵਨ ਦੀਆਂ ਹਰ ਰੋਜ਼ ਦੀਆਂ ਔਕੜਾਂ ਦਾ ਸਬਰ, ਸੰਤੋਖ ਔਰ ਹਿੰਮਤ ਤੇ ਨਿਸ਼ਚੇ ਦੇ ਨਾਲ ਟਾਕਰਾ ਕਰੋ। ਜਦੋਂ ਐਸੀਆਂ ਤਰੰਗਾਂ ਆਪਣੇ ਅੰਦਰ ਪੋਜ਼ਿਟਿਵ ਪੈਦਾ ਕਰੋਗੇ, ਪਲੀਜ਼ੈਂਟ ਇਮੋਸ਼ਨਸ, ਤੁਹਾਡੇ ਅੰਦਰ ਵਿਲ ਪਾਵਰ ਵੀ ਪੈਦਾ ਹੋਏਗੀ ਔਰ ਚਿੰਤਾ ਦੇ ਰੋਗ ਤੋਂ ਵੀ ਬਚੇ ਰਹੋਗੇ। ਇਸ ਲਈ ਇਸ ਪਾਸੇ ਥੋੜੀ ਜਿਹੀ ਧਿਆਨ ਦੇਣ ਦੀ ਜ਼ਰੂਰਤ ਹੈ। ਤਾਂ ਹੁਣ ਆਓ ਥੋੜੇ ਸਮੇਂ ਦੇ ਅੰਦਰ ਅਸੀਂ ਇਹ ਵੇਖੀਏ ਕਿ ਅਸੀਂ ਚਿੰਤਾ ਰੋਗ ਦਾ ਉਪਾਅ ਕਿਵੇਂ ਕਰ ਸਕਦੇ ਹਾਂ। ਅਸੀਂ ਵੇਖਿਆ ਹੈ, ਇਸ ਵਿਚਾਰ ਦੇ ਵਿੱਚ ਅਸੀਂ ਵਿਚਾਰ ਕੀਤੀ ਹੈ ਕਿ ਜਦੋਂ ਬੰਦਾ ਇੱਕ ਹੀ ਚਿੰਤਾ ਨੂੰ ਬਾਰ-ਬਾਰ ਦੁਹਰਾਈ ਜਾਂਦਾ ਹੈ, ਉਹਨੂੰ ਅਸੀਂ ਚਿੰਤਾ ਦਾ ਰੋਗ ਕਹਿੰਦੇ ਹਾਂ। ਚਿੰਤਾ ਰੋਗ ਦੇ ਕਾਰਨ ਨੇ ਕੁਝ ਜੈਵਿਕ ਕਾਰਨ ਨੇ, ਸਾਡੇ ਦਿਮਾਗ ਦੇ ਅੰਦਰ ਜੋ ਕੈਮੀਕਲ ਨੇ ਇੰਬੈਲੈਂਸ ਹੋ ਜਾਣਾ ਉਹਨਾਂ ਦਾ। ਦੂਜਾ ਜੈਨੇਟਿਕ ਤੌਰ ਤੇ ਜੇ ਕਿਸੇ ਘਰ ਦੇ ਵੱਡੇ ਵਡੇਰੇ ਵਿੱਚ ਹੈ ਤਾਂ ਉਹਦਾ ਵੀ ਰੀਜ਼ਨ ਹੋ ਸਕਦਾ ਹੈ। ਤੀਜੇ ਸਾਡੇ ਸਮਾਜਿਕ ਕਾਰਨ ਨੇ, ਔਰ ਕਈ ਥਾਵਾਂ ਤੇ ਤਿੰਨੇ ਕਾਰਨ ਇਕੱਠੇ ਵੀ ਹੋ ਸਕਦੇ ਨੇ। ਇਹ ਤਿੰਨਾਂ ਕਾਰਨਾਂ ਦੇ ਵਿੱਚੋਂ ਕੋਈ ਕਾਰਨ ਵੀ ਹੋ ਸਕਦਾ ਹੈ। ਜੇ ਕੋਈ ਬੰਦਾ ਚਿੰਤਾ ਰੋਗ ਦਾ ਸ਼ਿਕਾਰ ਹੋ ਹੀ ਗਿਆ ਹੈ ਤਾਂ ਉਹਦਾ ਇਲਾਜ ਕਿਵੇਂ ਹੋ ਸਕਦਾ ਹੈ, ਅਸੀਂ ਉਹਦੇ ਵਾਸਤੇ ਕੀ ਕਰ ਸਕਦੇ ਹਾਂ। ਤਾਂ ਇਹ ਗੱਲ ਕਰੋ ਕਿ ਜਦੋਂ ਤੁਸੀਂ ਮਹਿਸੂਸ ਕਰੋ ਕਿ ਤੁਹਾਡੇ ਮਨ ਵਿੱਚ ਡਰ, ਫਿਕਰ, ਚਿੰਤਾ ਔਰ ਨਿਰਾਸ਼ਾ ਦੇ ਵਿਚਾਰ ਆ ਰਹੇ ਨੇ, ਇਹ ਵਿਚਾਰ ਜਦੋਂ ਆ ਰਹੇ ਨੇ ਤਾਂ ਉਦੋਂ ਤੁਸੀਂ ਕੀ ਕਰੋ ਕਿ ਨਾਲ ਦੇ ਨਾਲ ਆਪਣੇ ਮਨ ਨੂੰ ਕਿਸੇ ਚੰਗੇ ਵਿਚਾਰ ਵਾਲੇ ਪਾਸੇ ਲਾ ਲਓ। ਮੰਨ ਲਓ ਕਿ ਅੱਜ ਵਿਚਾਰ ਆ ਰਿਹਾ ਹੈ ਕਿ ਬਰਸਾਤ ਆ ਰਹੀ ਹੈ, ਬਹੁਤ ਵੱਡਾ ਨੁਕਸਾਨ ਕਰੇਗੀ, ਬਰਸਾਤ ਨੇ ਰਹਿਣਾ ਹੀ ਹੈ, ਤਾਂ ਆਪਣੇ ਇਸ ਵਿਚਾਰ ਨੂੰ ਬਦਲੋ ਕਿ ਬਰਸਾਤ ਦੇ ਨਾਲ ਫਸਲਾਂ ਪੈਦਾ ਹੋਣਗੀਆਂ, ਬਰਸਾਤ ਦੇ ਨਾਲ ਪਾਣੀ ਦੀ ਘਾਟ ਪੈਦਾ ਹੋਏਗੀ, ਜਾਂ ਕਿਤੇ ਹੋਰ ਪਾਸੇ ਜਿਹੜਾ ਚੰਗਾ ਖਿਆਲ ਹੈ ਉਧਰ ਲੈ ਜਾਓ, ਬਚਪਨ ਵਿੱਚ ਲੈ ਜਾਓ। ਜਿਹੜੀਆਂ ਯਾਦਾਂ ਤੁਹਾਡੀਆਂ ਬਹੁਤ ਚੰਗੀਆਂ ਨੇ, ਕਦੇ ਤੁਸੀਂ ਪਹਾੜ ਤੇ ਘੁੰਮਣ ਗਏ ਸੀ, ਕਦੇ ਕਿਸੇ ਭੈਣ ਭਰਾ ਦੀ ਵਿਆਹ ਸ਼ਾਦੀ ਵਿੱਚ ਗਏ ਸੀ, ਜਾਂ ਕਿਤੇ ਤੁਸੀਂ ਹੋਟਲ ਤੇ ਖਾਣਾ ਖਾਧਾ ਸੀ, ਜਾਂ ਤੁਸੀਂ ਕੋਈ ਫਿਲਮ ਦੇਖੀ ਸੀ, ਉਸ ਪਾਸੇ ਧਿਆਨ ਲੈ ਜਾਓ। ਯਾਨੀ ਚਿੰਤਾ ਦਾ ਵਿਚਾਰ ਜਦੋਂ ਵੀ ਆਉਣ ਲੱਗੇ ਨੈਗੇਟਿਵ, ਉਹਨੂੰ ਪੋਜ਼ਿਟਿਵ ਦੇ ਵਿੱਚ ਬਦਲੋ। ਔਰ ਆਪਣਾ ਮੁੱਖ ਵਿਚਾਰ ਹਰ ਵੇਲੇ ਚੇਤੇ ਰੱਖੋ ਕਿ ਮੈਂ ਆਪਣੇ ਵਿਚਾਰ ਔਰ ਆਪਣਾ ਸੁਭਾਅ ਸ਼ਾਂਤ ਔਰ ਖੁਸ਼ ਰੱਖਾਂਗਾ। ਮੇਰੀ ਜ਼ਿੰਦਗੀ ਦਾ ਇਹ ਏਮ ਹੈ ਕਿ ਮੈਂ ਹਮੇਸ਼ਾ ਖੁਸ਼ ਰਹਿਣਾ ਹੈ ਔਰ ਮੈਂ ਇਸ ਦੁਨੀਆ ਵਿੱਚ ਖੁਸ਼ੀਆਂ ਵੰਡਣੀਆਂ ਨੇ, ਮੈਂ ਸ਼ਾਂਤ ਰਹਿਣਾ ਹੈ। ਆਪਣੇ ਜੀਵਨ ਦਾ ਇਹ ਗੋਲ ਬਣਾਓ ਤੇ ਜਦੋਂ ਵੀ ਚਿੰਤਾ ਆਵੇ ਉਦੋਂ ਆਪਣੇ ਮਨ ਦੇ ਵਿੱਚ ਚੀਜ਼ ਦੁਹਰਾਓ, ਆਪਣਾ ਏਮ ਕਿ ਮੇਰਾ ਏਮ, ਮੇਰਾ ਗੋਲ ਚਿੰਤਾ ਕਰਨੀ ਨਹੀਂ, ਮੇਰਾ ਗੋਲ ਖੁਸ਼ ਰਹਿਣਾ ਹੈ। ਜਿਸ ਸਮੇਂ ਤੁਸੀਂ ਨਿਸ਼ਚਿੰਤ ਹੋਵੋ, ਕੋਈ ਚਿੰਤਾ ਨਾ ਹੋਏ, ਉਦੋਂ ਇੱਕ ਵਾਰ ਖੁੱਲ ਕੇ ਹੱਸੋ। ਦਿਨ ਦੇ ਵਿੱਚ 2-3-4 ਵਾਰੀ ਖੁੱਲ ਕੇ ਹੱਸਣ ਦੀ ਆਦਤ ਪਾ ਲਓ। ਜਿਵੇਂ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਦੂਜੇ ਨਾਲ ਹਾਸਾ ਮਜ਼ਾਕ ਕਰਕੇ ਹੱਸ ਰਹੇ ਸੀ ਨਾ, ਇਹਨੂੰ ਆਦਤ ਬਣਾ ਲਓ, ਹੱਸੋ। ਘਰ ਦੇ ਵਿੱਚ ਇੱਕ ਦੂਜੇ ਨਾਲ ਥੋੜਾ ਹਾਸਾ ਮਜ਼ਾਕ ਕਰੋ, ਮਤਲਬ ਕਿਸੇ ਤੇ ਟੌਂਚ ਨਹੀਂ, ਕੋਈ ਹਾਸਾ ਮਜ਼ਾਕ ਕਰੋ ਜਿਹਦੇ ਨਾਲ ਸਾਰੇ ਖੁਸ਼ ਹੋ ਕੇ ਹੱਸੋ। ਦਿਨ ਦੇ ਵਿੱਚ ਇੱਕ ਆਧੀ ਵਾਰੀ ਹੱਸੋ, ਜਦੋਂ ਨਿਸ਼ਚਿੰਤ ਹੋਵੋ ਉਦੋਂ ਹੱਸੋ, ਇਹ ਤੁਹਾਨੂੰ ਚਿੰਤਾ ਤੋਂ ਬਾਹਰ ਕੱਢੇਗਾ। ਮੰਦੇ ਦਿਨ ਜੇ ਆਉਣ ਤਾਂ ਉਦੋਂ ਵੀ ਆਪਣਾ ਵਤੀਰਾ ਚੰਗਾ ਰੱਖੋ। ਦੇਖੋ ਹੁਣ ਕਰੋਨਾ ਵਾਇਰਸ ਹੈ, ਇਹਦੇ ਵਿੱਚ ਹੁਣ ਸਾਰੇ ਹੀ ਲੋਕਡਾਊਨ ਦੇ ਵਿੱਚ ਸਾਰੇ ਲੋਕ ਘਰਾਂ ਵਿੱਚ ਬੈਠੇ ਨੇ, ਤਾਂ ਦੇਖੋ ਤੁਸੀਂ ਇਹ ਚੰਗਾ ਉਪਰਾਲਾ ਕੀਤਾ ਕਿ ਕਲਾਸ ਦਾ ਉਪਰਾਲਾ ਕਰ ਲਿਆ। ਜੇ ਦਿਨ ਮੰਦੇ ਵੀ ਹੋਣ ਨਾ, ਉਹਦੇ ਵਿੱਚ ਆਪਣਾ ਵਤੀਰਾ ਆਪਣੇ ਆਪ ਨੂੰ ਵੱਧ ਤੋਂ ਵੱਧ ਖੁਸ਼ ਰੱਖੋ। ਦੂਜੇ ਨੰਬਰ ਤੇ ਕ੍ਰੋਧ ਬਿਲਕੁਲ ਨਾ ਕਰੋ, ਕਿਉਂਕਿ ਕ੍ਰੋਧ ਦੇ ਨਾਲ, ਗੁੱਸੇ ਨਾਲ, ਘਰ ਵਾਲੀ ਨੂੰ ਕੁੱਟਣ ਨਾਲ ਜਾਂ ਘਰ ਵਾਲਿਆਂ ਦੇ ਨਾਲ ਲੜਿਆਂ ਗਰੀਬੀ ਨਹੀਂ ਹਟਣੀ, ਨਾ ਸਮੱਸਿਆ ਦੂਰ ਹੋਣੀ ਹੈ। ਘਰ ਦੇ ਅੰਦਰ ਆਪਣਾ ਜਿਹੜਾ ਕ੍ਰੋਧ ਹੈ ਉਹਦੇ ਤੇ ਕੰਟਰੋਲ ਰੱਖੋ। ਤੇ ਜੇ ਔਖਾ ਵੀ ਸਮਾਂ ਤੇ ਦੁੱਖਾਂ ਨੂੰ ਬਾਰ-ਬਾਰ ਨਾ ਦੁਹਰਾਓ, ਕਿਉਂਕਿ ਜੇ ਬਾਰ-ਬਾਰ ਦੁਹਰਾਓਗੇ ਹੋਰ ਪਰੇਸ਼ਾਨ ਕਰਨਗੇ। ਜਿਹੜੀ ਤੁਹਾਡੀ ਹਾਰ ਹੈ, ਉਸ ਹਾਰ ਨੂੰ ਜਿੱਤ ਦੇ ਅੰਦਰ ਬਦਲਣ ਬਾਰੇ ਸੋਚੋ ਕਿ ਮੈਂ ਇਸ ਹਾਰ ਨੂੰ ਜਿੱਤ ਦੇ ਅੰਦਰ ਬਦਲਣਾ। ਜਿਵੇਂ ਹੁਣ ਕੋਰੋਨਾ ਵਾਇਰਸ ਦੀ ਪ੍ਰੋਬਲਮ ਹੈ ਨਾ, ਤਾਂ ਹੁਣ ਕਿੰਨੇ ਸਾਰੇ ਡਾਕਟਰ ਜਾਂ ਸਾਇੰਟਿਸਟ ਲੱਗੇ ਹੋਏ ਨੇ ਇਸ ਕੰਮ ਵਿੱਚ ਕਿ ਇਸ ਚੀਜ਼ ਦਾ ਇਲਾਜ ਲੱਭਣਾ ਹੈ, ਔਰ ਹਕੀਕਤ ਹੈ ਕਿ ਉਹਨਾਂ ਲੱਭ ਲੈਣਾ, ਹੋਰ 6 ਮਹੀਨੇ ਬਾਅਦ ਲੱਭ ਜਾਏਗਾ। ਤੇ ਜੇ ਉਹ ਵੀ ਸਾਡੇ ਵਾਂਗੂ ਬਹਿ ਜਾਣ ਡਰ ਕੇ, ਤਾਂ ਫਿਰ ਕੁਛ ਨਹੀਂ ਨਾ ਹੋਏਗਾ। ਇਸ ਲਈ ਆਪਣੀ ਹਾਰ ਨੂੰ ਜਿੱਤ ਦੇ ਅੰਦਰ ਬਦਲਣ ਦੀ ਪੋਜੀਸ਼ਨ ਦੇ ਵਿੱਚ ਰਹੋ, ਮਨ ਨੂੰ ਹਮੇਸ਼ਾ ਸ਼ਾਂਤ ਰੱਖੋ, ਤੇ ਜੇ ਵਿਪਤਾ ਆਣ ਪਈ ਹੈ ਨਾ, ਉਹਨੂੰ ਫਿਰ ਖਿੜੇ ਮੱਥੇ ਸਹਾਰੋ। ਵਾਹਿਗੁਰੂ ਦਾ
ਭਾਣਾ ਸਮਝ ਕੇ ਮੰਨ ਲਓ ਕਿ ਪਰਿਵਾਰ ਦੇ ਅੰਦਰ ਕਿਸੇ ਜੀਵ ਦੀ ਮੌਤ ਹੀ ਹੋ ਗਈ ਹੈ, ਤਾਂ ਹੁਣ ਅਸੀਂ ਉਸ ਚੀਜ਼ ਨੂੰ ਬਦਲ ਨਹੀਂ ਨਾ ਸਕਦੇ, ਤਾਂ ਫਿਰ ਉਹਨੂੰ ਪ੍ਰਭੂ ਦਾ ਭਾਣਾ ਸਮਝ ਕੇ ਸਵੀਕਾਰ ਕਰ ਲਓ। ਇਸ ਤਰ੍ਹਾਂ ਇਹ ਜੀਵਨ ਦੇ ਅੰਦਰ ਚਿੰਤਾ ਤੋਂ, ਅਸੀਂ ਡਿਪਰੈਸ਼ਨ ਤੋਂ ਬਚੇ ਰਵਾਂਗੇ। ਤੇ ਇੱਕ ਗੱਲ ਯਾਦ ਰੱਖਣਾ ਕਿ ਵਿਪਤਾ ਦੇ ਅੰਦਰ ਵੀ ਕਿਸੇ ਦੇ ਨਾਲ ਬੁਰਾਈ ਨਾ ਕਰੋ, ਕਿਸੇ ਦੇ ਨਾਲ ਬੁਰਾਈ ਨਾ ਕਰੋ, ਤੇ ਪ੍ਰਭੂ ਤੇ ਪੂਰਨ ਵਿਸ਼ਵਾਸ ਰੱਖ ਕੇ ਅਰਦਾਸ ਕਰੋ, ਪ੍ਰਭੂ ਦਾ ਸ਼ੁਕਰਾਨਾ ਕਰੋ। ਹੋਰ ਅੱਗੇ ਦੱਸਾਂ ਕਿ ਸਾਡੀਆਂ 6 ਕੁ ਬੁਨਿਆਦੀ ਲੋੜਾਂ ਨੇ ਜਿਹੜੀਆਂ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ ਨੇ। 6 ਬੁਨਿਆਦੀ ਲੋੜਾਂ ਜੇਕਰ ਸਾਡੀਆਂ ਪੂਰੀਆਂ ਹੁੰਦੀਆਂ ਨੇ ਤਾਂ ਮਨੁੱਖ ਚਿੰਤਾ ਤੋਂ ਬਚ ਸਕਦਾ ਹੈ। ਇਹ 6 ਬੁਨਿਆਦੀ ਲੋੜਾਂ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੈਨੀ, ਬੋਧੀ, ਪਾਰਸੀ, ਕਾਲੇ, ਗੋਰੇ, ਅਮੀਰ, ਗਰੀਬ, ਇਸਤਰੀਆਂ, ਪੁਰਸ਼, ਬੱਚੀ, ਬੱਚੇ, ਜਵਾਨ, ਸਾਰਿਆਂ ਦੀ ਪਹਿਲੀ ਬੁਨਿਆਦੀ ਲੋੜ ਹੈ ਕਿ ਬੰਦੇ ਨੂੰ ਪਿਆਰ ਮਿਲੇ। ਮੈਂ ਵੀ ਪਿਆਰ ਚਾਹੁੰਦਾ, ਤੁਸੀਂ ਵੀ ਚਾਹੁੰਦੇ ਹੋ, ਬੱਚੀਆਂ, ਬੱਚੇ, ਹਰ ਇਨਸਾਨ ਪਿਆਰ ਚਾਹੁੰਦਾ, ਨਫ਼ਰਤ ਕੋਈ ਨਹੀਂ ਚਾਹੁੰਦਾ। ਦੂਜੀ ਬੰਦੇ ਦੀ ਬੁਨਿਆਦੀ ਲੋੜ ਹੈ ਕਿ ਸੁਰੱਖਿਆ, ਮੇਰੀ ਜਾਨ ਨੂੰ, ਮੇਰੀ ਇੱਜ਼ਤ ਨੂੰ ਔਰ ਮੇਰੀ ਧਨ ਪੂੰਜੀ ਦੀ ਸੁਰੱਖਿਆ ਦੀ ਗਾਰੰਟੀ ਹੋਵੇ, ਮੈਨੂੰ ਕੋਈ ਖਤਰਾ ਨਾ ਹੋਵੇ ਕਿ ਪਤਾ ਨਹੀਂ ਕੌਣ ਆਣ ਕੇ ਕਦੋਂ ਮਾਰ ਦੇਵੇ। ਤੀਜੀ ਬੰਦੇ ਦੀ ਬੁਨਿਆਦੀ ਲੋੜ ਹੈ ਕੁਝ ਕਰਕੇ ਵਿਖਾਉਣ ਦੀ ਖੁੱਲ੍ਹ, ਕਿ ਮੈਂ ਦੁਨੀਆ ਨੂੰ ਕੁਝ ਕਰਕੇ ਵਿਖਾਵਾਂ, ਮੈਂ ਗੋਲਡ ਮੈਡਲਿਸਟ ਬੰਦਾ ਬਣਾ, ਮੈਂ ਨਵੀਂ ਕੋਈ ਖੋਜ ਕਰਾਂ, ਨਵਾਂ ਕੁਝ ਕਰਕੇ ਦੁਨੀਆ ਨੂੰ ਹੈਰਾਨ ਕਰ ਦਿਆਂ। ਇਹ ਬੰਦੇ ਦੀ ਬੁਨਿਆਦੀ ਜ਼ਰੂਰਤ ਹੈ। ਔਰ ਚੌਥੀ ਬੰਦੇ ਦੀ ਬੁਨਿਆਦੀ ਲੋੜ ਹੈ ਮਨੌਤ ਔਰ ਸ਼ਲਾਘਾ, ਕਿ ਮੇਰੀ ਕੋਈ ਸਿਫਤ ਕਰੇ ਕਿ ਭਾਈ ਮੋਹਰ ਸਿੰਘ ਤੂੰ ਬਹੁਤ ਚੰਗਾ ਬੰਦਾ, ਮੇਰੀ ਗੱਲ ਨੂੰ ਕੋਈ ਮੰਨੇ। ਇਹ ਹਰ ਬੰਦਾ ਚਾਹੁੰਦਾ ਹੈ, ਕੋਈ ਨਹੀਂ ਚਾਹੁੰਦਾ ਕਿ ਮੇਰੀ ਕੋਈ ਮਿੱਟੀ ਪਲੀਤ ਕਰੇ। ਹਰ ਬੰਦਾ ਚਾਹੁੰਦਾ ਮੇਰੀ ਮਨੌਤ ਹੋਵੇ, ਮੈਨੂੰ ਮਾਣ ਮਿਲੇ, ਮੈਨੂੰ ਸਤਿਕਾਰ ਮਿਲੇ। ਤੇ 6ਵੀਂ ਬੁਨਿਆਦੀ ਲੋੜ ਹੈ ਸਵੈਮਾਨ, ਮੇਰਾ ਨਿਰਾਦਰ ਨਾ ਹੋਵੇ, ਸਵੈਮਾਨ ਨੂੰ ਚੋਟ ਨਾ ਲੱਗੇ। ਇਹ 6 ਬੁਨਿਆਦੀ ਲੋੜਾਂ ਨੇ ਸਫਲ ਜਨਮ ਵਾਸਤੇ, ਸਫਲ ਜੀਵਨ ਵਾਸਤੇ, ਪ੍ਰਸੰਨ ਜੀਵਨ ਵਾਸਤੇ, ਚਿੰਤਾ ਤੋਂ ਮੁਕਤ ਜ਼ਿੰਦਗੀ ਵਾਸਤੇ 6 ਬੁਨਿਆਦੀ ਲੋੜਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਤੇ ਇਹ ਜਿਹੜੀਆਂ 6 ਬੁਨਿਆਦੀ ਲੋੜਾਂ ਨੇ, ਇਹਨਾਂ ਨੂੰ ਅਸੀਂ ਪੂਰੀਆਂ ਕਿਵੇਂ ਕਰ ਸਕਦੇ ਹਾਂ? ਦੇਖੋ, ਹਰ ਬੰਦੇ ਦੇ ਅੰਦਰ ਇਹ ਪੋਸੀਬਿਲਿਟੀ ਹੈ। ਪਹਿਲੀ ਮੈਂ ਲੋੜ ਕਹੀ ਸੀ ਪਿਆਰ, ਤਾਂ ਹੁਣ ਪਿਆਰ ਕਿਵੇਂ ਮਿਲੇਗਾ? ਜੇ ਮੈਂ ਤੁਹਾਡੇ ਤੋਂ ਪਿਆਰ ਚਾਹਨਾ ਤਾਂ ਮੈਂ ਤੁਹਾਡੀ ਕਾਰ ਦਾ ਟਾਇਰ ਪੈਂਚਰ ਕਰ ਦਿਆਂ, ਫਿਰ ਮੇਰੇ ਨਾਲ ਪਿਆਰ ਕਰੋਗੇ? ਤੁਹਾਡੀ ਕਾਰ ਦੇ ਸ਼ੀਸ਼ੇ ਤੋੜ ਦਿਆਂ, ਤੁਹਾਡੇ ਗਾਰਡਨ ਵਿੱਚ ਲੱਗੇ ਹੋਏ ਪੇੜ ਉਖੇੜ ਦਿਆਂ, ਤਾਂ ਕੀ ਪਿਆਰ ਕਰੋਗੇ? ਨਹੀਂ ਨਾ। ਤਾਂ ਜੇ ਮੈਂ ਤੁਹਾਡੇ ਨਾਲ ਪਿਆਰ ਕਰਾਂਗਾ ਤਾਂ ਹੀ ਤੁਸੀਂ ਪਿਆਰ ਕਰੋਗੇ ਨਾ, ਮੈਂ ਤੁਹਾਡਾ ਸਹਿਯੋਗ ਕਰਾਂਗਾ, ਤੁਸੀਂ ਪਿਆਰ ਕਰੋਗੇ। ਇਸ ਲਈ ਪਿਆਰ ਦੀ ਬੁਨਿਆਦੀ ਲੋੜ ਨੂੰ ਪੂਰੀਆਂ ਕਰਨ ਵਾਸਤੇ ਦੂਜਿਆਂ ਨਾਲ ਪਿਆਰ ਕਰੋ। ਜਿਹੋ ਜਿਹਾ ਵਤੀਰਾ ਦੂਜਿਆਂ ਤੋਂ ਚਾਹੁੰਦੇ ਹੋ, ਉਹੋ ਜਿਹਾ ਵਤੀਰਾ ਦੂਜਿਆਂ ਦੇ ਨਾਲ ਕਰੋ। ਦੂਜੇ ਨੂੰ ਮਾਣ ਦਿਓ, ਸਤਿਕਾਰ ਦਿਓ, ਪਿਆਰ ਦਿਓ, ਸਹਿਯੋਗ ਦਿਓ, ਤੁਹਾਨੂੰ ਪਿਆਰ ਮਿਲੇਗਾ। ਦੂਜੀ ਗੱਲ ਸੀ ਕਿ ਸੁਰੱਖਿਆ। ਦੇਖੋ, ਤੁਹਾਡੀ ਸੁਰੱਖਿਆ ਕਿਸੇ ਨੇ ਨਹੀਂ ਕਰਨੀ, ਆਪਣੀ ਸੁਰੱਖਿਆ ਦਾ ਪ੍ਰਬੰਧ ਆਪ ਕਰੋ। ਆਪਣੀ ਸੁਰੱਖਿਆ ਦਾ ਪ੍ਰਬੰਧ ਆਪ ਕਰੋ। ਜੇ ਚੋਰੀ ਦਾ ਡਰ ਹੈ ਤੇ ਘਰ ਨੂੰ ਦਰਵਾਜ਼ਾ ਆਦਿਕ ਲਗਾਓ, ਕੈਮਰਾ ਵਗੈਰਾ ਲਗਾ ਲਓ। ਤਾਂ ਆਪਣੀ ਸੁਰੱਖਿਆ ਦਾ ਪ੍ਰਬੰਧ ਕਰੋ, ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਕਰੋ। ਇਸ ਪ੍ਰਬੰਧ ਨੂੰ ਹੋਰ ਪੱਕਿਆਂ ਕਰੋ, ਕਿਉਂਕਿ ਤੁਹਾਡੀ ਸੁਰੱਖਿਆ ਹੈ, ਇਸ ਲਈ ਤੁਹਾਨੂੰ ਸੁਰੱਖਿਆ ਦਾ ਡਰ ਨਹੀਂ ਰਹੇਗਾ। ਇਹ ਬੁਨਿਆਦੀ ਲੋੜ ਹੈ, ਤਾਂ ਇਹਦੇ ਵਾਸਤੇ ਯਤਨ ਕਰੋ। ਤੀਜਾ ਹੈ ਕਿ ਤੁਸੀਂ ਦੂਜਿਆਂ ਦੀ ਖੁੱਲੇ ਦਿਲ ਦੇ ਨਾਲ ਸ਼ਲਾਘਾ ਕਰੋ। ਖੁੱਲੇ ਦਿਲ ਨਾਲ ਸ਼ਲਾਘਾ ਕਰੋ। ਹੁਣ ਅਸੀਂ ਕਿਸੇ ਦੀ ਸ਼ਲਾਘਾ ਕਰਨ ਲੱਗਿਆਂ ਤੇ ਮੌਤ ਪੈਂਦੀ ਹੈ ਸਾਨੂੰ। ਜੇ ਕੋਈ ਬੰਦਾ ਮਕਾਨ ਵੀ ਬਣਾ ਲਵੇ ਨਾ, ਆਪਣਾ ਵੱਡਾ ਲੈ ਲਿਆ ਸਾਡੇ ਤੋਂ, ਤੇ ਚਾਹੀਦਾ ਤੇ ਅਸੀਂ ਖੁਸ਼ ਹੋਣਾ। ਹੁਣ ਮਕਾਨ ਉਹਨੇ ਵੱਡਾ ਲਿਆ ਹੈ, ਕਰਜ਼ਾ ਉਹਨੇ ਲਿਆ ਹੈ, ਮੌਰਗੇਜ ਉਹਨੇ ਦੇਣੀ ਹੈ, ਉਹਨੂੰ ਮੇਨਟੇਨ ਉਸ ਬੰਦੇ ਨੇ ਕਰਨਾ ਹੈ। ਤੇ ਅਸੀਂ ਮਰੇ ਆ, ਏਡੇ ਵੱਡੇ ਮਕਾਨ ਦੀ ਕੀ ਲੋੜ ਸੀ? ਜੇ ਕੋਈ ਆਣ ਕੇ ਉਹਨਾਂ ਦੀ ਕੋਈ ਸਿਫਤ ਕਰਦਾ ਵੱਡਾ ਘਰ, ਤੇ ਨਾਲ ਹੀ ਅਸੀਂ ਅੱਖਾਂ ਲਾਲ ਦੀਆਂ ਕਰਕੇ ਕਹਿੰਦੇ ਆ, ਯਾਰ ਐਵੇਂ ਥੋੜਾ ਵੱਡਾ ਘਰ ਬਣਾ ਲਿਆ। 2 ਨੰਬਰ ਦੇ ਧੰਦੇ ਨੇ, ਡਾਕੇ ਮਾਰਦੇ ਨੇ, ਚੋਰੀਆਂ ਕਰਦੇ ਨੇ, ਐਵੇਂ ਘਰ ਬਣਦੇ ਨੇ। ਤਾਂ ਐਵੇਂ ਜੇ ਕਰੋਗੇ ਤੇ ਤੁਹਾਡਾ ਮਾਣ ਕੌਣ ਕਰੇਗਾ? ਇਸ ਲਈ ਖੁੱਲੇ ਦਿਲ ਦੇ ਨਾਲ ਯਾਰ ਮਾਣ ਕਰੋ ਦੂਜੇ ਦਾ। ਹਰ ਇੱਕ ਦੇ ਅੰਦਰ ਕੋਈ ਨਾ ਕੋਈ ਗੁਣ ਜ਼ਰੂਰ ਹੈ। ਹੋ ਸਕਦਾ ਇੱਕ ਬੰਦਾ ਸ਼ਰਾਬ ਪੀਂਦਾ, ਉਹਦੇ ਵਿੱਚ ਔਗਣ ਹੈ। ਹੋ ਸਕਦਾ ਹੈ ਉਹ ਕੰਪਿਊਟਰ ਦਾ ਬੜਾ ਚੰਗਾ ਮਾਸਟਰ ਹੋਵੇ, ਤਾਂ ਉਹਦੇ ਉਸ ਗੁਣ ਦੀ ਤੇ ਸਿਫਤ ਕਰੋ ਨਾ। ਹੋ ਸਕਦਾ ਹੈ ਇੱਕ ਬੰਦੇ ਵਿੱਚ ਥੋੜਾ ਗੁੱਸਾ ਜ਼ਿਆਦਾ ਹੈ, ਪਰ ਉਹ ਬੜੇ ਟੌਪ ਦਾ ਇੰਜੀਨੀਅਰ ਹੈ, ਤਾਂ ਉਹਦੇ ਗੁਣ ਦੀ ਸ਼ਲਾਘਾ ਕਰੋ, ਖੁੱਲ ਕੇ ਕਰੋ, ਦਿਲੋਂ ਕਰੋ।
ਔਰ ਇੱਕ ਨੇਮ ਬਣਾ ਲਓ ਕਿ ਤੁਸੀਂ 3 ਵੀਰਾਂ ਭੈਣਾਂ ਦੀ ਸਿਫਤ ਹਰ ਰੋਜ਼ ਕਰਨੀ ਹੈ, ਨਵਿਆਂ ਦੀ। ਦੇਖੋ ਇਸ ਦੁਨੀਆ ਵਿੱਚ 3 ਬੰਦੇ ਤੇ ਹੋਣਗੇ ਨਾ ਚੰਗੇ, ਤੁਹਾਡੇ ਵੀਰ, ਭੈਣ, ਭਰਾ, ਰਿਸ਼ਤੇਦਾਰ, ਬੱਚੀਆਂ, ਬੱਚੇ, ਪਤੀ, ਪਤਨੀ, ਉਹਨਾਂ ਦੇ ਵਿੱਚ 2-3 ਗੁਣ ਤੇ ਹੋਣਗੇ ਨਾ। 3 ਬੰਦਿਆਂ ਦੇ ਜਿਹੜਾ ਜਿਹੜਾ ਗੁਣ ਹੈ ਨਾ, ਉਹਨਾਂ ਦੀ ਸਿਫਤ ਕਰੋ ਕਿ ਫਲਾਂ ਬੰਦੇ ਦੀ ਯਾਰ ਬੋਲੀ ਬੜੀ ਵਧੀਆ, ਉਹਦੀ ਵਰਡਿੰਗ ਬੜੀ ਪਿਆਰੀ ਹੈ, ਯਾਰ ਫਲਾਂ ਬੱਚਾ ਹੈ, ਉਹਦੀ ਹੈਂਡ ਰਾਈਟਿੰਗ ਬਹੁਤ ਚੰਗੀ ਹੈ, ਸਾਡਾ ਗੁਆਂਢੀ ਬੰਦਾ ਹੈ, ਉਹ ਘਰ ਦੀ ਸਫਾਈ ਬਹੁਤ ਵਧੀਆ ਰੱਖਦਾ ਹੈ, ਫਲਾਂ ਬੰਦਾ ਹੈ ਬੜਾ ਚੰਗਾ ਡਰਾਈਵਰ ਹੈ, ਫਲਾਂ ਬੰਦਾ ਹੈ ਕੰਪਿਊਟਰ ਦਾ ਮਾਸਟਰ ਹੈ। ਇਸ ਤਰ੍ਹਾਂ ਤੁਸੀਂ 1 ਮਹੀਨਾ ਲਗਾਤਾਰ 3 ਬੰਦਿਆਂ ਦੀ ਸਿਫਤ ਡੇਲੀ ਕਰੋ, ਕਿਸੇ ਦੇ ਔਗਣ ਨਾ ਗਿਣੋ, ਦੇਖੋਗੇ ਤੁਸੀਂ 3 ਮਹੀਨੇ ਬਾਅਦ ਤੁਹਾਡੀ ਜ਼ਿੰਦਗੀ ਬਦਲ ਜਾਏਗੀ, ਹਰ ਥਾਂ ਤੇ ਤੁਹਾਨੂੰ ਪੋਜ਼ਿਟਿਵ ਚੀਜ਼ ਦਿਸੇਗੀ। ਜਿਨ੍ਹਾਂ ਦੀ ਸਿਫਤ ਕਰੋਗੇ ਨਾ, ਉਹ ਤੁਹਾਡੀ ਵੀ ਸਿਫਤ ਕਰਨਗੇ। ਇਸ ਲਈ ਚੌਥੀ ਗੱਲ ਹੈ ਕਿ ਨਵੇਂ ਤਜਰਬਿਆਂ ਲਈ ਸੈਰ ਸਪਾਟੇ ਤੇ ਜਾਓ। ਕੋਈ ਆਪਣੀ ਜ਼ਿੰਦਗੀ ਦੇ ਅੰਦਰ ਸ਼ੁਗਲ ਜ਼ਰੂਰ ਰੱਖੋ, ਤੁਹਾਡੀ ਕੋਈ ਹੌਬੀ ਹੋਣੀ ਚਾਹੀਦੀ ਹੈ, ਜੀਵਨ ਦੇ ਅੰਦਰ ਕੋਈ ਸ਼ੁਗਲ ਰੱਖੋ, ਉਹ ਸ਼ੁਗਲ ਰਾਹੀਂ ਤੁਹਾਨੂੰ ਖੁਸ਼ੀ ਮਿਲੇਗੀ। ਤੁਸੀਂ ਕ੍ਰਿਕਟ ਖੇਲਣ ਦਾ ਸ਼ੌਕ ਰੱਖ ਲਓ, ਵਾਲੀਬਾਲ ਹੈ, ਕੋਈ ਹੋਰ ਰੇਸ ਆਦਿਕ ਹੈ, ਜਾਂ ਜੋ ਵੀ ਤੁਹਾਨੂੰ ਚੰਗਾ ਲੱਗਦਾ ਹੈ, ਉਹ ਸ਼ੁਗਲ ਰੱਖੋ, ਹੌਬੀ, ਉਹਦੇ ਵਿੱਚ ਆਪਣਾ ਕੰਮ ਕਰੋ। ਤੇ ਜੇਕਰ ਤੁਸੀਂ ਸਵੈਮਾਨ ਚਾਹੁੰਦੇ ਹੋ ਤਾਂ ਦੂਜਿਆਂ ਦੇ ਸਵੈਮਾਨ ਨੂੰ ਤੋੜਨ ਤੋਂ ਪਰਹੇਜ਼ ਕਰੋ, ਦੂਜਿਆਂ ਨੂੰ ਠੇਸ ਨਾ ਪਹੁੰਚਾਓ, ਲੋਕਾਂ ਦੇ ਨਾਲ ਉਸੇ ਤਰ੍ਹਾਂ ਦਾ ਸਲੂਕ ਕਰੋ ਜਿਸ ਤਰ੍ਹਾਂ ਦਾ ਸਲੂਕ ਤੁਸੀਂ ਦੂਜਿਆਂ ਤੋਂ ਚਾਹੁੰਦੇ ਹੋ। ਇਹ ਚੀਜ਼ਾਂ ਤੁਹਾਨੂੰ ਚਿੰਤਾ ਚੋਂ ਮੁਕਤ ਕਰਨਗੀਆਂ। ਇਹ ਚੀਜ਼ਾਂ ਜਿਹੜੀਆਂ 6 ਸਾਡੀਆਂ ਬੁਨਿਆਦੀ ਲੋੜਾਂ ਨੇ, ਉਹਨਾਂ ਨੂੰ ਪੂਰਾ ਕਰਨ ਦੇ ਅੰਦਰ ਸਹਿਯੋਗ ਦੇਣਗੀਆਂ। ਔਰ ਇੱਕ ਕੁਝ ਗੱਲਾਂ ਹੋਰ ਬਹੁਤ ਜ਼ਰੂਰੀ ਨੇ, ਸਿਆਣਪ ਔਰ ਅਣਜਾਣਪੁਣਾ। ਸਿਆਣੇ ਬਣੋ, ਮੈਚਿਓਰ ਬਣੋ। ਉਹਦੇ ਵਾਸਤੇ ਕਿਹੜੀਆਂ ਨੇ? ਸਿਆਣਪ ਕੀ ਹੈ, ਮੈਚਿਓਰਿਟੀ ਕੀ ਹੈ? ਬਹੁਤ ਲੋਕ ਆਮ ਤੌਰ ਤੇ ਕੋਈ ਨਾ ਕੋਈ ਚਿੰਤਾ, ਮਨੋਰੋਗ ਉਹਨਾਂ ਨੂੰ ਲੱਗਾ ਰਹਿੰਦਾ ਹੈ। ਇਹਦਾ ਕਾਰਨ ਮਨੁੱਖ ਤੇ ਕੋਈ ਵੱਡੀਆਂ ਵੱਡੀਆਂ ਮੁਸੀਬਤਾਂ ਨਹੀਂ ਹੁੰਦੀਆਂ, ਬਲਕਿ ਜੀਵਨ ਦੀਆਂ ਛੋਟੀਆਂ ਛੋਟੀਆਂ, ਨਿੱਕੀਆਂ ਨਿੱਕੀਆਂ ਗੱਲਾਂ ਨੂੰ ਠੀਕ ਢੰਗ ਦੇ ਨਾਲ ਨਾ ਨਿਬੇੜਨਾ ਚਿੰਤਾਵਾਂ ਦੇ ਵਿੱਚ ਵਾਧਾ ਹੋ ਜਾਂਦਾ ਹੈ, ਕਿਉਂਕਿ ਉਹ ਸਿਆਣਪ ਦੇ ਨਾਲ ਆਪਣੀਆਂ ਇਹਨਾਂ ਚੀਜ਼ਾਂ ਨੂੰ ਨਿਬੇੜਦੇ ਨਹੀਂ, ਅਣਜਾਣਪੁਣੇ ਕਰਕੇ ਉਹ ਚਿੰਤਾ ਵਧਾ ਦਿੰਦੇ ਨੇ। ਜੀਵਨ ਦੀਆਂ ਹਰ ਰੋਜ਼ ਦੀਆਂ ਔਂਕੜਾਂ ਨੂੰ ਅਜਿਹੇ ਢੰਗ ਦੇ ਨਾਲ ਨਿਬੇੜਨਾ ਜਿਸ ਨਾਲ ਮਨੁੱਖ ਨੂੰ ਵੱਧ ਤੋਂ ਵੱਧ ਖੁਸ਼ੀ ਮਿਲੇ, ਇਹਨੂੰ ਅਸੀਂ ਸਿਆਣਪ ਕਹਿ ਸਕਦੇ ਹਾਂ। ਜਿਹੜਾ ਮਨੁੱਖ ਔਂਕੜ ਦੇ ਆਉਣ ਤੇ ਦਿਲ ਹਾਰ ਕੇ ਬਹਿ ਜਾਂਦਾ ਹੈ, ਗਮ, ਫਿਕਰ ਔਰ ਚਿੰਤਾ ਦਾ ਸ਼ਿਕਾਰ ਹੋ ਜਾਂਦਾ ਹੈ, ਉਹਨੂੰ ਅਸੀਂ ਇਮੈਚੁਰ ਕਹਾਂਗੇ, ਉਹ ਅਨਾਣਾ ਕਹਾਇਆ ਜਾਏਗਾ। ਲੇਕਿਨ ਜੋ ਹਾਲਾਤ ਦੇ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦਾ ਹੈ, ਪੂਰਨ ਸਿਆਣਪ ਦੇ ਨਾਲ ਜੋ ਸਮੱਸਿਆਵਾਂ ਨੂੰ ਹੱਲ ਕਰਦਾ ਹੈ, ਉਹਨੂੰ ਅਸੀਂ ਮੈਚੁਰ ਕਹਾਂਗੇ। ਇਹ ਮੈਂਟਲ ਮੈਚੁਰਿਟੀ ਦੀ ਨਿਸ਼ਾਨੀ ਹੈ। ਤੇ ਪੂਰਨ ਸਿਆਣਪ ਦੇ ਗੁਣ ਕੀ ਨੇ, ਇਹ ਆਪ ਨੋਟ ਕਰਨਾ ਚਾਹੋ ਤਾਂ ਕਰ ਲਓ। ਜ਼ਿੰਮੇਵਾਰੀ ਔਰ ਆਜ਼ਾਦੀ, ਯਾਨੀ ਜ਼ਿੰਮੇਵਾਰੀ ਦੇ ਨਾਲ ਤੁਸੀਂ ਕੰਮ ਨੂੰ ਨਿਭਾਓ। ਮੈਂ ਮੇਰੀ ਔਰ ਈਰਖਾ ਔਰ ਕੰਪੀਟੀਸ਼ਨ ਦਾ ਤਿਆਗ ਕਰੋ। ਇਸ ਗੱਲ ਨੂੰ ਅਨੁਭਵ ਕਰ ਲੈਣਾ ਕਿ ਗੁੱਸਾ, ਈਰਖਾ, ਨਫ਼ਰਤ, ਜ਼ੁਲਮ ਇਹ ਮਨੁੱਖ ਦੀ ਕਮਜ਼ੋਰੀ ਹੈ। ਪ੍ਰੇਮ, ਪਿਆਰ, ਹਮਦਰਦੀ, ਮਿਲਵਰਤਨ ਇਹ ਮਨੁੱਖ ਦੀਆਂ ਤਾਕਤ ਦੀਆਂ ਨਿਸ਼ਾਨੀਆਂ ਨੇ। ਇਹ ਸਿਆਣਪ ਆਪਣੇ ਅੰਦਰ ਪੈਦਾ ਕਰੋ। ਹਕੀਕਤ ਔਰ ਵਹਿਮ ਦੇ ਅੰਦਰ ਫਰਕ ਸਮਝੋ। ਕੁਛ ਹਕੀਕਤ ਹੈ, ਕੁਛ ਵਹਿਮ ਨੇ। ਜੇ ਵਹਿਮਾਂ ਵਿੱਚ ਪੈ ਰਹੋਗੇ ਤਾਂ ਇਹ ਅਣਜਾਣਪੁਣਾ ਹੈ। ਹਕੀਕਤ ਨੂੰ, ਸੱਚਾਈ ਨੂੰ ਸਮਝਣਾ ਸਿਆਣਪ ਹੈ। ਜਿਵੇਂ ਆ ਜੋਤਿਸ਼ ਵਗੈਰਾ, ਭੂਤ ਪ੍ਰੇਤ, ਜੰਤਰ ਮੰਤਰ, ਇਹ ਸਭ ਵਹਿਮ ਨੇ, ਹਕੀਕਤ ਨਹੀਂ ਹੈ। ਹਕੀਕਤ ਨੂੰ ਸਮਝੋ। ਔਰ ਡਰ, ਵਹਿਮ ਅਗਿਆਨਤਾ ਤੋਂ ਪੈਦਾ ਹੁੰਦੇ ਨੇ। ਡਰ ਔਰ ਵਹਿਮ ਅਗਿਆਨਤਾ ਤੋਂ ਪੈਦਾ ਹੁੰਦੇ ਨੇ। ਗਿਆਨ ਸਾਨੂੰ ਹਕੀਕਤ ਦੀ ਪਹਿਚਾਨ ਕਰਾਉਂਦਾ ਹੈ। ਇਸ ਲਈ ਸਾਨੂੰ ਇਹ ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ ਨੇ। 2-4 ਗੱਲਾਂ ਮੈਂ ਆਪ ਦੇ ਨਾਲ ਹੋਰ ਕਰਕੇ ਤੇ ਖਿਮਾਦਾਦਾਰ ਚੁੱਕਾਂ। ਪਰਿਵਾਰ ਦੇ ਅੰਦਰ ਖਿਚਾਅ ਤੇ ਅਸ਼ਾਂਤੀ ਪੈਦਾ ਕਰਨ ਦੇ ਵਾਤਾਵਰਣ ਕੀ ਨੇ? ਖੁਸ਼ੀ ਮਾਰ ਵਾਯੂਮੰਡਲ ਆਪਣੇ ਬੱਚਿਆਂ ਦੀ ਮੌਜੂਦਗੀ ਦੇ ਵਿੱਚ ਡਰ, ਗਮ, ਫਿਕਰ ਔਰ ਚਿੰਤਾ ਦੀਆਂ ਗੱਲਾਂ ਨਾ ਕਰੋ। ਬੱਚਿਆਂ ਦੇ ਸਾਹਮਣੇ ਨਾ ਲੜੋ। ਪਰਿਵਾਰ ਦਾ ਰੋਗੀ ਵਾਯੂਮੰਡਲ ਤੁਹਾਡੇ ਬੱਚਿਆਂ ਦੇ ਸਾਹਮਣੇ ਸਦਾ ਬਿਮਾਰੀ ਦੀਆਂ ਗੱਲਾਂ ਕਰਨੀਆਂ, ਉਹਨਾਂ ਅੰਦਰ ਡਰ, ਗਮ, ਚਿੰਤਾ ਔਰ ਫਿਕਰ ਪੈਦਾ ਕਰ ਦੇਵੇਗਾ। ਪਰਿਵਾਰ ਦੇ ਅੰਦਰ ਨੁਕਤਾਚੀਨੀ ਨਾ ਕਰੋ। ਪਰਿਵਾਰ ਦੇ ਕਿਸੇ ਜੀਅ ਤੇ ਸਾਨੂੰ ਵਾਧੂ ਨੁਕਤਾਚੀਨੀ ਨਹੀਂ ਕਰਨੀ ਚਾਹੀਦੀ। ਤੈਨੂੰ ਇਹ ਨਹੀਂ ਕਰਨਾ ਆਉਂਦਾ, ਤੂੰ ਇਹ ਕਰਤਾ, ਉਹ ਕਰਤਾ। ਜਦੋਂ ਨੁਕਤਾਚੀਨੀ ਕਰੋਗੇ ਦੂਰੀਆਂ ਵਧਣਗੀਆਂ। ਇਹ ਰੋਗੀ ਵਾਯੂਮੰਡਲ ਦੀਆਂ ਨਿਸ਼ਾਨੀਆਂ ਨੇ।
ਖੁਦਗਰਜੀ ਦਾ ਵਾਯੂਮੰਡਲ ਆਪਣੇ ਪਰਿਵਾਰ ਵਿੱਚ ਪੈਦਾ ਨਾ ਹੋਣ ਦਿਓ। ਖੁਦਗਰਜੀ ਪਰਿਵਾਰਕ ਔਰ ਸਮਾਜਿਕ ਸੰਬੰਧਾਂ ਨੂੰ ਵਿਗਾੜ ਦਿੰਦੀ ਹੈ। ਇਹ ਆਨੰਦਮਈ ਜੀਵਨ ਦੇ ਰਸਤੇ ਦੇ ਅੰਦਰ ਇੱਕ ਬਹੁਤ ਵੱਡਾ ਰੋੜਾ ਹੈ। ਪਰਿਵਾਰ ਦੇ ਅੰਦਰ ਮਾਨਸਿਕ ਖਿਚਾਅ ਤੇ ਅਸ਼ਾਂਤੀ ਪੈਦਾ ਹੁੰਦੀ ਹੈ। ਨਫ਼ਰਤ ਦਾ ਵਾਯੂਮੰਡਲ ਆਪਣੇ ਪਰਿਵਾਰ ਵਿੱਚ ਪੈਦਾ ਨਾ ਹੋਣ ਦਿਓ। ਕਿਸੇ ਪਰਿਵਾਰ ਦੇ ਜੀਅ ਦੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ। ਸਾਰਿਆਂ ਦੇ ਨਾਲ ਇੱਕੋ ਜਿਹਾ ਵਿਹਾਰ ਕਰੋ, ਇੱਕ ਜੈਸਾ ਪਿਆਰ ਕਰੋ। ਸਹੁਰਿਆਂ ਦਾ ਗਲਬਾ, ਮਾਪਿਆਂ ਨੂੰ ਆਪਣੇ ਨੂੰਹ ਪੁੱਤਰ ਨੂੰ ਆਜ਼ਾਦੀ ਦੇ ਨਾਲ ਉਹਨਾਂ ਦੀ ਇੱਛਾ ਔਰ ਰੁਚੀਆਂ ਅਨੁਸਾਰ ਜੀਵਨ ਬਤੀਤ ਕਰਨ ਦੀ ਖੁੱਲ੍ਹ ਦੇਣੀ ਚਾਹੀਦੀ ਹੈ। ਉਹਨਾਂ ਦੇ ਉੱਤੇ ਬਹੁਤੇ ਬੈਨ ਨਾ ਲਗਾਓ, ਉਹਨਾਂ ਦੀ ਪਰਿਵਾਰਕ ਜ਼ਿੰਦਗੀ ਦੇ ਅੰਦਰ ਜ਼ਿਆਦਾ ਇੰਟਰਫੇਅਰ ਨਾ ਕਰੋ। ਦੋਸ਼ੀ ਭਾਵ ਇਹ ਵੀ ਚਿੰਤਾ ਦਾ ਇੱਕ ਬਹੁਤ ਵੱਡਾ ਕਾਰਨ ਹੈ। ਇਸ ਲਈ ਮਾਨਸਿਕ ਔਰ ਸਰੀਰਕ ਜਿਹੜੇ ਨੇ ਖਿਚਾਅ ਪੈਦਾ ਹੁੰਦੇ ਨੇ। ਇਸ ਲਈ ਐਸਾ ਵਾਤਾਵਰਨ ਆਪਣੇ ਜੀਵਨ ਦੇ ਅੰਦਰ ਪੈਦਾ ਨਾ ਹੋਣ ਦਿਓ। ਚਿੰਤਾ ਤੋਂ ਬਚਣ ਲਈ ਜੀਵਨ ਸਾਦਾ ਰੱਖੋ। ਸਾਦਗੀ ਜਿਹਾ ਕੋਈ ਵੱਡਾ ਗਹਿਣਾ ਨਹੀਂ। ਹਰ ਵੇਲੇ ਢਿੱਡ ਨੂੰ ਟੂੰਹਦੇ ਨਾ ਰਹੋ। ਬਿਮਾਰੀ ਦੀ ਚਿੰਤਾ ਬਿਮਾਰੀ ਨੂੰ ਹੋਰ ਜ਼ਿਆਦਾ ਵਧਾ ਦਿੰਦੀ ਹੈ। ਕੰਮ ਦੇ ਨਾਲ ਪਿਆਰ ਕਰੋ। ਗਲੈਡਸਟੋਨ ਆਖਦਾ ਹੈ ਕਿ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਕੰਮ ਕਰਨ ਦੇ ਨਾਲ ਮਿਲਦੀ ਹੈ। ਕੋਈ ਸ਼ੁਗਲ ਜ਼ਰੂਰ ਰੱਖੋ। ਸੰਤੁਸ਼ਟ ਰਹੋ। ਨਫ਼ਰਤ ਛੱਡੋ। ਨਿੱਕੀਆਂ ਨਿੱਕੀਆਂ ਗੱਲਾਂ ਤੇ ਨਾ ਖਿਜੋ। ਆਂਢੀਆਂ ਗੁਆਂਢੀਆਂ ਦੇ ਵਿੱਚ ਦਿਲਚਸਪੀ ਲਓ। ਉਹਨਾਂ ਦੇ ਦੁੱਖ ਸੁੱਖ ਦੇ ਅੰਦਰ ਸ਼ਾਮਲ ਹੋਵੋ। ਚਿੰਤਾ ਤੋਂ ਬਚਣ ਲਈ ਸਦਾ ਮਿੱਠਾ ਬੋਲੋ। ਮਿੱਠਾ ਬੋਲਣ ਵਾਲੇ ਨੂੰ ਲੋਕ ਪਿਆਰ ਕਰਦੇ ਨੇ। ਸਵੇਰੇ ਹੱਸਦੇ ਹੱਸਦੇ ਉੱਠੋ। ਸਵੇਰੇ ਹੱਸਦੇ ਹੱਸਦੇ ਉੱਠੋਗੇ, ਬਾਕੀ ਦਾ ਸਾਰਾ ਦਿਨ ਬੜੇ ਹਾਸਿਆਂ ਦੇ ਅੰਦਰ ਬਤੀਤ ਹੋਵੇਗਾ। ਔਂਕੜਾਂ ਦਾ ਜਿਹੜਾ ਹੱਲ ਹੈ, ਸਿਆਣਪ ਦੇ ਨਾਲ ਕਰੋ। ਹਾਲ ਦੀ ਘੜੀ ਆਨੰਦ ਲਵੋ। ਇੰਜ ਕਰਨ ਦੇ ਨਾਲ ਤੁਹਾਡੀ ਅਗਲੀ ਘੜੀ ਵੀ ਸੁੱਖਾਂ ਦੇ ਅੰਦਰ ਬੀਤੇਗੀ। ਕਾਲ ਛੱਡੋ। ਕਾਲ ਦੇ ਅੱਗੇ ਟੋਏ ਹੁੰਦੇ ਨੇ। ਪੂਰਨ ਸਿਆਣਪਤਾ ਨੂੰ ਵਰਤਣ ਦਾ ਯਤਨ ਕਰੋ। ਤੇ ਪਰਿਵਾਰ ਬਣਾਉਣ ਲਈ ਇਹ ਗੱਲਾਂ ਬੜੀਆਂ ਜ਼ਰੂਰੀ ਨੇ। ਜਿਵੇਂ ਕਿ ਮੈਂ ਪਹਿਲਾਂ ਕਿਹਾ ਹੈ, ਰਹਿਣੀ ਬਹਿਣੀ ਸਾਦੀ ਰੱਖੋ। ਆਪਣਾ ਰਹਿਣ ਬਹਿਣ ਖੁਸ਼ੀ ਪ੍ਰਾਪਤ ਕਰਨ ਦੇ ਢੰਗ, ਇਹਨਾਂ ਨੂੰ ਸਾਦਿਆਂ ਰੱਖੋ। ਇੱਕ ਦੂਜੇ ਦੀ ਪਰਿਵਾਰ ਵਿੱਚ ਸਹਾਇਤਾ ਕਰੋ। ਸਾਰੇ ਜੀਆਂ ਦੇ ਵਿੱਚ ਸਾਂਝ ਪੈਦਾ ਕਰੋ। ਹਾਰ ਨੂੰ ਜਿੱਤ ਵਿੱਚ ਬਦਲਣ ਵਾਸਤੇ ਸਾਰਾ ਪਰਿਵਾਰ ਯਤਨ ਕਰੋ। ਪਿਆਰ ਤੋਂ ਬਿਨਾਂ ਪਰਿਵਾਰ ਨਿਕੰਮਾ ਹੈ। ਜਿਸ ਪਰਿਵਾਰ ਦੇ ਜੀਆਂ ਦਾ ਇੱਕ ਦੂਜੇ ਨਾਲ ਪਿਆਰ ਨਹੀਂ, ਉਹਨੂੰ ਅਸੀਂ ਪਰਿਵਾਰ ਨਹੀਂ ਕਹਿ ਸਕਦੇ, ਉਹ ਨਰਕ ਬਣ ਜਾਏਗਾ। ਤੇ ਇਸ ਲਈ ਤੁਹਾਡੀ ਘਰ ਸਵਰਗ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਅਸੀਂ ਇਹਨਾਂ ਚੀਜ਼ਾਂ ਨੂੰ ਵਰਤ ਕੇ ਚਿੰਤਾਵਾਂ ਤੋਂ ਮੁਕਤ ਹੋ ਸਕਦੇ ਹਾਂ। ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਚਿੰਤਾ ਕੀ ਹੈ, ਚਿੰਤਾ ਰੋਗ ਕੀ ਹੈ, ਚਿੰਤਾ ਦੇ ਕਾਰਨ ਕੀ ਨੇ, ਚਿੰਤਾਵਾਨ ਦੀਆਂ ਮਾਨਸਿਕ ਔਰ ਸਰੀਰਕ ਨਿਸ਼ਾਨੀਆਂ ਕੀ ਨੇ, ਔਰ ਚਿੰਤਾਵਾਂ ਤੋਂ ਅਸੀਂ ਕਿਵੇਂ ਬਚ ਸਕਦੇ ਹਾਂ, ਚਿੰਤਾਵਾਨ ਦੇ ਨਾਲ ਅਸੀਂ ਵਿਹਾਰ ਕੈਸਾ ਕਰਨਾ ਹੈ, ਜੋ ਸਾਡੀਆਂ ਤਰੰਗਾਂ ਸਾਡੇ ਉੱਤੇ ਪ੍ਰਭਾਵ ਪਾਉਂਦੀਆਂ ਨੇ, ਪਲੀਜ਼ੈਂਟ ਔਰ ਅਨਪਲੀਜ਼ੈਂਟ ਇਮੋਸ਼ਨਸ, ਇਹ ਸਾਰੀਆਂ ਵਿਚਾਰਾਂ ਆਪ ਦੇ ਨਾਲ ਸਾਂਝੀਆਂ ਕੀਤੀਆਂ ਨੇ। ਮੈਂ ਹੁਣ ਇੱਥੇ ਸਮਾਪਤੀ ਕਰ ਰਿਹਾ। ਆਪ ਵੀਰਾਂ ਦੇ ਕੀ ਵਿਊਜ਼ ਨੇ ਔਰ ਆਪ ਨੂੰ ਇਹ ਸਾਰਾ ਪ੍ਰੋਗਰਾਮ ਕੈਸਾ ਲੱਗਾ, ਔਰ ਅੱਜ ਦੇ ਸਬਜੈਕਟ ਬਾਰੇ, ਚਿੰਤਾ ਰੋਗ ਬਾਰੇ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੋਵੇ ਤਾਂ ਉਹ ਸਵਾਲ ਵੀ ਕਰ ਸਕਦਾ ਹੈ। ਔਰ ਸਾਡੇ ਵਿੱਚ ਇੱਕ ਮਹਾਨ ਸ਼ਖਸੀਅਤ ਭਾਈ ਦੀਪਿੰਦਰ ਸਿੰਘ ਜੀ ਹਾਜ਼ਰ ਨੇ, ਉਹ ਵੀ ਆਪ ਸਮੂਹ ਸੰਗਤਾਂ ਨੂੰ ਬਾਅਦ ਵਿੱਚ ਫਤਿਹ ਬੁਲਾਉਣਗੇ। ਤੇ ਮੇਰੀ ਪੋਤਰੀ ਜਗਨੀਤ ਕੌਰ, ਉਹ ਵੀ ਆਪ ਨੂੰ ਬਾਅਦ ਦੇ ਵਿੱਚ ਜ਼ਰੂਰ ਫਤਿਹ ਬੁਲਾਏਗੀ, ਹੱਸ ਰਹੀ ਹੈ। ਤੇ ਆਓ ਹੁਣ ਭਾਈ ਸਾਹਿਬ ਤੋਂ ਅਗਲੇ ਵਿਚਾਰ ਸਰਵਣ ਕਰਦੇ ਹਾਂ। ਮੇਰੇ ਵੱਲੋਂ ਫਤਿਹ ਆਪ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ ਗਿਆਨੀ ਜੀ। ਪਿਛਲੇ ਇੱਕ ਘੰਟੇ ਦੇ ਉੱਪਰ ਆਪ ਜੀ ਨੇ ਜਿਹੜੀ ਚਿੰਤਾ ਬਾਰੇ ਗੱਲਬਾਤ ਕੀਤੀ ਹੈ, ਸਾਰਿਆਂ ਨੇ ਸੁਣ ਲਈ ਹੈ ਕਿ ਕਿੱਦਾਂ ਚਿੰਤਾ ਅਸੀਂ ਕ੍ਰੀਏਟ ਕਰਦੇ ਹਾਂ, ਆਪਣੀ ਕ੍ਰੀਏਟਿਡ ਹੀ ਹੁੰਦੀ ਹੈ ਜੀ ਇੱਕ ਤਰ੍ਹਾਂ ਨਾਲ। ਇੱਕ ਜ਼ਿੰਮੇਵਾਰੀ ਵਾਲੀ ਚਿੰਤਾ ਉਹ ਵੀ ਦੱਸਿਆ, ਦੂਜੀ ਚਿੰਤਾ ਜਿੱਦਾਂ ਰੋਗ ਸਾਡਾ, ਉਹਦੀਆਂ ਨਿਸ਼ਾਨੀਆਂ ਵੀ ਦੱਸੀਆਂ, ਖੁਸ਼ ਰਹਿਣਾ ਕਿੱਦਾਂ, ਤੇ ਉਹ ਵੀ ਆਪ ਜੀ ਨੇ ਦੱਸਿਆ, ਢੰਗ ਤਰੀਕੇ ਸਾਰੇ ਦੱਸੇ ਆ। ਅਸੀਂ ਵੀ ਕੋਸ਼ਿਸ਼ ਕਰੀਦੀ ਹੈ 15 ਮਿੰਟ ਵਾਸਤੇ ਖੁਸ਼ ਰਹਿਣ। ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਭੈਣ ਭਾਈ ਜਿੱਦਾਂ ਸੰਗਤਾਂ ਜੁੜਦੀਆਂ, ਉਹਨਾਂ ਦੇ ਨਾਲ ਥੋੜ੍ਹਾ ਜਿਹਾ ਸ਼ੁਗਲ ਕਰ ਲਈਦਾ। ਹਾਂਜੀ, ਤੇ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਕਿਉਂਕਿ ਸਾਨੂੰ ਵੀ ਇੰਸ਼ੋਰੈਂਸ ਹੈ, ਕਿਉਂਕਿ ਸਾਡਾ ਤੁਹਾਡਾ ਜਿਹੜਾ ਡਿਫਰੈਂਸ ਹੈ ਨਹੀਂ ਇਸ ਹਿਸਾਬ ਨਾਲ, ਕਿਉਂਕਿ ਤੁਸੀਂ ਸਾਡੀ ਸਾਰੀ ਸੰਗਤ ਨੂੰ ਇੰਸ਼ੋਰੈਂਸ ਦਵਾਈ ਹੋ ਆ। ਧੰਨਵਾਦ ਜੀ ਉਹਦੇ ਬਾਰੇ। ਤੇ ਹਾਂ, ਜਿਸ ਤਰ੍ਹਾਂ ਆਪ ਜੀ ਨੇ ਕਿਹਾ ਕਿ ਭਾਈ ਸਾਹਿਬ ਭਾਈ ਦੀਪਿੰਦਰ ਸਿੰਘ ਜੀ ਵੀ ਸਾਡੇ ਨਾਲ ਜੁੜੇ ਆ, ਪਹਿਲਾਂ ਮੈਂ ਉਹਨਾਂ ਦੇ ਕੋਲ ਜਾਊਂਗਾ। ਦੂਸਰਾ ਮੈਂ ਕਹਿਣਾ ਹੀ ਸੀਗਾ ਜੀ, ਆਪ ਜੀ ਦੀ ਪੋਤੀ ਜਿਹੜੀ ਹੈ ਜਗਨੀਤ ਕੌਰ, ਇਹ ਸਾਰੇ ਪ੍ਰੋਗਰਾਮ ਦੇ ਵਿੱਚ ਬਹੁਤ ਨੋਟ ਵੀ ਬਣਾਉਂਦੀ ਰਹੀ ਆ ਔਰ ਖੁਸ਼ ਵੀ ਰਹੀ ਹੈ, ਹੁਣ ਵੀ ਸਮਾਈਲ ਕਰਦੀ ਹੈ। ਮੈਂ ਆਪਣੇ ਭਾਈ ਦੀਪਿੰਦਰ ਸਿੰਘ ਤੋਂ ਬਾਅਦ
ਮੈਂ ਇਹਨਾਂ ਦੇ ਕੋਲ ਆਉਂਗਾ ਜੇ ਇਹਨਾਂ ਨੇ ਕੁਝ ਪੁੱਛਣਾ ਹੋਵੇ। ਬਾਬਾ ਜੀ ਨੂੰ ਖੁਸ਼ ਕਰੋ ਨਾਲੇ ਆਪਣੇ ਨੂੰ, ਤੇ ਨਾਲੇ ਕੋਈ ਸਵਾਲ ਪੁੱਛ ਲਿਓ। ਸੋ ਸਭ ਤੋਂ ਪਹਿਲਾਂ ਮੈਂ ਵੈਲਕਮ ਕਰਦਾ ਜੀ ਦੀਪਿੰਦਰ ਸਿੰਘ ਭਾਈ ਸਾਹਿਬ, ਤੇ ਪਲੀਜ਼ ਆਓ ਤੁਸੀਂ ਹੁਣ, ਤੁਸੀਂ ਅਨਮਿਊਟ ਆ। ਵੈਲਕਮ ਜੀ, ਆਪਣੇ ਵਿਚਾਰ ਦੀ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਥੋੜਾ ਲੇਟ ਜੁੜਿਆ ਸੀ ਅੱਜ, ਇਹਦੇ ਵਾਸਤੇ ਮਾਫੀ ਚਾਹੁੰਦਾ। ਇਹ ਬਹੁਤ ਵਧੀਆ ਟੌਪਿਕ ਸੀ ਅੱਜ ਦੀ। ਜੇ ਤੁਸੀਂ ਕਹਿ ਲਓ ਵੀ ਅੱਜ ਦੀ ਲੋੜ ਹੈ, ਕੱਲ ਅਸੀਂ ਵਿਚਾਰ ਸਾਂਝਾ ਕੀਤਾ ਸੀ ਕਿ WHO ਨੇ ਇੱਕ ਅਲਟੀਮੇਟਮ ਦਿੱਤਾ ਸੀ ਕਿ 2020 ਦੇ ਵਿੱਚ ਨੰਬਰ 1 ਬਿਮਾਰੀ ਆਈ ਡਿਪਰੈਸ਼ਨ ਦੀ, ਤੇ 2020 ਟਿਲ ਅਸੀਂ ਇਹਦੇ ਵਿੱਚ ਜਾ ਰਹੇ ਹਾਂ, ਔਰ ਲਗਭਗ ਇਹ ਚੀਜ਼ਾਂ ਜਿਹੜੀਆਂ ਨੇ ਇਹ ਅੱਗੇ ਆ ਵੀ ਰਹੀਆਂ ਨੇ ਹਰ ਘਰ ਵਿੱਚ। ਜੇ ਰੋਗ ਜਿਹੜਾ ਹੈ, ਇਹਦੇ ਲੱਛਣ ਜਿਹੜੇ ਗਿਆਨੀ ਜੀ ਨੇ ਬਿਲਕੁਲ ਸਪਸ਼ਟ ਤੌਰ ਤੇ ਦੱਸੇ ਨੇ, ਇਹ ਲੱਛਣ ਸਾਨੂੰ ਆਪਣੇ ਆਲੇ ਦੁਆਲੇ, ਆਪਣੇ ਪਰਿਵਾਰਾਂ ਦੇ ਵਿੱਚ ਆਮ ਤੌਰ ਤੇ ਦਿਸ ਜਾਂਦੇ ਨੇ। ਜਿਵੇਂ ਗੁਰੂ ਸਾਹਿਬ ਜੀ ਨੇ ਤੇ ਗੁਰਬਾਣੀ ਦੇ ਵਿੱਚ ਸਾਨੂੰ ਸਪਸ਼ਟ ਸਮਝਾਇਆ ਵੀ ਸੀ ਵੀ ਚਿੰਤਤ ਹੀ ਦਿਸੈ ਸਭ ਕੋਇ। ਲੱਛਣ ਜਿਹੜੇ ਨੇ ਇਹ ਦਿਸ ਰਹੇ ਨੇ, ਔਰ ਬਹੁਤਾਇਤ ਰੂਪ ਦੇ ਅੰਦਰ ਇਹ ਜਿਹੜੇ ਲੱਛਣ ਭਾਈ ਸਾਹਿਬ ਨੇ ਇਹਨਾਂ ਦਾ ਜ਼ਿਕਰ ਕੀਤਾ, ਇਹ ਸਾਨੂੰ ਦਿਸਦੇ ਨੇ। ਕੁਝ ਪੁਆਇੰਟ ਮੈਂ ਜਿਹੜੇ ਨੋਟ ਕੀਤੇ ਭਾਈ ਸਾਹਿਬ ਜੀ ਦੇ, ਗਿਆਨੀ ਜੀ ਦੇ, ਕਿ ਜਿੱਦਾਂ ਨੀਂਦ ਦੇ ਵਿੱਚ ਨੀਂਦ ਨਹੀਂ ਹੁੰਦੀ, ਤੇ ਜੇ ਨੀਂਦ ਆ ਵੀ ਜਾਂਦੀ ਹੈ ਤੇ ਇਹਦੇ ਅੰਦਰ ਸੁਪਨਾ ਵੀ ਉੱਥੇ ਤੰਗ ਕਰ ਰਿਹਾ ਹੁੰਦਾ ਹੈ ਸਾਨੂੰ। ਗੁਰਬਾਣੀ ਦੇ ਵਿੱਚ ਸੁਪਨੇ ਦਾ ਜ਼ਿਕਰ ਥੋੜਾ ਜਿਹਾ ਕੀਤਾ ਵੀ ਹੈ ਕਿ ਅਨਦਿਨ ਦੁੱਖ ਵਾਮਦਿਨ ਵਿੱਚੋਂ ਹੈ ਜੰਜਾਲ, ਸੁਪਨਾ ਸੁੱਖ ਨਾ ਦੇਖਣੀ ਬਹੁਤ ਚਿੰਤਾ ਭਰ ਜਾ। ਕਿ ਜਿਹੜਾ ਡਿਪਰੈਸ਼ਨ ਦੇ ਵਿੱਚ ਗ੍ਰਸਤ ਬੰਦਾ ਹੈ, ਨਾ ਕੇਵਲ ਦਿਨ ਦੇ ਵਿੱਚ ਉਹ ਚਿੰਤਿਤ ਰਹਿੰਦਾ, ਸਗੋਂ ਜਦੋਂ ਰਾਤ ਨੂੰ ਸੌਂ ਵੀ ਜਾਂਦਾ, ਜੇ ਉਸਨੂੰ ਨੀਂਦ ਵੀ ਆ ਗਈ, ਤੇ ਉਸ ਨੀਂਦ ਦੇ ਅੰਦਰ ਵੀ ਉਹ ਚਿੰਤਿਤ ਹੀ ਹੁੰਦਾ, ਉਹਨੂੰ ਦਬਾਅ ਪੈਂਦੇ ਨੇ। ਤਾਂ ਨੀਂਦ ਵਿੱਚ ਆਮ ਤੌਰ ਤੇ ਦਬਾਅ ਪੈਂਦੇ ਨੇ, ਇਹ ਵੀ ਚਿੰਤਾ ਦਾ ਇੱਕ ਰੂਪ ਹੈ, ਇੱਕ ਰੰਗ ਹੈ। ਕਿ ਜਦੋਂ ਬੰਦਾ ਸੁੱਤਾ ਹੁੰਦਾ, ਸੁਪਨੇ ਦੇ ਵਿੱਚ ਵੀ ਉਹਨੂੰ ਭਿਆਨਕ ਸੁਪਨੇ ਹੁੰਦੇ ਨੇ, ਤੇ ਸੁਪਨੇ ਦੇ ਅੰਦਰ ਵੀ ਉਹ ਧਰਬਕੇ ਉੱਠ ਜਾਂਦਾ ਹੈ। ਤੇ ਇੱਕ ਪੁਆਇੰਟ ਗਿਆਨੀ ਜੀ ਨੇ ਲਿਆ ਜਿਹੜਾ ਕਿ ਡਿਪਰੈਸ਼ਨ ਦੇ ਵਿੱਚ ਖਾਸ ਤੌਰ ਤੇ ਜਿਹੜਾ ਅਸੀਂ ਇਸ ਤੋਂ ਬਚਣ ਵਾਸਤੇ ਕੀ ਕਰਨਾ ਹੈ, ਕਿ ਅਸੀਂ ਗਿਲਟ ਨਹੀਂ ਕਰਨਾ। ਇੱਕ ਜਦੋਂ ਅਸੀਂ ਖੰਡੇ ਕੀ ਪੌਲ ਲੈਂਦੇ ਹਾਂ, ਤੇ ਖੰਡੇ ਕੀ ਪੌਲ ਲੈਣ ਵੇਲੇ ਬਹੁਤ ਸੋਹਣਾ ਇੱਕ ਕਨਸੈਪਟ ਹੈ ਸਾਡਾ, ਕਿ ਜਿੱਥੇ ਸਾਨੂੰ ਪੰਜ ਪਿਆਰੇ ਸਮਝਾਉਂਦੇ ਨੇ, ਤੇ ਗੁਰੂ ਪਾਤਸ਼ਾਹ ਦੀ ਜਿਹੜੀ ਰਹਿਤ ਮਰਿਆਦਾ ਉਹਦੇ ਵਿੱਚ ਵੀ ਇਸ ਨੂੰ ਸਪਸ਼ਟ ਤੌਰ ਤੇ ਲਿਖਿਆ ਹੈ ਕਿ ਸਤਿਗੁਰ ਕੈ ਜਨਮ ਮੈਂ ਗਵਨ ਮਿਟਾਇਆ। ਕਿ ਜੋ ਕੁਝ ਤੁਹਾਡਾ ਪਿਛਲਾ ਜ਼ਾਤ, ਗੋਤ, ਕੁਲ, ਕਰਮ, ਔਰ ਕੋਈ ਵੀ ਤੁਸੀਂ ਐਸਾ ਕੋਈ ਪਾਪ ਅਪਰਾਧ ਕੀਤਾ ਹੈ, ਉਹ ਅੱਜ ਤੋਂ ਬਾਅਦ ਨਾਸ ਹੈ। ਅੱਜ ਤੋਂ ਬਾਅਦ ਤੁਹਾਡਾ ਇੱਕ ਨਵਾਂ ਜਨਮ ਸ਼ੁਰੂ ਹੈ, ਤੇ ਇੱਕ ਨਵਾਂ ਜਨਮ, ਇੱਕ ਨਵਾਂ ਹੌਸਲਾ ਮਿਲਦਾ ਹੈ ਮਨੁੱਖ ਨੂੰ, ਕਿ ਤੁਸੀਂ ਆਪਣੇ ਪਿਛਲੇ ਗਿਲਟ ਤੋਂ ਛੁਟਕਾਰਾ ਪਾ ਕੇ ਤੇ ਅਗਲੇ ਆਉਣ ਵਾਲੀ ਜ਼ਿੰਦਗੀ ਦੇ ਅੰਦਰ ਤੁਸੀਂ ਇੱਕ ਨਵੀਂ ਸ਼ੁਰੂਆਤ ਕਰਨੀ ਹੈ, ਤਾਂ ਕਿ ਤੁਸੀਂ ਇਹਨਾਂ ਚਿੰਤਾਵਾਂ ਤੋਂ, ਜਿਹੜੀ ਪਾਸਟ ਵਿੱਚ ਤੁਹਾਡੀਆਂ ਚਿੰਤਾਵਾਂ ਸੀਗੀਆਂ, ਇਹਨਾਂ ਤੋਂ ਮੁਕਤ ਹੋ ਕੇ ਇੱਕ ਨਵਾਂ ਜੀਵਨ ਜਿਹੜਾ ਹੈ ਉਹਦੀ ਤੁਸੀਂ ਸ਼ੁਰੂਆਤ ਕਰ ਸਕੋ। ਇੱਕ ਗਿਆਨੀ ਜੀ ਨੇ ਪੁਆਇੰਟ ਲਿਆ ਕਿ ਚਿੰਤਾ ਨੂੰ ਛੱਡ ਕੇ ਸਾਨੂੰ ਚੜ੍ਹਦੀ ਕਲਾ ਦੇ ਵਿੱਚ ਚਲੇ ਜਾਣਾ ਚਾਹੀਦਾ, ਔਰ ਆਪਣਾ ਦੁੱਖ ਕਿਸੇ ਦੇ ਸਾਹਮਣੇ ਪ੍ਰਗਟ ਨਹੀਂ ਕਰਨਾ ਚਾਹੀਦਾ। ਜਿਵੇਂ ਗੁਰਬਾਣੀ ਪੰਕਤੀ ਕਿ ਦੁੱਖ ਤਿਸੈ ਪੇ ਆਖੀਏ ਸੁਖ ਤਿਸੈ ਹੀ ਪਾਸ, ਕਿ ਦੁੱਖ ਉਹਦੇ ਅੱਗੇ ਹੀ ਫਰੋਲੋ ਜਿਹਦੇ ਕੋਲ ਸੁੱਖ ਹੈ। ਤੇ ਚੜ੍ਹਦੀ ਕਲਾ ਦੇ ਵਿੱਚ ਕਿਵੇਂ ਰਿਹਾ ਜਾ ਸਕਦਾ? ਇੱਕ ਬੀਬੀ ਸੀਗੀ, ਤੇ ਉਹਨਾਂ ਨੂੰ ਗਲ ਬਲੈਡਰ ਸਟੋਨ ਹੋ ਗਏ, ਤੇ ਉਹਨਾਂ ਦਾ ਗਲ ਬਲੈਡਰ ਵਗੈਰਾ ਰਿਮੂਵ ਕਰ ਦਿੱਤਾ। ਉਸ ਤੋਂ ਬਾਅਦ ਉਹਨਾਂ ਦੇ ਯੂਟਰਸ ਦੇ ਵਿੱਚ ਵੀ ਪ੍ਰੋਬਲਮ ਹੋ ਗਈ, ਤੇ ਯੂਟਰਸ ਵੀ ਡਾਕਟਰ ਨੇ ਰਿਮੂਵ ਕਰ ਦਿੱਤਾ। ਡਾਇਬਟਿਕ ਦੇ ਜਿਹੜੇ ਉਹ ਪੇਸ਼ੈਂਟ ਪਹਿਲਾਂ ਹੀ ਸੀ, ਇਨਸੂਲਿਨ ਲੈ ਲੈ ਕੇ ਗੁਜ਼ਾਰਾ ਕਰ ਰਹੇ ਸੀ। ਫਿਰ ਇਸ ਤੋਂ ਬਾਅਦ ਕੀ ਹੋਇਆ ਕਿ ਅੱਖਾਂ ਦੀ ਜਿਹੜੀ ਮੋਤੀ ਆ ਜਾਂਦਾ ਜਿਹਨੂੰ ਅਸੀਂ ਕਹਿੰਦੇ ਆ, ਉਹ ਵੀ ਉਹਨਾਂ ਨੂੰ ਕੈਟਰੈਕਟ ਹੋ ਗਿਆ, ਤੇ ਉਹਦਾ ਵੀ ਆਪਰੇਸ਼ਨ ਹੋ ਗਿਆ। ਗੋਡਿਆਂ ਦੀ ਪ੍ਰੋਬਲਮ ਹੋ ਗਈ, ਤੇ ਇਸ ਤੋਂ ਬਾਅਦ ਇੱਕ ਹਾਰਟ ਜਿਹੜਾ ਸੀਗਾ ਰਹਿੰਦਾ, ਇਹਦੇ ਅੰਦਰ ਵੀ ਪੇਸਮੇਕਰ ਪੈ ਗਿਆ। ਡਾਕਟਰ ਨੇ ਕੁਝ ਅਲਟੀਮੇਟਮ ਦੇ ਦਿੱਤਾ ਕਿ ਸਾਲ ਜਾਂ 2 ਸਾਲ ਤੱਕ ਤੁਹਾਡੀ ਜਿਹੜੀ ਹੈ ਉਹ ਮਤਲਬ ਇੰਨਾ ਕੁ ਤੁਹਾਡੇ ਕੋਲ ਸਮਾਂ ਬਾਕੀ। ਉਹ ਬੀਬੀ ਲਾਸਟ ਟਾਈਮ ਤੱਕ ਚੜ੍ਹਦੀ ਕਲਾ ਦੇ ਵਿੱਚ ਰਹੀ, ਤੇ ਅੰਤਲੇ ਸਮੇਂ ਦੇ ਅੰਦਰ ICU ਦੇ ਵਿੱਚ ਪਈ ਹੈ। ਤੇ ICU ਦੇ ਵਿੱਚ ਉਹਨੇ ਆਪਣੇ ਦੋਹਤਰੇ ਨੂੰ ਆਵਾਜ਼ ਮਾਰੀ ਕਿ ਜਿਹੜੇ ਕਰਮਚਾਰੀ ਹੁੰਦੇ ਨੇ ਹਸਪੀਟਲ ਦੇ, ਉਹਨਾਂ ਨੂੰ ਕਿਹਾ ਵੀ ਜਾ ਕੇ ਜਾਓ, ਉਹਨੂੰ ਬੁਲਾ ਕੇ ਲਿਆਓ। ਤੇ ਉਹ ਦੋਹਤਰਾ ਆਇਆ, ਤੇ ਆ ਕੇ ਉਸ ਬਜ਼ੁਰਗ ਨੇ ਉਹਦੇ ਹੱਥ ਆਪਣੇ ਹੱਥ ਵਿੱਚ ਲਿਆ, ਤੇ ਉਸ ਟਾਈਮ ਦੇ ਅੰਦਰ ਵੈਂਟੀਲੇਟਰ ਤੇ ਸੀ, ਤੇ ਕਹਿਣ ਲੱਗੇ ਵੀ ਮੂਲ ਮੰਤਰ ਦਾ ਪਾਠ ਕਰ। ਤੇ ਮੂਲ ਮੰਤਰ ਦਾ ਪਾਠ ਕੀਤਾ, ਤੇ ਨਾਲ ਦੇ ਨਾਲ ਬੜੇ ਹੀ ਆਰਾਮ ਦੇ ਨਾਲ ਉਹਨਾਂ ਨੇ ਸਵਾਸ ਛੱਡ ਦਿੱਤੇ। ਉਹ ਬਜ਼ੁਰਗ ਬੀਬੀ
ਅਸਲ ਦੇ ਵਿੱਚ ਮੇਰੀ ਨਾਨੀ ਸੀ, ਤੇ ਮੈਂ ਇਸ ਕਰਕੇ ਤੁਹਾਡੇ ਨਾਲ ਇਹ ਸਾਂਝਾ ਕੀਤਾ ਹੈ ਕਿ ਇੱਕ ਐਸੇ ਸ਼ਖਸ ਦੇ ਨਾਲ ਅਸੀਂ ਜੁੜੇ ਹਾਂ ਕਿ ਜਿਹਨੂੰ ਅਸੀਂ ਦੇਖਿਆ ਕਿ ਸਦੀਵੀ ਚੜ੍ਹਦੀ ਕਲਾ ਦੇ ਵਿੱਚ ਉਹਨਾਂ ਨੇ ਸਾਨੂੰ ਰਹਿ ਕੇ ਦਿਖਾਇਆ। ਮਤਲਬ ਇੱਕ ਪ੍ਰਤੱਖ ਤੌਰ ਤੇ ਸਾਹਮਣੇ ਅਸੀਂ ਵੇਖੀ ਕਿ ਕਦੇ ਵੀ ਐਸੇ ਮੁਸ਼ਕਲ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਅਸੀਂ ਸਵਾਲ ਕਰਦੇ ਹੁੰਦੇ ਸੀ ਤੇ ਉਹ ਇਹੀ ਕਹਿੰਦੇ ਸੀਗੇ ਕਿ ਮੈਂ ਚੜ੍ਹਦੀ ਕਲਾ ਦੇ ਵਿੱਚ ਹਾਂ। ਕੀ ਹਾਲ ਹੈ ਚੜ੍ਹਦੀ ਕਲਾ ਦੇ ਵਿੱਚ? ਨਾ ਕੇਵਲ ਜ਼ੁਬਾਨੋਂ ਕਿਹਾ, ਸਗੋਂ ਸਾਨੂੰ ਉਹ ਪ੍ਰੈਕਟੀਕਲੀ ਤੌਰ ਤੇ ਦਿਸਦਾ ਸੀਗਾ। ਔਰ ਉਹਦੇ ਪਿੱਛੇ ਜਿਹੜੇ ਕਾਰਨ ਮੈਂ ਸਮਝਦਾ ਕਿ ਉਹਨਾਂ ਦੇ ਵਰਚੂਜ਼, ਉਹਨਾਂ ਦੇ ਗੁਣ, ਗੁਰਬਾਣੀ ਦੇ ਨਾਲ ਜਿੱਦਾਂ ਜੁੜੇ ਸੀਗੇ, ਜਿੱਦਾਂ ਉਹਨਾਂ ਦੇ ਅੰਦਰ ਸੇਵਾ ਭਾਵ ਸੀ, ਜਿੰਨਾ ਉਹਨਾਂ ਦਾ ਮਨ ਨਿਰਮਲ ਸੀ, ਸਾਫ਼ ਸੀ, ਉਹ ਉਹਨਾਂ ਨੂੰ ਹੈਲਪ ਕਰਦਾ ਸੀ। ਉਹਨਾਂ ਨੂੰ ਇਹ ਇੱਕ ਢੰਗ ਦੇ ਨਾਲ ਇੱਕ ਸਹਾਇਤਾ ਮਿਲਦੀ ਸੀ ਕਿ ਕਿਸ ਚੜ੍ਹਦੀ ਕਲਾ ਦੇ ਵਿੱਚ ਕਿਵੇਂ ਰਿਹਾ ਜਾ ਸਕਦਾ ਹੈ। ਤੇ ਦੂਜਾ ਗਿਆਨੀ ਜੀ ਨੇ ਇੱਕ ਪੁਆਇੰਟ ਜਿਹੜਾ ਲਿਆ ਸੀ ਕਿ ਅਸੀਂ ਆਪਣੇ ਕੰਮ ਨਾਲ ਪਿਆਰ ਕਰਨਾ ਹੈ। ਕੰਮ ਨੂੰ ਮੈਂ ਟੂਕ ਮਾਤਰ ਜਿਹੜੇ ਪੁਆਇੰਟ ਤੁਹਾਡੇ ਨਾਲ ਸਾਂਝੇ ਕਰ ਰਿਹਾ ਤਾਂ ਕਿ ਮੈਂ ਬਾਈਂਡ ਅਪ ਕਰ ਸਕਾਂ ਛੇਤੀ। ਕੰਮ ਨਾਲ ਪਿਆਰ ਕਰਨਾ ਹੈ ਆਪਣਾ, ਤੇ ਕੰਮ ਨਾਲ ਪਿਆਰ ਅਸੀਂ ਕਰ ਸਕਦੇ। ਇੱਕ ਧਰਮ ਸਥਾਨ ਬਣਦਾ ਸੀਗਾ ਤੇ ਉੱਥੇ 3 ਮਜ਼ਦੂਰ ਇੱਟਾਂ ਤੋੜਦੇ ਸੀ, ਰੋੜੀ ਬਣਾਉਂਦੇ ਸੀ। ਤੇ ਇੱਕ ਰੋੜੀ ਬਣਾਉਂਦਾ ਸੀ, ਉਹਨੂੰ ਕਿਸੇ ਨੇ ਜਾਂਦੇ ਨੇ ਪੁੱਛਿਆ ਤੂੰ ਕੀ ਕਰਦਾ? ਕਹਿੰਦਾ ਵੀ ਆਪਣੀ ਕਿਸਮਤ ਫੋੜ ਰਿਹਾ, ਇੱਟਾਂ ਫੋੜਦਾ ਨਾਲੇ ਕਿਸਮਤ ਤੋੜ ਰਿਹਾ ਆਪਣੀ। ਮੇਰੀ ਹਾਲਾਤ ਇਹ ਆ ਵੀ ਮੈਂ ਤੋੜ ਰਿਹਾ, ਪੱਥਰ ਤੋੜ ਰਿਹਾ, ਆ ਮੇਰਾ ਜੀਵਨ ਹੈ, ਆ ਮੇਰਾ ਦਰਦਨਾਕ ਜੀਵਨ ਹੈ। ਉਹ ਰੋਂਦਾ ਸੀ ਕੰਮ ਕਰਦਾ ਕਰਨਾ ਉਹਨੂੰ ਵੀ ਪੈ ਰਿਹਾ। ਦੂਜੇ ਕੋਲ ਬੰਦਾ ਗਿਆ ਤੇ ਦੂਜੇ ਕੋਲ ਜਾ ਕੇ ਮਜ਼ਦੂਰ ਕੋਲ ਪੁੱਛਦਾ ਵੀ ਤੂੰ ਕੀ ਕਰਦਾ? ਉਹ ਵੀ ਰੋੜੀ ਤੋੜਦਾ ਸੀ। ਉਹ ਕਹਿੰਦਾ ਵੀ ਮੈਂ ਆਪਣੇ ਬੱਚਿਆਂ ਦਾ ਭੋਜਨ ਦਾ ਇੰਤਜ਼ਾਮ ਕਰਦਾ। ਘਰ ਉਹ ਵੀ ਉਹੀ ਕੰਮ ਰਿਹਾ, ਦਿਹਾੜੀ ਕਰਦਾ। ਤੀਜੇ ਕੋਲ ਗਿਆ ਤੇ ਤੀਜੇ ਕੋਲ ਜਾ ਕੇ ਜਦੋਂ ਉਸਨੇ ਪੁੱਛਿਆ ਤੇ ਵੀ ਤੂੰ ਕੀ ਕਰਦਾ? ਉਹ ਕਹਿੰਦਾ ਵੀ ਮੈਂ ਧਾਰਮ ਸਥਾਨ ਦੀ ਉਸਾਰੀ ਕਰ ਰਿਹਾ, ਰੱਬੀ ਗੀਤ ਗਾ ਰਿਹਾ, ਚਿਹਰੇ ਤੇ ਖੁਸ਼ੀ ਸੀ, ਮੈਂ ਧਰਮ ਸਥਾਨ ਦੀ ਉਸਾਰੀ ਕਰ ਰਿਹਾ। ਇਸ ਤੋਂ ਵੱਡੀ ਸੇਵਾ ਹੋਰ ਮੇਰੇ ਵਾਸਤੇ ਕੀ ਹੋ ਸਕਦੀ? ਤਿੰਨੇ ਜਣੇ ਇੱਕ ਕੰਮ ਕਰ ਰਹੇ ਨੇ ਤੇ ਪਰ ਤਿੰਨਾਂ ਦੀ ਮਾਨਸਿਕਤਾ ਜਿਹੜੀ ਹੈ ਉਹ ਡਿਫਰੈਂਟ ਹੈ, ਅਪਰੋਚ ਜਿਹੜੀ ਹੈ ਉਹ ਡਿਫਰੈਂਟ ਹੈ। ਸੋ ਇਸੇ ਤਰ੍ਹਾਂ ਜਦੋਂ ਅਸੀਂ ਕੰਮ ਕਰਦੇ ਹਾਂ, ਕਰਨਾ ਤੇ ਸਾਨੂੰ ਪੈਣਾ ਹੀ ਹੈ, ਪਰ ਸਾਡੀ ਅਪਰੋਚ ਕੀ ਹੈ? ਗਿਆਨੀ ਜੀ ਨੇ ਬਹੁਤ ਵਧੀਆ ਇਸ ਨੂੰ ਐਕਸਪਲੇਨ ਕੀਤਾ ਕਿ ਸਾਡੀ ਅਪਰੋਚ ਕਿੱਦਾਂ ਦੀ ਹੋਣੀ ਚਾਹੀਦੀ ਹੈ। ਤੇ ਦੂਜੀ ਜਿਹੜੀ ਲਾਸਟ ਗੱਲ ਮੈਂ ਕਰਾਂਗਾ ਕਿ ਸਾਡੇ ਜਿਹੜੇ ਪਲੇਜ਼ੈਂਟ ਇਮੋਸ਼ਨਸ ਨੇ, ਪੋਜ਼ਿਟਿਵ ਪਲੇਜ਼ੈਂਟ ਇਮੋਸ਼ਨਸ ਨੇ, ਇਹ ਲਿਆਉਣੇ ਬੜੇ ਜ਼ਰੂਰੀ ਨੇ। ਗੁਰਬਾਣੀ ਦੇ ਵਿੱਚ ਇਹਦਾ ਜ਼ਿਕਰ ਹੁੰਦਾ ਵੀ ਸਾਈ ਵਸਤ ਪ੍ਰਾਪਤ ਹੋਈ ਜਿਸ ਸਿੱਤੀ ਮਨ ਲਾਇਆ। ਤੁਸੀਂ ਕੋਈ ਵੀ ਵਸਤੂ ਉਹ ਪ੍ਰਾਪਤ ਕਰ ਸਕਦੇ ਹੋ ਜਿਹਦੇ ਨਾਲ ਤੁਸੀਂ ਮਨ ਨੂੰ ਲਾ ਲੈਂਦੇ ਹੋ। ਜਿਹੜੇ ਵੀ ਵਿਚਾਰ ਤੁਸੀਂ ਸੋਚਦੇ ਹੋ ਤੁਹਾਡੇ ਮਨ ਦੇ ਅੰਦਰ ਆ ਕੇ ਤੁਹਾਡੀ ਸ਼ਖਸੀਅਤ ਨੂੰ ਬਣਾ ਦਿੰਦੇ ਨੇ, ਔਰ ਉਹਨਾਂ ਵਿਚਾਰਾਂ ਦਾ ਸਮੂਹ ਜਿਹੜਾ ਹੈ ਉਹ ਸਾਡਾ ਮਨ ਬਣ ਜਾਂਦਾ ਹੈ, ਔਰ ਉਸੇ ਰੂਪ ਦੇ ਅੰਦਰ ਇਹ ਜਿਹੜੀਆਂ ਬਿਮਾਰੀਆਂ ਉਹਦੇ ਨਾਲ ਅਸੀਂ ਗ੍ਰਸਤ ਹੋ ਜਾਂਦੇ ਹਾਂ। ਸੋ ਡਿਪਰੈਸ਼ਨ ਦੇ ਅੰਦਰ ਅੰਤਲੀ ਬੇਨਤੀ ਕਰਕੇ ਮੈਂ ਬਾਈਟਅਪ ਕਰ ਰਿਹਾ ਕਿ ਡਿਪਰੈਸ਼ਨ ਦੇ ਅੰਦਰ ਡਾਕਟਰ ਕਹਿੰਦੇ ਵੀ ਐਕਸ਼ਨ ਕਰਾਉਣਾ ਅਸੀਂ, ਕਿਉਂਕਿ ਜਿੱਦਾਂ ਗਿਆਨੀ ਜੀ ਦੱਸਦੇ ਵੀ ਘਰ ਬਹਿ ਜਾਂਦਾ ਕੁਝ ਕਰਦਾ ਨਹੀਂ। ਡਿਪਰੈਸ਼ਨ ਦੇ ਵਿੱਚ ਉਸਦੇ ਕੋਲ ਕੋਈ ਐਕਸ਼ਨ ਕਰਾਉਣਾ, ਜਿਵੇਂ ਕਿ ਸਪੋਰਟਸ ਦੇ ਵਿੱਚ ਉਹਨੂੰ ਲਾਇਆ ਜਾਵੇ ਜਾਂ ਕਿਸੇ ਹੋਰ ਸੈਰ ਦੇ ਉੱਤੇ ਉਸਨੂੰ ਪ੍ਰੇਰਿਆ ਜਾਵੇ। ਉਹ ਜਿਹੜੀ ਹੁੰਦੀ ਹੈ ਉਹਦੇ ਵਿੱਚ ਐਕਸ਼ਨ ਨੂੰ ਰੋਕਣਾ ਹੁੰਦਾ। ਜਿੱਦਾਂ ਕੋਈ ਵਾਰ-ਵਾਰ ਹੱਥ ਧੋ ਰਿਹਾ ਤੇ ਉਹਦੇ ਉਸ ਐਕਸ਼ਨ ਨੂੰ ਤੋੜਨਾ ਹੈ। ਤੇ ਡਿਪਰੈਸ਼ਨ ਵਿੱਚ ਇਹ ਫਰਕ ਹੈ ਵੀ ਇਹਦੇ ਵਿੱਚ ਐਕਸ਼ਨ ਕਰਾਉਣਾ ਹੁੰਦਾ ਹੈ। ਸੋ ਗਿਆਨੀ ਜੀ ਨੇ ਬਹੁਤ ਵਧੀਆ ਢੰਗ ਦੇ ਨਾਲ ਇਸ ਨੂੰ ਐਕਸਪਲੇਨ ਕੀਤਾ ਹੈ। ਇਹਦੇ ਵਿੱਚੋਂ ਸਾਨੂੰ ਖੁਦ ਮੈਨੂੰ ਜੇ ਮੈਂ ਕਹਾਂ ਤੇ ਮੈਨੂੰ ਵੀ ਬਹੁਤ ਸਾਰੀਆਂ ਜਿਹੜੇ ਨੇ ਉਹ ਤੇ ਕੰਮ ਕੀਤਾ ਜਾ ਸਕਦਾ ਤੇ ਆਪਣੀ ਸ਼ਖਸੀਅਤ ਨੂੰ ਹੋਰ ਵਧੀਆ ਬਣਾਇਆ ਜਾ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਗਿਆਨੀ ਜੀ। ਤੇ ਹੁਣ ਮੈਂ ਆਪਣੇ ਬੇਟੀ ਕੋ ਆਉਣਾ ਜੀ, ਕਿਰਨੀਤ ਕੌਰ ਜੀ। ਹੁਣ ਤੁਸੀਂ ਅਨਮਿਊਟ ਆ, ਤੁਸੀਂ ਗੱਲ ਕਰ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ। ਹਾਂ ਜਗਨੀਤ ਕੌਰ, ਤੁਸੀਂ ਅੱਜ ਦੇ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੋਗੇ? ਮੈਨੂੰ ਬਹੁਤ ਅੱਛਾ ਲੱਗਿਆ ਸੀ। ਹੁਣ ਆਈ। ਅੱਛਾ, ਬਹੁਤ ਅੱਛਾ ਲੱਗਿਆ ਸੀ, ਤੁਸੀਂ ਬਹੁਤ ਅੱਛਾ ਬੋਲਿਆ ਸੀ। ਤੇ ਤੁਹਾਡਾ ਕੋਈ ਸਵਾਲ ਹੋਏ? ਨਹੀਂ, ਸਵਾਲ ਤੇ ਨਹੀਂ ਕੋਈ ਹੈਗਾ। ਤੇ ਇਹ ਸਾਰੇ ਤੁਹਾਡੇ ਦਾਦਾ ਦਾਦੀ ਬੈਠੇ ਨੇ, ਚਾਚੇ ਤਾਏ, ਤੇ ਤੁਸੀਂ ਇਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਕਹਿਣਾ ਚਾਹੂੰਗੀ ਕਿ ਹਾਂਜੀ ਹਾਂਜੀ, ਮੈਂ ਇਹਨਾਂ ਨੂੰ ਕਹਿਣਾ ਚਾਹੂੰਗੀ ਕਿ ਸਾਨੂੰ ਹਮੇਸ਼ਾ ਖੁਸ਼ ਰਹਿਣਾ ਚਾਹੀਦਾ ਹੈ। ਵਾਹ ਜੀ ਵਾਹ, ਧੰਨਵਾਦ, ਥੈਂਕ ਯੂ। ਪੋਜ਼ਿਟਿਵ ਵੀ ਸੋਚਣਾ ਚਾਹੀਦਾ ਹੈ। ਓ ਵੈਰੀ ਗੁੱਡ। ਬਹੁਤ ਵਧੀਆ, ਬਹੁਤ ਵਧੀਆ, ਥੈਂਕ ਯੂ ਜੀ, ਬਹੁਤ ਬਹੁਤ।
ਹੁਣ ਮੈਂ ਆਪਣੇ ਸਾਰੇ ਜਿੰਨੇ ਸਰੋਤੇ ਹੈਗੇ ਆ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਹੌਲੀ ਹੌਲੀ ਅਨਮਿਊਟ ਹੋ ਜਾਓ ਆਪੇ ਹੀ, ਤੇ ਕੁਛ ਤਾਂ ਹੈਗੇ ਆ, ਕੁਛ ਨੂੰ ਮੈਂ ਆਪ ਕਰ ਲੂੰਗਾ ਬਾਅਦ ਦੇ ਵਿੱਚ ਜੇ ਨਹੀਂ ਹੋਏ। ਤੇ ਮੈਂ ਸਭ ਤੋਂ ਪਹਿਲਾਂ ਦੇਖ ਰਿਹਾ ਜੀ ਆਪਣੇ ਰਾਮ ਸਿੰਘ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਫਤਿਹ ਜੀ। ਗਿਆਨੀ ਜੀ ਆਪਨੇ ਬਹੁਤ ਅੱਛੀ ਚਿੰਤਾ ਰੋਗ ਦੇ ਬਾਰੇ ਦੱਸਿਆ, ਤੇ ਮੈਂ ਇੱਕ ਗੱਲ ਥੋੜੀ ਜਿਹੀ ਦੱਸਣਾ ਚਾਹੁੰਦਾ ਵੀ ਜਿੱਥੇ ਚੰਗੇ ਕੰਮ ਕਰਨ ਲਈ ਚਿੰਤਾ ਹੋਵੇ ਉੱਥੇ ਲਾਭਦਾਇਕ ਹੋ ਸਕਦੇ ਆ, ਜਿੱਦਾਂ ਗੁਰਦੁਆਰੇ ਜਾਣਾ, ਪਾਠ ਕਰਨਾ, ਨਿਤਨੇਮ ਕਰਨਾ, ਤੇ ਆਪਣੇ ਪਰਿਵਾਰ ਨੂੰ ਪਾਲਣਾ, ਸੇਵਾ ਕਰਨੀ, ਕਿਸੇ ਦੀ ਹੈਲਪ ਕਰਨੀ। ਤੇ ਜਿੱਥੇ ਆਪਨੇ ਦੱਸਿਆ ਸਿਫਤ ਕਰਨਾ, ਕਿਸੇ ਬੰਦੇ ਦੀ ਸਿਫਤ ਕਰਨਾ, ਉੱਥੇ ਮੇਰਾ ਖਿਆਲ ਹੈ ਵੀ ਉਹਨੂੰ ਉਹਦੇ ਕੁਝ ਅਵਗੁਣ ਵੀ ਜੇ ਹੈ ਉਹਦੇ ਚ ਉਹ ਦੱਸ ਦੇਣੇ ਚਾਹੀਦੇ ਹਨ। ਆਪ ਦਾ ਕੀ ਖਿਆਲ ਹੈ? ਹਾਂਜੀ ਵੀਰ ਜੀ, ਬਿਲਕੁਲ। ਜੇ ਉਹ ਪੁੱਛਦਾ ਤਾਂ ਫਿਰ ਦੱਸ ਦੇਣੇ ਚਾਹੀਦੇ ਨੇ, ਪਰ ਇਸ ਤਰ੍ਹਾਂ ਕਿ ਜੇ ਅਸੀਂ ਅਵਗੁਣਾਂ ਵੱਲ ਜ਼ਿਆਦਾ ਧਿਆਨ ਦੇਵਾਂਗੇ ਤਾਂ ਉਹ ਅਵਗੁਣ ਸਾਡੇ ਅੰਦਰ ਵੀ ਆਉਣ ਦੀ ਗੁੰਜਾਇਸ਼ ਬਣ ਜਾਏਗੀ। ਔਰ ਜੇ ਅਸੀਂ ਪੋਜ਼ਿਟਿਵ ਰਹਿਣਾ ਚਾਹੁੰਦੇ ਹਾਂ ਤੇ ਸਾਨੂੰ ਗੁਣਾਂ ਵੱਲ ਧਿਆਨ ਦੇਣਾ ਚਾਹੀਦਾ। ਅਵਗੁਣ ਛੋੜ ਗੁਣਾ ਕੋ ਤਾਵੋ, ਪਰ ਅਵਗੁਣ ਪਛਤਾਹੀ ਦਿਓ। ਤਾਂ ਸਾਨੂੰ ਚਾਹੀਦਾ ਵੀ ਜੇ ਅਸੀਂ ਲੋਕਾਂ ਦੇ ਵਿੱਚ ਗੁਣ ਵੇਖਾਂਗੇ ਨਾ ਸਿਰਫ, ਤਾਂ ਸਾਡੇ ਅੰਦਰ ਉਹ ਗੁਣ ਆਉਣ ਦੀ ਉਮੀਦ ਬਣ ਜਾਏਗੀ। ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਬਾਕੀ ਜੋ ਤੁਸੀਂ ਪਹਿਲਾਂ ਕਹਿ ਰਹੇ ਸੀ ਕਿ ਉਹ ਚਿੰਤਾ, ਉਹ ਬਿਲਕੁਲ ਠੀਕ ਹੈ, ਕਿਉਂਕਿ ਸਾਡੀਆਂ ਜ਼ਿੰਮੇਵਾਰੀਆਂ ਨੇ, ਉਹ ਚਿੰਤਾਵਾਂ ਨਹੀਂ ਹਨ। ਚਿੰਤਾ ਰੋਗ ਦੀ ਅਸੀਂ ਗੱਲ ਕਰ ਰਹੇ ਸੀ ਕਿ ਜਦੋਂ ਇੱਕ ਹੀ ਚਿੰਤਾ ਸਾਨੂੰ ਸਾਡੇ ਸਾਰੇ ਜੀਵਨ ਵੱਲੋਂ ਡਿਸਟਰਬ ਕਰ ਦਿੰਦੀ, ਉਹਨੂੰ ਚਿੰਤਾ ਰੋਗ ਕਹਿੰਦੇ ਨੇ। ਤੇ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਚਿੰਤਾ ਨਹੀਂ, ਉਹ ਹੋਣੀਆਂ ਬਹੁਤ ਜ਼ਰੂਰੀ ਨੇ। ਹਾਂਜੀ, ਮਿਹਰਬਾਨੀ ਜੀ, ਧੰਨਵਾਦ। ਹਰਨੇਕ ਸਿੰਘ ਜੀ ਤੁਸੀਂ ਵੀ ਅਨਮਿਊਟ ਹੋ, ਤੁਸੀਂ ਆ ਜਾਓ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਅੱਜ ਦਾ ਟੌਪਿਕ ਆ ਬਹੁਤ ਵਧੀਆ ਟੌਪਿਕ ਆ। ਇਹ ਟੌਪਿਕ ਜਿਹੜਾ ਹੈਗਾ ਚਿੰਤਾ, ਪਹਿਲਾਂ ਤਾਂ ਚਿੰਤਾ ਹੈ ਉਹ ਮੇਰਾ ਖਿਆਲ ਕੋਈ ਏਦਾਂ ਦਾ ਬੰਦਾ ਜਿਹਨੇ ਵੀ ਜਨਮ ਲਿਆ ਇਸ ਜੀਵਨ ਦੇ ਵਿੱਚ, ਉਹਨੂੰ ਹਰੇਕ ਨੂੰ ਥੋੜੀ ਥੋੜੀ ਚਿੰਤਾ ਜ਼ਰੂਰ ਕਿਸੇ ਨਾ ਕਿਸੇ ਚੀਜ਼ ਦੀ ਹੋ ਹੀ ਜਾਂਦੀ ਆ ਜਦ ਤੇ ਉਹ ਜੀਂਦਾ। ਤੇ ਉਹ ਚਿੰਤਾ ਨੂੰ ਲੈ ਕੇ, ਛੋਟੀ ਛੋਟੀ ਚਿੰਤਾ ਨੂੰ ਵਧਾਉਂਦਾ ਉਹ ਫਿਰ ਚਿੰਤਾ ਰੋਗ ਬਣ ਜਾਂਦਾ। ਹਾਂ, ਸਹੀ ਗੱਲ ਹੈ। ਉਹ ਫਿਰ ਰੋਗ ਜਿਹੜਾ ਜਦੋਂ ਬਣਦਾ, ਉਹ ਰੋਗ ਬਿਮਾਰੀਆਂ ਦਾ ਘਰ ਬਣਦਾ, ਉਹ ਹੋ ਜਾਂਦਾ ਡਿਪਰੈਸ਼ਨ ਚ। ਹਾਂਜੀ। ਤੇ ਡਿਪਰੈਸ਼ਨ ਚੋਂ ਜੇ ਸੋਚਿਆ ਜਾਵੇ, ਜਿਹੜਾ ਜਿਸ ਹਿਸਾਬ ਨਾਲ ਤੁਸੀਂ ਬਿਮਾਰੀਆਂ ਹੈਗੀਆਂ ਗਣੀਆਂ, ਉਹ ਹਰੇਕ ਲੱਗ ਸਕਦੀ ਕੋਈ ਬਿਮਾਰੀਆਂ, ਕਿਉਂਕਿ ਡਿਪਰੈਸ਼ਨ ਦਾ ਹੈ ਹੀ ਇਹ ਕਿ ਬੰਦੇ ਦਾ ਬਿਮਾਰੀਆਂ ਦਾ ਘਰ ਉਹ ਬਣ ਜਾਂਦਾ। ਬੈਸਟ ਇਹ ਆ ਕਿ ਉਹ ਜਿਹੜੇ ਬੰਦੇ ਨੂੰ ਡਿਪਰੈਸ਼ਨ ਹੈਗਾ ਜਾਂ ਚਿੰਤਾ ਰੋਗ ਲੱਗ ਗਿਆ, ਉਹਨੂੰ ਉਹ ਗੱਲਾਂ ਰਿਮਾਈਂਡ ਨਾ ਕਰਾਈਆਂ ਜਾਣ, ਉਹਨੂੰ ਸਹੀ ਪੋਜ਼ਿਟਿਵ ਤਰੀਕੇ ਵੱਲ ਲਿਆਂਦਾ ਜਾਵੇ ਔਰ ਉਹਨੂੰ ਖੁਸ਼ੀ ਦੇ ਵੱਲ ਲਿਆਂਦਾ ਜਾਵੇ। ਤੇ ਆਪਣੀ ਉਹ ਇੱਕੋ ਹੀ ਤਰੀਕਾ ਹੈ ਜੀ, ਉਹ ਫੈਮਿਲੀ ਦੇ ਵਿੱਚ ਉਹਨੂੰ ਸਭ ਤੋਂ ਜ਼ਿਆਦਾ ਪਿਆਰ ਮਿਲਣਾ ਚਾਹੀਦਾ ਬੰਦੇ ਨੂੰ। ਤੇ ਮੋਸਟ ਜਿਹੜੀ ਵਰੀਜ਼ ਹੈਗੀਆਂ, ਜਿਹੜਾ ਚਿੰਤਾ ਦਾ ਰੋਗ ਬਾਹਰਲੇ ਕੰਮਾਂ ਨਾਲ ਨਹੀਂ ਹੁੰਦਾ ਕਿ ਤੁਸੀਂ ਕੰਮ ਕਰਦੇ ਆ ਜੀ ਥੱਕ, ਕੋਈ ਥਕੇਵਾ ਨਹੀਂ ਜੀ ਚੜ੍ਹਦਾ। ਜਦ ਤੇ ਤੁਸੀਂ ਘਰ ਆ ਜਾਓ, ਘਰ ਤੁਹਾਨੂੰ ਜੇ ਪੂਰਾ ਪਿਆਰ ਖੁਸ਼ੀ ਮਿਲਦੀ ਆ, ਤੇ ਮੇਰਾ ਖਿਆਲ ਕਿ ਹੋਰ ਚਿੰਤਾ, ਛੋਟੀਆਂ ਚਿੰਤਾ ਕੁਛ ਨਹੀਂ ਤੁਹਾਡਾ ਵਿਗਾੜ ਸਕਦੀਆਂ। ਤੇ ਮੇਨ ਜਿਹੜੀ ਗੱਲ ਹੈਗੀ ਆ, ਤੁਸੀਂ ਜੋ ਵੀ ਕੰਮ ਕਰਦੇ ਆ ਉਹਨੂੰ ਤੁਸੀਂ ਇੰਜੋਏ ਕਰੋ ਕਰਦੇ। ਇਹ ਨਾ ਕਿ ਸਾਰੀ ਦਿਹਾੜੀ ਕੰਮ ਵੀ ਕਰੀ ਜਾਓ ਤੇ ਰੋਈ ਵੀ ਜਾਓ ਮੈਨੂੰ ਕਿੱਥੇ ਗਲਤ ਕਰ ਰਿਹਾ। ਜੋ ਵੀ ਤੁਹਾਨੂੰ ਕੰਮ ਗਲਤ ਮਿਲਦਾ ਜਾਂ ਨਹੀਂ, ਤੁਹਾਡੇ ਆਪਣੀ ਸਟੱਡੀ ਦੇ ਹਿਸਾਬ ਨਾਲ ਨਹੀਂ ਵੀ ਮਿਲਦਾ, ਪਰ ਉਹਨੂੰ ਵੀ ਤੁਸੀਂ ਜਦ ਤੇ ਕਰਦੇ ਇੰਜੋਏ ਕਰੋ, ਤੇ ਤਾਂ ਹੀ ਤੁਸੀਂ ਖੁਸ਼ ਰਹਿ ਸਕਦੇ। ਖੁਸ਼ੀ ਦੇ ਨਾਲ ਹੀ ਤੁਹਾਡੀ ਚਿੰਤਾ ਖਤਮ ਹੋਣੀ ਹੈ, ਖੁਸ਼ੀ ਦੇ ਨਾਲ ਹੀ ਤੁਹਾਡੀਆਂ ਸਾਰੀਆਂ ਬਿਮਾਰੀਆਂ ਖਤਮ ਹੋਣੀਆਂ। ਮੇਰਾ ਤੇ ਇਹੀ ਆ। ਬਾਕੀ ਬਹੁਤ ਵਧੀਆ ਸੀ, ਬਹੁਤ ਤਰੀਕੇ ਨਾਲ ਤੁਸੀਂ ਸਮਝਾਇਆ, ਬਹੁਤ ਵਧੀਆ ਸੀ ਜੀ। ਆਈ ਇੰਜੋਏ ਇਟ। ਥੈਂਕ ਯੂ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਨਰਿੰਦਰ ਸਿੰਘ ਜੀ। ਹਾਂਜੀ, ਮੇਰਾ ਇੱਕ ਖਿਆਲ ਇਸ ਬਾਰੇ ਸੀਗਾ ਵੀ ਅੱਜ ਕੱਲ੍ਹ ਦੀ ਜਿਵੇਂ ਲਾਈਫ ਹੈਗੀ ਹੈ, ਬਹੁਤ ਸਪੀਡ ਨਾਲ ਚੱਲ ਰਹੀ ਹੈ। ਕਮਿਊਨੀਕੇਸ਼ਨ ਕਿੰਨੀ ਸਪੀਡ ਨਾਲ ਹੈ। ਆਪਾਂ ਡਰਾਈਵ ਕਰਦੇ ਹਾਂ, ਪਹਿਲਾਂ ਆਪਾਂ ਇੱਕ ਕੰਮ ਨੂੰ 2 ਮਹੀਨਿਆਂ 'ਚ ਕਰਦੇ ਹੁੰਦੇ ਸੀ, ਹੁਣ ਉਹ ਆਪਾਂ 10 ਮਹੀਨਿਆਂ ਦੇ ਕੰਮ 1 ਦਿਨ 'ਚ ਹੀ ਕਰ ਲੈਂਦੇ ਹਾਂ। You know, life is so speedy these days, so we have to keep up with this. So I think skill needs, everything, it adds to our worries. So I don't know what's the solution to this. ਠੀਕ ਹੈ ਜੀ, ਧੰਨਵਾਦ ਜੀ। ਤੁਹਾਡੇ ਕੁਐਸਚਨ ਤਾਂ ਹੈਗੇ ਆ, ਪਰ ਉਹਨਾਂ ਦੇ ਵਿੱਚ ਜੇ ਤੁਸੀਂ ਦੇਖੋ ਗਿਆਨੀ ਜੀ ਨੇ ਜਿਹੜੇ ਜਵਾਬ ਦਿੱਤੇ ਆ ਉਹ ਸਾਰੇ ਅਪਲਾਈ ਹੁੰਦੇ ਆ। ਉਹਦੇ ਵਿੱਚ ਕੰਮ ਤਾਂ ਅਸੀਂ ਕਰਨੇ ਆ ਜੀ ਰੋਜ਼, ਜਿਹੜੇ ਉਹਦੇ ਨਾਲ ਚਿੰਤਾ ਵੀ ਵਧਣੀ ਹੈ, ਪਰ ਉਹਨੂੰ ਛੱਡਣੀ ਕਿੱਦਾਂ ਹੈ ਉਹਦੇ ਵਿੱਚ
ਵੀਰ ਜੀ ਨੇ ਜੋ ਇੰਗਲਿਸ਼ ਵਿੱਚ ਬੋਲਿਆ ਉਹ ਮੇਰੀ ਸਮਝ ਵਿੱਚ ਨਹੀਂ ਆਇਆ ਕਿ ਮੇਰਾ ਮਤਲਬ ਇਹੀ ਸੀਗਾ ਜੀ ਵੀ ਅੱਜ ਕੱਲ ਦੀ ਜਿਵੇਂ ਟੈਕਨੋਲੋਜੀ ਕਾਫੀ ਵੱਧ ਗਈ ਹੈ। ਹਾਂਜੀ ਹਾਂਜੀ। ਉਹਦੇ ਵਿੱਚ ਕੰਮ ਵੀ ਤੁਹਾਨੂੰ ਸਪੀਡ ਨਾਲ ਕਰਨਾ ਪੈਂਦਾ ਹੈ, ਨਵੇਂ ਵੇਜ਼ ਨਾਲ ਤੁਹਾਨੂੰ ਐਕਸਪ੍ਰੈਸ ਕਰਨਾ। ਜਿਵੇਂ ਤੁਸੀਂ ਪਹਿਲਾਂ ਹੁਣ ਕੀਰਤਨ ਵਗੈਰਾ ਸੀ, ਸਾਰੇ ਲੋਕ ਸੰਗਤ ਨਾਲ ਉੱਥੇ ਆ ਕੇ ਜੁੜ ਜਾਂਦੇ ਸੀ, ਹੁਣ ਤੁਹਾਨੂੰ ਇੰਟਰਨੈਟ ਦੇ ਉੱਤੇ ਕਰਨਾ ਪੈਂਦਾ ਹੈ, ਜਾਂ ਸਾਨੂੰ ਮਤਲਬ ਵੀ ਇੰਟਰਨੈਟ ਦੇ ਉੱਤੇ ਜਾ ਕੇ ਸਾਰਾ ਦਿਨ ਘਰੋਂ ਕੰਮ ਕਰਨਾ ਪੈਂਦਾ ਹੈ। ਉਹੀ ਜਿਹੇ ਨਾਲ ਮਤਲਬ ਸਾਨੂੰ ਨਵੀਆਂ ਚੀਜ਼ਾਂ ਸਿੱਖਣੀਆਂ ਪੈਂਦੀਆਂ ਨੇ। ਉਹ ਨਵੀਂ ਚੀਜ਼ ਸਿੱਖਣ ਦੇ ਲਈ ਹਰੇਕ ਚੀਜ਼ ਜਦੋਂ ਚੇਂਜ ਆਉਂਦੀ ਹੈ ਉਹ ਥੋੜੀ ਜਿਹੀ ਡਿਫਿਕਲਟ ਹੁੰਦੀ ਹੈ, ਬੰਦੇ ਨੂੰ ਚੇਂਜ ਕਰਨਾ ਨਾ ਬਹੁਤ ਥੋੜਾ ਜਿਹਾ ਔਖਾ ਲੱਗਦਾ ਹੁੰਦਾ। ਸੋ ਮੇਰਾ ਮਤਲਬ ਇਹ ਸੀਗਾ ਵੀ ਇਹ ਆਪਣੇ ਵਰੀਜ਼ ਨੂੰ ਤੇ ਥੋੜਾ ਜਿਹਾ ਇਨਕਰੀਜ਼ ਕਰਦੀਆਂ ਨੇਗੀਆਂ ਜਿਹੜੀਆਂ ਲਰਨਿੰਗ ਪ੍ਰੋਸੈਸਸ ਹੈਗੀਆਂ ਨੇ, ਕੋਈ ਨਵੀਂ ਚੀਜ਼ ਸਿੱਖਣੀ ਹੈ। ਹਾਂਜੀ ਉਹ ਤਾਂ ਹੈ, ਲੇਕਿਨ ਜੇਕਰ ਅਸੀਂ ਟਰਾਈ ਕਰਦੇ ਹਾਂ ਤਾਂ ਅਸੀਂ ਉਹਨੂੰ ਸਿੱਖ ਸਕਦੇ ਹਾਂ। ਜਿਵੇਂ ਫਾਰ ਐਗਜ਼ਾਮਪਲ ਹੁਣ ਮੈਨੂੰ ਇੰਗਲਿਸ਼ ਨਹੀਂ ਆਉਂਦੀ ਨਾ, ਤੇ ਜਦੋਂ ਮੈਂ ਇੱਥੇ PR ਲਈਏ ਤਾਂ ਉਦੋਂ ਇੱਕ ਟੈਸਟ ਪਾਸ ਕਰਨਾ ਪੈਣਾ ਸੀ ਲਾਈਫ ਇਨ YouTube। ਤੁਹਾਡੇ ਵਾਸਤੇ ਤਾਂ ਕੋਈ ਚੀਜ਼ ਨਹੀਂ, ਲੇਕਿਨ ਮੇਰੇ ਵਾਸਤੇ ਕਿਉਂਕਿ ਜਿੰਨੇ ABCD ਤੋਂ ਸਿੱਖਣਾ ਹੈ ਤਾਂ ਇੱਕ ਬੜਾ ਔਖਾ ਜਿਹਾ ਕੰਮ ਸੀ। ਪਰ ਮੈਨੂੰ ਇਹ ਪਤਾ ਸੀ ਕਿ ਜੇ ਮੈਂ ਟੈਸਟ ਪਾਸ ਨਹੀਂ ਕਰਦਾ ਤਾਂ ਫਿਰ ਮੈਂ PR ਨਹੀਂ ਹੋ ਸਕਦਾ। ਤਾਂ ਫਿਰ ਮੈਂ ਰੱਟੇ ਰੁੱਟੇ ਲਾ ਕੇ ਤੁਹਾਨੂੰ ਕਰ ਲਿਆ ਸੀ ਪੂਰਾ। ਤਾਂ ਮਤਲਬ ਨਾ ਥੋੜਾ ਜਿਹਾ ਟਰਾਈ ਕਰਕੇ ਬੰਦਾ ਨਵੀਂ ਚੀਜ਼ ਸਿੱਖ ਲੈਂਦਾ। ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜਿਵੇਂ ਜਿਵੇਂ ਜ਼ਮਾਨਾ ਬਦਲ ਰਿਹਾ, ਟੈਕਨੀਕਸ ਬਦਲ ਰਹੀਆਂ ਨੇ, ਤਾਂ ਸਾਨੂੰ ਇਹਦੇ ਵਾਸਤੇ ਪ੍ਰੀਪੇਅਰ ਰਹਿਣਾ ਚਾਹੀਦਾ ਹੈ। ਔਰ ਇਹਨਾਂ ਵਾਸਤੇ ਪੋਜ਼ਿਟਿਵ ਸੋਚ ਕੇ ਹੀ ਸਾਨੂੰ ਅਸੀਂ ਸਿੱਖ ਦਾਂਗੇ ਤਾਂ ਸਿੱਖ ਲੈ ਜਾਵਾਂਗੇ। ਚਿੰਤਾਵਾਂ ਤੋਂ ਅਸੀਂ ਜਿਹੜੀ ਡਿਪਰੈਸ਼ਨ ਤੋਂ ਅਸੀਂ ਬਚੇ ਰਹਿ ਸਕਦੇ ਹਾਂ ਜੇ ਅਸੀਂ ਥੋੜੀ ਜਿਹੀ ਆਪਣਾ ਵਿਲ ਪਾਵਰ ਪੈਦਾ। ਥੈਂਕ ਯੂ, ਧੰਨਵਾਦ ਜੀ, ਬਹੁਤ ਬਹੁਤ। ਸਤਿੰਦਰ ਸਿੰਘ ਜੀ ਆ ਜਾਓ ਅਨਮਿਊਟ। ਹਾਂਜੀ, ਤੁਸੀਂ ਵੀ ਨੋਟਸ ਬਹੁਤ ਬਣਾਏ ਸੀ, ਆ ਜਾਓ। ਤੁਹਾਡੀ ਆਵਾਜ਼ ਨਹੀਂ ਆ ਰਹੀ। ਚਲੋ ਮੈਂ ਤੁਹਾਡੇ ਕੋਲ ਫੇਰ ਆ ਜਾਣਾ ਠਹਿਰ ਕੇ, ਤੁਸੀਂ ਤਿਆਰੀ ਰੱਖੋ। ਹੋਰ ਕਿਸੇ ਨੇ ਹੋਰ ਅਨਮਿਊਟ ਤਾਂ ਕੋਈ ਨਹੀਂ ਹੋਇਆ। ਦਵਿੰਦਰ ਸਿੰਘ ਜੀ ਤੂਰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਯਾਨੀ ਜੀ ਕੋਈ ਕੁਐਸਚਨ ਨਹੀਂ ਹੈਗਾ, ਬਸ ਇਹਦਾ ਆਨਸਰ ਇੱਕ ਜ਼ਰੂਰ ਹੈਗਾ ਵੀ ਜੋ ਤੁਹਾਡਾ ਢੰਗ ਹੈ ਹਾਂਜੀ ਸਾਨੂੰ ਸਮਝਾਉਣ ਦਾ, ਉਹਦੀ ਐਪਰੀਸ਼ੀਏਸ਼ਨ ਕਰਨ ਵਾਸਤੇ ਮੈਂ ਵਚਨਬੱਧ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਧੰਨਵਾਦ ਬਹੁਤ। ਹਾਂਜੀ ਸਤਿੰਦਰ ਸਿੰਘ ਜੀ ਰੈਡੀ ਆ? ਤੁਹਾਡੀ ਆਵਾਜ਼ ਨਹੀਂ ਆ ਰਹੀ। ਚਲੋ ਮੈਂ ਮੁੜ ਕੇ ਆ ਜਾਣਾ ਤੁਹਾਡੇ ਕੋਲ, ਚੈੱਕ ਕਰ ਲਓ। ਤੇ ਗੁਰਮੁਖ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੋਹਨ ਸਿੰਘ ਜੀ ਹਰੇਕ ਵਾਰੀ ਤੁਹਾਨੂੰ ਧੰਨਵਾਦ ਕਰਦੇ, ਹੁਣ ਵੀ ਕਰਦੇ, ਥੈਂਕ ਯੂ ਜੀ। ਮੇਰਾ ਕੁਐਸਚਨ ਇਹ ਹੈ ਜੀ, ਆਪਣੇ ਜੇ ਆਪਣਾ ਸਾਡੇ ਕੋਈ ਭੈਣ ਭਰਾ ਦੇ ਕੋਲ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਆਪਣੀ ਚਿੰਤਾ ਜ਼ਿਆਦਾ ਹੈ, ਐਂਗਜ਼ਾਇਟੀ ਹੋਈ ਹੋਏ ਆ, ਤਾਂ ਉਹਦੇ ਵਿੱਚ ਸਾਨੂੰ ਉਹਨਾਂ ਨੂੰ ਕਿਸ ਕੋਈ ਢੰਗ ਹੋਵੇ, ਕੋਈ ਤਰੀਕਾ ਹੋਵੇ, ਅਸੀਂ ਵੀ ਉਹਨਾਂ ਨੂੰ ਕਿੱਦਾਂ ਬੁਲਾਈਏ, ਕਿੱਦਾਂ ਉਹਨਾਂ ਦੀ ਮਦਦ ਕਰੀਏ ਜੀ? ਵੀਰ ਜੀ, ਉਹਦੇ ਵਿੱਚ ਦੋ ਗੱਲਾਂ ਨੇ। ਜੇ ਤਾਂ ਉਹਨਾਂ ਦੀ ਜਿਹੜੀ ਡਿਪਰੈਸ਼ਨ ਹੈਗਾ ਪਹਿਲੇ ਸਟੇਜ ਤੇ ਵੇ ਥੋੜਾ, ਤਾਂ ਫਿਰ ਉਹਨਾਂ ਦੀ ਕਾਉਂਸਲਿੰਗ ਹੋ ਸਕਦੀ ਹੈ। ਔਰ ਕੋਈ ਸਾਈਕੋਥੈਰੇਪਿਸਟ ਜਾਂ ਸਾਈਕੋਲੋਜਿਸਟ ਮਿਲ ਜਾਂਦਾ ਤਾਂ ਉਹਨਾਂ ਦੀ ਕਾਉਂਸਲਿੰਗ ਕਰ ਸਕਦਾ ਹੈ। ਔਰ ਜੇਕਰ ਮਤਲਬ ਜ਼ਿਆਦਾ ਪ੍ਰੋਬਲਮ ਹੈ, ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਚਿੰਤਾ ਰੋਗ ਜਿਹੜਾ ਨਾ ਕੈਮੀਕਲ ਇੰਬੈਲੈਂਸ ਕਰਕੇ ਹੋਇਆ ਹੁੰਦਾ, ਤੇ ਜੇ ਕੈਮੀਕਲ ਇੰਬੈਲੈਂਸ ਕਰਕੇ ਹੋਇਆ ਫਿਰ ਉਹਨੂੰ ਸਾਈਕੈਟ੍ਰਿਕ ਦੀ ਜ਼ਰੂਰਤ ਪਵੇਗੀ, ਦਵਾਈ ਦੀ। ਜੇ ਕੈਮੀਕਲ ਇੰਬੈਲੈਂਸ ਕਰਕੇ ਨਹੀਂ ਹੋਇਆ, ਕੋਈ ਪਰਿਵਾਰਕ ਉਲਝਣ ਹੈ ਜਾਂ ਸਮਾਜਿਕ ਉਲਝਣ ਹੈ, ਤਾਂ ਉਹਦੇ ਵਾਸਤੇ ਫਿਰ ਕਾਉਂਸਲਿੰਗ ਜਿਹੜੀ ਹੋ ਸਕਦੀ ਹੈ ਔਰ ਉਹਨੂੰ ਪੋਜ਼ਿਟਿਵ ਥਿੰਕਿੰਗ ਦਿੱਤੀ ਜਾ ਸਕਦੀ ਹੈ। ਤੇ ਜੇ ਕੈਮੀਕਲੀ ਪ੍ਰੋਬਲਮ ਕੋਈ ਕੈਮੀਕਲ ਇੰਬੈਲੈਂਸ ਕਰਕੇ ਹੋਇਆ, ਫਿਰ ਉਹਨੂੰ ਸਾਈਕੈਟ੍ਰਿਕ ਦੀ ਜ਼ਰੂਰਤ ਪਵੇਗੀ। ਔਰ ਇੱਕ ਪੁਸਤਕ ਹੈਗੀ ਹੈ, ਤੁਸੀਂ ਸਾਰੇ ਨੋਟ ਕਰ ਲਓ, ਚਿੰਤਾ ਰੋਗ ਕਾਰਨ ਤੇ ਉਪਾਅ, ਡਾਕਟਰ ਸਰੂਪ ਸਿੰਘ ਮਰਵਾਹਾ ਦੀ ਲਿਖੀ ਹੈ। ਇਹ ਪੁਸਤਕ ਵੀ ਕਾਫੀ ਸਹਿਯੋਗ ਦੇ ਸਕਦੀ। ਜੋ ਕੁਛ ਮੈਂ ਬੋਲਿਆ ਉਹ ਪੁਸਤਕ ਦੇ ਬੇਸ ਤੇ ਹੀ ਬੋਲਿਆ ਸਾਰਾ। ਚਿੰਤਾ ਰੋਗ ਕਾਰਨ ਤੇ ਉਪਾਅ, ਇਹ ਪੁਸਤਕ ਤੁਸੀਂ ਆਪ ਵੀ ਪੜੋਗੇ ਤੇ ਕਾਫੀ ਸਹਿਯੋਗ ਮਿਲ ਸਕਦਾ ਹੈ। ਹਾਂਜੀ ਠੀਕ ਹੈ ਜੀ, ਥੈਂਕ ਯੂ ਜੀ। ਧੰਨਵਾਦ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਸਵਿੰਦਰ ਕੌਰ ਜੀ ਤੁਸੀਂ ਵੀ ਅਨਮਿਊਟ ਆ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੇ ਖਿਆਲ ਵਿੱਚ ਗਿਆਨੀ ਜੀ ਵੀ ਖੁਸ਼ ਰਹਿਣਾ ਬਹੁਤ ਜ਼ਰੂਰੀ ਹੈਗਾ ਜ਼ਿੰਦਗੀ ਵਿੱਚ। ਹਾਂਜੀ, ਤੇ ਖੁਸ਼ ਤੇ ਹੱਸਣਾ ਬਹੁਤ ਜ਼ਰੂਰੀ ਹੈਗਾ ਲਾਈਫ ਲਈ। ਬਿਲਕੁਲ। ਹਾਂਜੀ, ਇਹ ਸਭ ਤੋਂ ਵੱਡਾ ਮੇਨ ਕਾਰਨ ਹੈਗਾ ਇਸ ਚੀਜ਼ ਦਾ।
ਸਹੀ ਗੱਲ ਹੈ। ਸਿਹਤ ਲਈ ਵੀ ਆਪਣੀ ਲਈ ਬਹੁਤ ਵਧੀਆ ਹੁੰਦਾ। ਹਾਂਜੀ, ਤੇ ਥੋੜਾ ਫਿਰ ਹੱਸ ਕੇ ਵਿਖਾਓ ਹੁਣ। ਹਾਂਜੀ ਹਾਂਜੀ, ਥੈਂਕ ਯੂ। ਧੰਨਵਾਦ, ਧੰਨਵਾਦ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਰਮਲ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਦਾ ਜਿਹੜਾ ਗਿਆਨ ਜਿਹੜਾ ਸਾਨੂੰ ਮਿਲਿਆ, ਇੱਕ ਜਿਹੜੇ ਕਰੋਨਿਕ ਜਿਹੜੀ ਬਿਮਾਰੀਆਂ ਆਉਂਦੀਆਂ ਉਹਨਾਂ ਦਾ ਇਲਾਜ ਹੈ। ਮੈਂ ਜੇ ਸਮਝਦਾ ਜੇ ਇਹਦੇ ਮੁਤਾਬਕ ਜਿੰਨਾ ਕੁ ਗਿਆਨ ਸਾਡੇ ਆਪਣੇ ਕੋਲ ਪਿਆ, ਤੇ ਇਹ ਡਾਕਟਰੀ ਜਿਹੜੇ ਆਮ ਆਪਾਂ ਦਵਾਈਆਂ ਲੈਂਦੇ ਆ, ਉਹ ਦਵਾਈਆਂ ਲੈਣ ਦੀ ਬਜਾਏ ਜੇ ਇਸ ਦੇ ਮੁਤਾਬਕ ਗੁਣਾਂ ਦੇ ਮੁਤਾਬਕ ਆਪਣਾ ਜੀਵਨ ਬਤੀਤ ਕਰੀਏ, ਸ਼ਾਇਦ ਆਪਾਂ ਇਹ ਚਿੰਤਾ ਤੋਂ ਦੂਰ ਹੋ ਸਕਦੇ ਹਾਂ। ਕਿ ਬਾਕੀ ਜਿਹੜੀਆਂ ਆਪਣੇ ਗੁਰੂ ਨਾਨਕ ਇਹ ਕਿਹਾ ਸੀ ਕਿ ਹੈਗਾ ਵੀ ਸਾਰਾ ਜਹਾਨ ਹੀ A to Z ਸਾਰੇ ਚਿੰਤਕ ਹੈ। ਤੇ ਉਹ ਜਿਹੜਾ ਰੋਗ ਸੀਗਾ, ਉਹਨਾਂ ਨੇ ਆਪਣਾ ਜਿਹੜਾ ਗਿਆਨ, ਰੱਬੀ ਗਿਆਨ ਸੀ, ਬਾਣੀ ਦੇ ਰਾਹੀਂ ਦੂਜਿਆਂ ਦੇ ਜਿਹੜੇ ਡਿਪਰੈਸ ਆਈਡੀਆ ਸੀ ਜਾਂ ਮਾੜੇ ਆਈਡੀਆ ਸੀ ਤੋਂ ਬਾਹਰ ਕੱਢਿਆ। ਕਿ ਇਹ ਜਿਹੜਾ ਗਿਆਨ ਵੀ ਮਾੜੇ ਖਿਆਲਾਂ ਨੂੰ ਬਾਹਰ ਕੱਢਣ, ਨੈਗੇਟਿਵ ਖਿਆਲਾਂ ਨੂੰ ਬਾਹਰ ਕੱਢ ਕੇ ਪੋਜ਼ਿਟਿਵ ਖਿਆਲ ਜਿਹੜੇ ਸੀ ਗੁਰਬਾਣੀ ਦੇ ਸੀ ਜਾਂ ਚੰਗੇ ਗਿਆਨ ਸੀਗੇ, ਚਿੰਤਾ ਆਪਣੇ ਸਬਰ ਸੰਤੋਖ ਜਿਹੜੇ ਗਿਆਨ ਦੇ ਕੇ ਤੇ ਉਹਨਾਂ ਨੂੰ ਜਿਹੜਾ ਨੈਗੇਟਿਵ ਤੋਂ ਪੋਜ਼ਿਟਿਵ ਵੱਲ ਨੂੰ ਲਿਆਂਦਾ ਸੀ। ਉਹ ਵੀ ਜਿਹੜੇ ਖਿਆਲ ਸੀ, ਇਸ ਤਰ੍ਹਾਂ ਦੇ ਖਿਆਲ ਦੇ ਕੇ, ਜਿਹੜੇ ਪੋਜ਼ਿਟਿਵ ਖਿਆਲ ਦੇ ਕੇ ਤੁਸੀਂ ਚਿੰਤਾ ਦੇ ਰੋਗ ਤੋਂ ਦੂਰ ਹੋ ਸਕਦੇ ਹੋ। ਬਿਲਕੁਲ, ਤਾਂ ਇਹ ਵੀ ਬਹੁਤ ਚੰਗੀ ਚੀਜ਼ ਹੈ। ਜਿਸ ਤਰ੍ਹਾਂ ਇੱਕ ਆਪਣੇ ਭਾਈ ਸਾਹਿਬ ਨੇ ਸਰਜੀ ਕੀ ਹੈਗਾ ਬਹੁਤ ਛਕਣੀ, ਅੰਮ੍ਰਿਤ ਛਕਣਾ, ਉਹ ਵੀ ਹੈਗਾ ਮੇਰੇ ਮਨ ਦੇ ਹਿਸਾਬ ਨਾਲ, ਖਿਆਲਾਂ ਅਨੁਸਾਰ ਉਹ ਵੀ ਬਹੁਤ ਚੰਗਾ ਹੈ। ਐਟਲੀਸਟ ਪੋਜ਼ਿਟਿਵ ਥਿੰਕਿੰਗ ਨਾਲ ਜਿਵੇਂ 5 ਪਿਆਰੇ ਤੁਹਾਨੂੰ ਸਿਖਾਉਂਦੇ ਆ ਵੀ ਤੁਹਾਡਾ ਪਿਛਲੇ ਜਿਹੜਾ ਜੀਵਨ ਹੈ, ਜਿੱਥੋਂ ਰੋਗ ਚੱਲਿਆ ਸੀ ਛੋਟੇ ਬਚਪਨ ਤੋਂ, ਉਹ ਜਿਹੜਾ ਹੈਗਾ ਕਰੋਨਿਕ ਡਿਜ਼ੀਜ਼ ਬਣਿਆ, ਤੇ ਉਹ ਵੀ ਹੈਗਾ ਉੱਥੋਂ ਦੂਰ। ਕਿ ਕਿਉਂਕਿ ਸਾਡੇ ਹੈਗਾ ਕਿ ਗੁਰੂ ਸਾਹਿਬ ਨੇ ਖਿਆਲ ਦੱਸਿਆ ਸੀ ਵੀ ਇੱਥੋਂ ਤੁਹਾਡਾ ਪੁਰਾਣਾ ਜਨਮ ਜਿਹੜਾ ਬਿਲਕੁਲ ਸਾਫ਼, ਅਗਲਾ ਤੁਸੀਂ ਸ਼ੁਰੂ ਕਰਨਾ ਪੋਜ਼ਿਟਿਵ ਥਿੰਕਿੰਗ ਨਾਲ, ਇਹ ਗੁਰਬਾਣੀ ਦੇ ਨਾਲ ਨਿਤਨੇਮ ਕਰਨਾ ਤੇ ਆਪਣੇ ਖਿਆਲ ਚੰਗੇ ਲਿਆ ਕੇ ਤੁਸੀਂ, ਕਿਉਂਕਿ ਇਹ ਜਿਹੜੀ ਜਿੰਨਾ ਵੀ ਡਿਪਰੈਸ਼ਨ ਹੈ, ਇਹ ਹੈਗਾ ਮਾਨਸਿਕ ਰੋਗ ਹੈ। ਇਸ ਨੂੰ ਦੂਰ ਕਰਨ ਲਈ ਸਾਰੇ ਜੇ ਚੰਗੇ ਖਿਆਲ ਤੁਸੀਂ ਦੱਸਿਆ, ਇਹਦੇ ਵਿੱਚ ਜੇ ਅਸੀਂ ਆਪਾਂ ਚੇਂਜ ਕਰ ਲਈਏ ਤਾਂ ਇਹ ਵੀ ਹੈਗਾ ਛੇਤੀ ਹੈਗਾ ਇਹਨਾਂ ਦਾ ਮਾਨਸਿਕ ਰੋਗਾਂ ਦਾ ਯਾਨੀ ਕਿ ਇਲਾਜ ਹੋ ਜਾਂਦਾ ਹੈ। ਤੇ ਇਸ ਕਰਕੇ ਆ ਵੀ ਬਾਕੀ ਤੇ ਚੀਜ਼ਾਂ ਜਿਹੜੀਆਂ ਆ ਇਹਨਾਂ ਨੂੰ ਪ੍ਰੈਕਟੀਕਲ ਸ਼ੇਪ ਦੇਣ ਲਈ ਤੇ ਇਹ ਹੈਗਾ ਇਹਦੇ ਬਾਰੇ ਤੁਸੀਂ ਖਿਆਲ ਦੱਸੇ ਵੀ ਆ, ਪਰ ਮੇਰਾ ਖਿਆਲ ਨਹੀਂ ਕਿ ਹੈਗਾ ਇਹ ਛੇਤੀ ਕਿ ਜਿਹੜੀ ਆਦਤਾਂ ਪੱਕੀਆਂ ਹੋ ਜਾਣ ਉਹਨਾਂ ਨੂੰ ਚੇਂਜ ਕਰਨਾ ਬੜਾ ਸੌਖਾ ਨਹੀਂ ਹੈਗਾ, ਬਹੁਤ ਔਖਾ ਆ। ਆਪਾਂ ਕਹਿੰਦੇ ਜ਼ਰੂਰ ਹੈ ਤੇ ਲੇਕਿਨ ਇਹ ਆ ਵੀ ਚੇਂਜ ਕਰਨੇ ਬੜੇ ਔਖੇ ਹੋ ਜਾਂਦੇ ਆ, ਕਿਉਂਕਿ ਜਿਹੜਾ ਪਹਿਲਾ ਹੈਗਾ ਮਾਨਸਿਕ ਰੋਗੀ ਆ, ਰੋਗੀ ਨੂੰ ਤਾਕਤ ਦੇਣ ਲਈ ਤੇ ਤਾਕਤ ਹੈਗਾ ਆਪਾਂ ਕਹਿੰਦੇ ਜਦੋਂ ਨਾ ਕੋਈ ਜ਼ਿਆਦਾ ਰੋਗੀ ਹੋਵੇ ਤੇ ਕਹਿਣਾ ਇਹਨਾਂ ਨੂੰ ਕੋਈ ਟੌਨਿਕ ਦਿਓ, ਇਹੋ ਜਿਹੇ ਵਿਟਾਮਿਨ ਦਿਓ, ਤੇ ਵਿਟਾਮਿਨ ਦੇ ਨਾਲ ਥੋੜਾ ਜਿਹਾ ਉਹਦੇ ਜਿਹੜੇ ਕਿ ਸਰੀਰਕ ਤੌਰ ਤੇ ਥੋੜਾ ਤਾਂ ਉੱਭਰਦਾ ਆ। ਤੇ ਇਹ ਜਿਹੜੇ ਹੈਗਾ ਗੁਣਾਂ ਨੂੰ, ਤੇ ਇਹ ਗੁਣ ਜੇ ਤਾਂ ਹੈਗਾ ਟੌਨਿਕ ਦੇ ਤੌਰ ਤੇ ਹੈਗਾ ਵੀ ਆਪਾਂ ਇਹਨੂੰ ਯੂਜ਼ ਕਰਨਾ ਸ਼ੁਰੂ ਕਰੀਏ ਤੇ ਫਿਰ ਹੈਗਾ ਸ਼ਾਇਦ ਇੱਕ ਚੇਂਜ ਆ ਜਾਊਗੀ। ਜਿਹੜੇ ਪੁਰਾਣੇ ਹੈਗਾ ਚਿੰਤਾ ਆ, ਉਹ ਚਿੰਤਾ ਡਿਪਰੈਸ਼ਨ ਦਾ ਜਿਹੜਾ ਰੂਪ ਲੈ ਜਾਂਦੀ ਹੈ, ਉਹਨਾਂ ਨੂੰ ਦੂਰ ਕਰਨਾ ਮੇਰੇ ਮੁਤਾਬਕ ਤਾਂ ਕੋਈ ਇਜ਼ ਨੋਟ ਈਜ਼ੀ, ਪਰ ਟਰਾਈ ਕਰਨਾ ਬਈ ਹਰ ਲੈਵਲ ਚੰਗਾ ਆ, ਹੱਸਣਾ ਖੇਡਣਾ ਤੇ ਬਾਕੀ ਇੱਕ ਦੂਜੇ ਦੇ ਚੰਗੇ ਖਿਆਲ ਦੇ ਕੇ ਜੀ ਚੀਜ਼ ਹੋ ਜਾਂਦੀ ਚੰਗੀ ਗੱਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਜੀ ਦੋ ਭੈਣਾਂ ਸਾਡੀਆਂ ਜੁੜੀਆਂ ਬੁਲਚ ਗੁਰਦੁਆਰਾ ਤੋਂ, ਇੱਕ ਭੈਣ ਰਿਸ਼ਪਾਲ ਕੌਰ ਤੇ ਇੱਕ ਭੈਣ ਹੈਗੀ ਆ ਹੱਸ ਲਓ ਜੀ ਤੁਸੀਂ ਮੈਂ ਪਹਿਲਾਂ ਸੇਵਾਦਾਰ ਦੀਆਂ ਦੋ ਬਹੁਤ ਕਿਚਨ ਦੀਆਂ ਸਾਡੀਆਂ ਜੀ, ਤੇ ਗੁਰਮੀਤ ਕੌਰ ਦੀ ਮੈਂ ਗੱਲ ਕਰ ਰਿਹਾ। ਤੇ ਪਹਿਲਾਂ ਮੈਂ ਰਿਸ਼ਪਾਲ ਕੌਰ ਨਾਲ ਤੁਸੀਂ ਗੱਲ ਕਰ ਲਓ ਜੀ। ਰਿਸ਼ਪਾਲ ਕੌਰ। ਹਾਂਜੀ, ਮੈਂ ਤਾਂ ਗਿਆਨੀ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ, ਇਹਨਾਂ ਨੇ ਸਾਨੂੰ ਬਹੁਤ ਸੋਹਣੀਆਂ ਗੱਲਾਂ ਦਿੱਤੀਆਂ ਆ, ਪਰ ਕੱਲਾ ਬੰਦਾ ਘਰ ਬੈਠਾ ਤਾਂ ਫਿਕਰਾਂ 'ਚ ਰਹਿੰਦਾ ਆ। ਜਿੱਦਾਂ ਹੁਣ ਅੱਗੇ ਗੁਰਦੁਆਰੇ ਆ ਜਾਈਦਾ ਸੀ, ਟਾਈਮ ਨਿਕਲ ਜਾਂਦਾ ਸੀ, ਚਲੋ ਪ੍ਰਮਾਤਮਾ ਇਹ ਵੀ ਟਾਈਮ ਸਾਡਾ ਕੱਢ ਦਊਗਾ। ਆ ਜਿਹੜਾ ਸਾਨੂੰ ਤੁਸੀਂ ਆਹ ਕੀਤਾ, ਇਹ ਸਾਡੇ ਲਈ ਬਹੁਤ ਵਧੀਆ ਚੀਜ਼ ਆ। ਬਹੁਤ ਸਾਰਿਆਂ ਦਾ ਧੰਨਵਾਦ ਹੈ। ਧੰਨਵਾਦ ਤੁਹਾਡਾ ਵੀ ਜੀ। ਤੇ ਗੁਰਮੀਤ ਕੌਰ ਜੀ ਤੁਸੀਂ ਵੀ 2 ਲਫ਼ਜ਼।
ਮੇਰਾ ਤਾਂ ਬਾਕੀ ਮੇਰਾ ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ ਕਰ ਰਹੀ ਹਾਂ, ਸਾਨੂੰ ਚੰਗੀ ਸਿੱਖਿਆ ਦਿੱਤੀ, ਅਸੀਂ ਜੇ ਇਹਦੇ ਉੱਤੇ ਚੱਲੀਏ ਤਾਂ ਆਪਾਂ ਚੱਲਦੇ ਨਹੀਂ, ਤੁਹਾਨੂੰ ਪਤਾ ਹੀ ਹੈ, ਇਹੀ ਗੱਲ ਹੈਗੀ ਹੈ, ਮੰਨਣਾ ਚਾਹੀਦਾ ਜੋ ਕੁਛ ਇਹ ਕਹਿੰਦੇ ਉਹਦੇ ਮਗਰ ਲੱਗੋ। ਮੇਰਾ ਤਾਂ ਇਹ ਬਾਕੀ ਧੰਨਵਾਦ ਗਿਆਨ ਜੀ ਦਾ ਬਹੁਤ ਬਹੁਤ ਜ਼ਿਆਦਾ। ਤੁਹਾਡਾ ਵੀ ਧੰਨਵਾਦ ਜੀ ਬਹੁਤ ਜੁੜਨ ਦਾ, ਤਾਂ ਤੁਸੀਂ ਇਦਾਂ ਹੀ ਆ ਹੀ ਜਾਇਆ ਕਰੋ ਹੁਣ ਤੋਂ ਅੱਗੇ, ਹੁਣ ਬਹਾਨੇਬਾਜ਼ੀ ਕੋਈ ਨਹੀਂ ਚੱਲਣੀ ਜੀ। ਨਹੀਂ ਬਹਾਨੇ, ਮੈਂ ਤਾਂ ਇਹ ਕਹਿੰਦੀ ਪ੍ਰਮਾਤਮਾ ਸਾਨੂੰ ਚੰਗੇ ਪਾਸੇ ਲਾਵੇ, ਜਿੱਦਾਂ ਗਿਆਨੀ ਜੀ ਕਹਿੰਦੇ ਕਿਸੇ ਨਾਲ ਝੂਠ ਨਾ ਬੋਲੋ, ਕਿਸੇ ਨਾਲ ਹਮਦਰਦੀ ਕਰੋ, ਕਿਸੇ ਦੀ ਹੇਰਾ ਫੇਰੀ ਨਾ, ਇਦਾਂ ਦੇ ਕੰਮਾਂ ਤੋਂ ਤੁਹਾਨੂੰ ਬਚਾ ਕੇ ਰੱਖੇ ਪ੍ਰਮਾਤਮਾ ਬਸ। ਠੀਕ ਹੈ ਜੀ, ਥੈਂਕ ਯੂ ਸੋ ਮਚ। ਤੇ ਹੁਣ ਆਨੇ ਅਸੀਂ ਜੀ ਸਤਿੰਦਰ ਸਿੰਘ ਜੀ ਕੋਲ, ਕਰ ਲਓ ਅਨਮਿਊਟ। ਹਾਂਜੀ ਕਰੋ ਗੱਲ। ਨਹੀਂ ਜੀ, ਤੁਹਾਡਾ ਅੱਜ ਮੇਰਾ ਖਿਆਲ ਅੱਜ ਨਹੀਂ ਗੱਲ ਬਣਨੀ ਤੁਹਾਡੀ। ਚਲੋ ਕੋਈ ਗੱਲ ਨਹੀਂ ਜੀ, ਕੱਲ ਨੂੰ ਫੇਰ ਤੁਸੀਂ ਜੁੜੋਗੇ ਤਾਂ ਆਪਣਾ ਧੰਨਵਾਦ ਤੁਹਾਡਾ। ਹਾਂਜੀ ਹਾਂਜੀ, ਨਹੀਂ ਮੈਂ ਉਹਨਾਂ ਦੀ ਗੱਲ ਕਰ ਰਿਹਾ ਜੀ, ਉਹਨਾਂ ਨੇ ਟਰਾਈ ਕੀਤੀ 3-4 ਵਾਰੀ। ਹਾਂਜੀ ਉਹਨਾਂ ਦੀ ਗੱਲ ਹੀ ਕਰ ਰਿਹਾ। ਹਾਂਜੀ ਮਾਈਕ ਲੱਗਾ ਸੀਗਾ। ਚਲੋ ਕੋਈ ਗੱਲ ਨਹੀਂ ਜੀ, ਤੇ ਆਪਾਂ ਕੱਲ ਨੂੰ ਫੇਰ ਆ ਜਾਵਾਂਗੇ। ਹੋਰ ਕਿਸੇ ਨੇ ਹੈ ਤਾਂ ਹੈ ਨਹੀਂ ਕੋਈ ਵੀ ਅਨਮਿਊਟ, ਤੇ ਮੇਰਾ ਖਿਆਲ ਇੱਥੇ ਆਪਾਂ ਸਮਾਪਤੀ ਕਰਦੇ ਹਾਂ ਜੀ ਕੱਲ, ਤੇ ਫਿਰ ਮੁੜ ਕੇ ਆਵਾਂਗੇ ਇਸੇ ਤਰ੍ਹਾਂ ਹੀ ਕਿਸੇ ਟਾਈਮ ਤੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਤੇ ਇਸੇ ਤਰ੍ਹਾਂ ਜੁੜੋ, ਆਪਣੇ ਭੈਣ ਭਾਈ ਹੋਰ ਯਾਰਾਂ ਦੋਸਤਾਂ ਨੂੰ ਵੀ ਲੈ ਕੇ ਆਓ ਜ਼ਰੂਰ। ਇੱਕ ਨਵਾਂ ਟੌਪਿਕ ਲੈ ਕੇ ਆਵਾਂਗੇ, ਤੇ ਗਿਆਨੀ ਜੀ ਮੈਂ ਬਾਅਦ ਚ ਤੁਹਾਨੂੰ ਫੋਨ ਕਰੂੰਗਾ, ਆਪਾਂ ਗੱਲ ਕਰਾਂਗੇ। ਓਕੇ ਤਲੋਚਨ ਸਿੰਘ ਜੀ। ਹਾਂਜੀ ਹਾਂਜੀ, ਉਹ ਮੈਂ ਚੈੱਕ ਕਰਤਾ ਸੀਗਾ, ਮਨਜੀਤ ਕੌਰ ਢੇਸੀ ਦੇ ਪੌਂਸੇ ਪਹੁੰਚ ਗਏ ਹੈਗੇ। ਅੱਛਾ, ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ। ਕੱਲ ਨੂੰ ਮਿਲਦੇ ਹਾਂ ਗਿਆਨੀ ਜੀ ਨੂੰ ਬਹੁਤ ਬਹੁਤ ਵਧਾਈਆਂ, ਬਹੁਤ ਹੀ ਸੋਹਣਾ ਲੈਕਚਰ ਸੀਗਾ। ਉਹ ਤਾਂ ਮੈਂ ਸਰ ਜਾਣ ਕੇ ਥੋੜੀ ਜਿਹੀ ਸਾਈਡਵੇਜ਼ ਗੱਲ ਕੀਤੀ ਸੀਗੀ। ਸੋ ਬਹੁਤ ਹੀ ਕੀਮਤੀ ਗੱਲਾਂ ਦੱਸੀਆਂ ਨੇ ਇਹਨਾਂ ਨੇ। ਆਪਾਂ ਨੂੰ ਫਿਜ਼ੀਕਲ ਇਨਵੋਲਵਮੈਂਟ ਜਿਹੜੀ ਹੈ ਨਾ, ਆਪਾਂ ਨੂੰ ਜਿਹੜਾ ਕਸਰਤ ਹੈਗੀ ਹੈ ਉਹ ਬਹੁਤ ਕੰਟਰੀਬਿਊਟਰੀ ਹੈਗੀ ਹੈ ਮੈਂਟਲ ਹੈਲਥ ਦੇ ਲਈ। ਸੋ ਸਾਊਂਡ ਮਾਈਂਡ ਇਨ ਅ ਸਾਊਂਡ ਬੋਡੀ ਜਿਵੇਂ ਕਹਿੰਦੇ ਹੁੰਦੇ ਆਪਾਂ, ਉਹ ਬਹੁਤ ਟੁਕਦੀ ਹੈਗੀ। ਹਾਂਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਠੀਕ ਹੈ ਜੀ, ਇੱਥੇ ਫਤਿਹ ਬੁਲਾਉਣੇ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।